ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਬੁੱਧਵਾਰ ਦੀ ਸ਼ਾਮ 29 ਸਤੰਬਰ ਸਨ 2021 14 ਅੱਸੂ ਨਾਨਕ ਸ਼ਾਹੀ ਸੰਮਤ 553 ਦੀ ਸ਼ਾਮ ਨੂੰ ਆਪ ਸਭ ਸੱਜਣਾਂ ਦਾ ਸਵਾਗਤ ਟਿਵਾਣਾ ਲਾਈਵ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ। ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਆਪ ਜੀ ਦੇ ਨਾਲ ਲਾਈਵ ਜੁੜਦੇ ਹਾਂ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਲਾਈਵ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਸਾਡੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ, ਦੋਸਤਾਂ ਮਿੱਤਰਾਂ ਨੂੰ ਵੀ ਇੰਸਟਾਲ ਕਰਾਓ ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਤੁਹਾਨੂੰ ਸੂਚਨਾ ਮਿਲ ਜਾਵੇ। ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਤਾਂ 9873 09655 ਪਟਿਆਲਾ ਸਟੂਡੀਓ ਦਾ ਨੰਬਰ ਹੈ। 9876309655 ਇਸੇ ਨੰਬਰ ਤੇ ਤੁਸੀਂ ਗੱਲਬਾਤ ਕਰ ਵੀ ਸਕਦੇ ਹੋ। ਸਟੂਡੀਓ 'ਚ ਮੇਰੇ ਨਾਲ ਕੋਈ ਆਫ ਦੀ ਏਅਰ ਗੱਲ ਕਰਨੀ ਉਹ ਵੀ ਕੀਤੀ ਜਾ ਸਕਦੀ ਹੈ। WhatsApp ਗਰੁੱਪ ਆਪਣਾ ਇਸੇ ਨੰਬਰ ਤੇ ਬਣਾਇਆ ਹੋਇਆ, ਜਿਸ ਦੇ ਵਿੱਚ ਪ੍ਰੋਗਰਾਮਾਂ ਦੀ ਸੂਚਨਾ ਪ੍ਰੋਗਰਾਮ ਦੇ ਵਿੱਚ ਦੇ ਰਹੀ ਹੈ ਜਾਂ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਤੁਹਾਨੂੰ ਆਪਣੇ ਜਿਹੜੇ YouTube ਪੇਜ ਦਾ ਲਿੰਕ ਹੈ ਉਹ ਇਸ ਨੰਬਰ ਦੇ ਜ਼ਰੀਏ ਸੈਂਡ ਕਰ ਦਿੱਤਾ ਜਾਂਦਾ। ਤੁਸੀਂ ਇਸ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਆਪਣਾ ਨਾਂ, ਐਡਰੈਸ ਲਿਖ ਕੇ ਸੈਂਡ ਕਰ ਦਿਓ ਤੇ ਉਸ ਗਰੁੱਪ ਦੇ ਵਿੱਚ ਤੁਹਾਡਾ ਨਾਮ ਮੈਂਸ਼ਨ ਕਰ ਦਿੱਤਾ ਜਾਵੇਗਾ। ਜਦੋਂ ਵੀ ਪ੍ਰੋਗਰਾਮ ਸ਼ੁਰੂ ਹੁੰਦੇ ਨੇ ਤੇ ਨਾਲ ਤੁਹਾਨੂੰ WhatsApp ਦੇ ਜ਼ਰੀਏ ਇਸ ਦੀ ਸੂਚਨਾ ਮਿਲ ਜਾਂਦੀ ਹੈ। YouTube ਤੋਂ ਜਾ ਕੇ ਲੱਭਣ ਦੀ ਜ਼ਰੂਰਤ ਨਹੀਂ ਹੈ। ਕੱਲ੍ਹ ਨੂੰ ਕੋਈ ਚੈਨਲ ਤਬਦੀਲ ਹੋ ਜਾਂਦਾ ਜਾਂ ਕੋਈ ਹੋਰ ਸੂਚਨਾ, ਇਸ ਤੇ ਸੁਵਿਧਾ ਜਿਹੜੀ ਤੁਹਾਡੀ ਤੇ ਸਾਡੀ ਬਣੀ ਰਹੇਗੀ। ਕੋਈ ਇਹਦੇ ਚ ਫਾਲਤੂ ਮੈਸੇਜ ਨਹੀਂ ਕੀਤੇ ਜਾਂਦੇ, ਗੁੱਡ ਮਾਰਨਿੰਗ, ਗੁੱਡ ਇਵਨਿੰਗ, ਕਿ ਤੁਹਾਨੂੰ ਪਰੇਸ਼ਾਨ ਕੀਤਾ ਜਾਵੇ, ਟਿੰਗ ਸਾਰਾ ਦਿਨ ਹੋਈ ਜਾਵੇ। ਤੇ ਇਸ ਕਰਕੇ ਇਹਦਾ ਐਡਮਿਨ ਮੈਂ ਹੀ ਹੈ ਤੇ ਸਿਰਫ ਸਵੇਰ ਤੇ ਸ਼ਾਮ ਪ੍ਰੋਗਰਾਮਾਂ ਦੇ ਮੈਸੇਜ ਪਾਏ ਜਾਂਦੇ ਨੇ ਜਾਂ ਫਿਰ ਜਿਹੜਾ ਪ੍ਰੋਗਰਾਮ ਆਪਾਂ ਐਡਿਟ ਕਰਦੇ ਹਾਂ, ਕਿਉਂਕਿ ਲਾਈਵ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਥੋੜੀ ਆਵਾਜ਼ ਦੀ ਡਿਸਟਰਬੈਂਸ ਹੁੰਦੀ ਹੈ, ਆਵਾਜ਼ ਵੱਧ ਘੱਟ ਹੁੰਦੀ ਹੈ ਤੇ ਜਾਂ ਉਸ ਡਿਸਟਰਬੈਂਸ ਨੂੰ ਫਿਰ ਐਡਿਟ ਕਰਕੇ ਪ੍ਰੋਗਰਾਮ ਪਾਈਦਾ, ਜਿਸ ਦੇ ਵਿੱਚ ਜਿਵੇਂ 486 ਨੰਬਰ ਅੱਜ ਦੀ ਲੜੀ ਦਾ ਅੰਕ ਹੋਏਗਾ। E ਦਾ ਮਤਲਬ ਇਵਨਿੰਗ, M ਦਾ ਮਤਲਬ ਮਾਰਨਿੰਗ। ਸੋ ਇਸ ਤਰ੍ਹਾਂ ਉਹ ਜਿਹੜਾ ਐਡਿਟ ਕੀਤਾ ਪ੍ਰੋਗਰਾਮ ਹੁੰਦਾ, ਪਲੀਜ਼ ਉਹ ਸੁਣਿਆ ਕਰੋ ਲਾਈਵ ਤੋਂ ਬਾਅਦ, ਕਿਉਂਕਿ ਲਾਈਵ ਤੋਂ ਬਾਅਦ ਅਸੀਂ ਜਿਹੜਾ ਲਾਈਵ ਪ੍ਰੋਗਰਾਮ ਹੈ YouTube ਤੇ ਜੋ ਪਿਆ ਹੁੰਦਾ ਉਸ ਨੂੰ ਪ੍ਰਾਈਵੇਟ ਕਰ ਦਿੰਦੇ ਹਾਂ ਤਾਂ ਜੋ ਕੋਈ ਕਨਫਿਊਜ਼ਨ, ਦਿੱਕਤ ਆਪ ਜੀ ਨੂੰ ਨਾ ਰਹੇ। ਸੋ ਇਹ ਅੰਡਰਸਟੈਂਡ ਪਲੀਜ਼ ਤੁਸੀਂ ਰੱਖੋ। ਦੌਰੇ ਸਿਆਸਤ ਦੇ ਵਿੱਚ ਬੜਾ ਕੁਝ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਤੇ ਸਮਾਨ ਚੱਕਣ ਗਏ ਨੇ, ਪਰ ਉਹ ਸਮਾਨ ਦੇ ਚੱਕਰ 'ਚ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਦੇ ਵੀ ਚਰਚੇ ਹੋ ਰਹੇ ਨੇ। ਅਜੇ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਹਾਲ ਦੀ ਘੜੀ, ਕਪਤਾਨ ਸਾਹਿਬ ਭਾਜਪਾ 'ਚ ਜਾਣੋਂ ਗੁਰੇਜ਼ ਕਰਨਗੇ। ਭਾਜਪਾ ਨੂੰ ਵੀ ਕਾਂਗਰਸ ਦੇ ਵਿੱਚ ਅਜਿਹਾ ਫੌਜੀ ਚਾਹੀਦਾ ਜਿਹੜਾ ਵੇਲੇ ਕਵੇਲੇ ਉਹਨਾਂ ਦੇ ਕੰਮ ਆ ਸਕੇ। ਸੋ ਜਿਸ ਤਰ੍ਹਾਂ ਜੇ ਤਾਂ ਸਰਕਾਰ ਇਹ ਵਧੀਆ ਚਲਾਉਂਦੇ ਫਿਰ ਤੇ ਕਪਤਾਨ ਨੂੰ ਭਾਜਪਾ 'ਚ ਜਾਣ ਦੀ ਲੋੜ ਸੀ। ਹੁਣ ਸਰਕਾਰ ਆਪ ਹੀ ਖਿਲਰੀ ਪਈ ਹੈ। ਸੋ ਜਿਸ ਤਰ੍ਹਾਂ ਸਰਕਾਰ ਦੇ ਸੁਭਾਅ ਸਲਾਰ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਕੇ ਲਾਂਭੇ ਹੋਏ ਬੈਠੇ ਨੇ, ਕੁਝ ਮਤਭੇਦ ਨੇ, ਸੁਲਝਾ ਲੈਣੇ ਚਾਹੀਦੇ ਸੀਗੇ। ਵਿਵਾਦਤ ਬੰਦਿਆਂ ਨੂੰ ਦੂਰ ਕੀਤਾ ਜਾਂਦਾ, ਚਲੋ ਜੇ ਲੈ ਵੀ ਲਏ ਤਾਂ ਬਰਦਾਸ਼ਤ ਕੀਤਾ ਜਾਂਦਾ। ਆਪਣੀ ਸਰਦਾਰੀ ਛੱਡ ਕੇ ਘਰੇ ਬਹਿ ਜਾਣਾ ਵੀ ਕੋਈ ਸਿਆਣਪ ਨਹੀਂ ਹੈ, ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਜੇ ਸਰਕਾਰ ਇਦਾਂ ਆਪਸ 'ਚ ਲੜਦੀ ਰਹੇਗੀ ਤੇ ਫਿਰ ਹੱਲ ਵੀ ਕੀ ਹੈ? 3-4 ਮਹੀਨੇ ਨੇ, ਕੰਮ ਕਰਨ ਦਾ ਸਮਾਂ ਨਹੀਂ ਮਿਲਣਾ ਤੇ ਅਗਲਿਆਂ ਨੇ ਵਿਹਲੇ ਕਰਕੇ ਘਰ ਨੂੰ ਤੋਰ ਦੇਣੇ ਨੇ। ਜੇ ਇਹੀ ਹਾਲਾਤ ਰਹੇ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾ ਆਪਣੀ ਸੀਟ ਕੱਢਣੀ ਮੁਸ਼ਕਲ ਹੋ ਜਾਣੀ ਆ। ਠੀਕ ਹੈ, ਬਿਊਰੋਕ੍ਰੇਸੀ ਹੈ ਜੀ, ਗਲਤ ਲੱਗੇ ਨੇ, DGP ਗਲਤ ਲੱਗੇ ਨੇ, ਕਿਸੇ ਨੂੰ ਅਹੁਦਾ, ਰੇਤ ਮਿਨਿਸਟਰ ਨੂੰ ਜਾਂ ਹੋਰਾਂ ਨੂੰ ਵਿਵਾਦਤ ਅਹੁਦੇ ਨੇ। ਇਹ ਚੀਜ਼ਾਂ ਹੁੰਦੀਆਂ ਨੇ, ਸਾਰਿਆਂ ਨੂੰ ਤੁਸੀਂ ਖੁਸ਼ ਕਰਕੇ ਨਹੀਂ ਚੱਲ ਸਕਦੇ। ਜੇ 2-4% 10% ਗਲਤ ਨੇ, ਪਹਿਲਾਂ ਤਾਂ ਟੋਟਲ ਗਲਤ ਸੀ। CM ਸਾਹਿਬ ਵੀ ਗਲਤ ਸੀ ਤੁਹਾਡੀ ਨਜ਼ਰ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ, ਤੇ ਲਾਂਭੇ ਕੀਤਾ, ਅੱਛਾ ਕੀਤਾ। ਪਰ ਹੁਣ ਅਗਲਾ ਕਹਿੰਦਾ ਮੇਰੇ ਬਿਨਾਂ ਚਲਾ ਲੇ, 3 ਦਿਨ ਨਹੀਂ ਚੱਲੇ ਤੇ ਫਿਰ ਕੀ ਜਵਾਬ ਹੈ ਤੁਹਾਡੇ ਕੋਲ? ਹੁਣ ਤਾਂ ਮੈਂ ਲਾਂਭੇ ਹੋ ਗਿਆ, ਹੁਣ ਤੁਸੀਂ ਚਲਾ ਪਾਇਓ। ਤੇ ਇਸ ਕਰਕੇ ਇਹ ਵੀ ਕੋਈ ਸਿਆਣਪ ਨਹੀਂ ਹੈ ਕਿ ਗੱਲ-ਗੱਲ ਤੇ ਬੇਦਾਵਾ ਦੇਈ ਜਾਣਾ। ਤੇ ਬੇਦਾਵਾ ਦੇਣਾ ਵੀ ਜਾਇਜ਼ ਨਹੀਂ ਹੈ। ਲੜਿਆ ਜਾਵੇ ਸਿਸਟਮ ਦੇ ਨਾਲ। ਐਡੀ ਬੇਦਾਵੇ ਵਾਲੀ ਕੋਈ ਵੇਲਣੇ ਚ ਵਾਹ ਨਹੀਂ ਸੀ ਆ ਗਈ ਨਵਜੋਤ ਸਿੰਘ ਸਿੱਧੂ ਦੀ, ਜਿਸ ਕਰਕੇ ਉਹ ਅਸਤੀਫਾ ਦੇ ਕੇ ਘਰੇ ਬੈਠ ਗਏ ਨੇ। ਕੁਝ ਅਪਾਇੰਟਮੈਂਟਾਂ ਉਹਨਾਂ ਦੇ ਉਹਦੇ ਚੋਂ ਵੀ ਹੋਈਆਂ ਨੇ ਤੇ ਇਸ ਕਰਕੇ ਜਸਟਿਸ ਪਟਵਾਲਵੀ ਜਿਹੜੇ ਐਡਵੋਕੇਟ ਪਟਵਾਲਵੀ ਚੁਣੇ ਗਏ ਨੇ, ਉਹਨਾਂ ਦੇ ਬਾਰੇ ਵੀ ਕੁਝ ਚੀਜ਼ਾਂ ਵਿਵਾਦਤ ਨੇ, ਪਰ ਅਜੇ ਕਈ ਚੀਜ਼ਾਂ ਜਨਤਕ ਨਹੀਂ ਹੁੰਦੀਆਂ। ਜਿਹੜੇ ਜੁਡੀਸ਼ੀਅਰੀ ਨਾਲ ਜੁੜੇ ਹੋਏ ਲੋਕ ਨੇ ਉਹ ਇਹਨਾਂ ਚੀਜ਼ਾਂ ਨੂੰ ਜਾਣਦੇ ਨੇ, ਆਮ ਪਬਲਿਕ ਸ਼ਾਇਦ ਨਹੀਂ ਜਾਣਦੀ। ਮਸਲਨ ਹਰ ਬੰਦਾ ਜਿਹੜਾ ਹਰ ਇੱਕ ਨੂੰ ਸੈਟੀਸਫਾਈ ਨਹੀਂ ਕਰ ਸਕਦਾ, ਲੋਕ ਤੇ ਰੱਬ ਤੋਂ ਸੈਟੀਸਫਾਈ ਨਹੀਂ ਹੁੰਦੇ। ਸੋ ਇਸ ਤਰ੍ਹਾਂ ਦੇ ਵਰਤਾਰਿਆਂ ਤੇ ਗੱਲਬਾਤ ਹੋਵੇਗੀ। ਮੇਰੇ ਜੋੜੀਦਾਰ ਐਡਵੋਕੇਟ ਸੁਰਿੰਦਰ ਸਿੰਘ ਜਲਦ ਆਪਣੇ ਨਾਲ ਜੁੜ ਰਹੇ ਨੇ ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣਨ ਦੇ ਵਾਸਤੇ ਜਿਹੜਾ ਸਾਡੀ ਵੈਬਸਾਈਟ tivanaradio.com ਉਸ ਦੀ ਹੈਲਪ ਲੈ ਸਕਦੇ ਹੋ ਤੇ ਉਸ ਤੋਂ ਇਲਾਵਾ
ਕੋਈ ਗੱਲਬਾਤ ਕਰਨੀ ਹੈ ਤਾਂ 9876309655 ਉਸ ਨੰਬਰ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇਸੇ ਨੰਬਰ ਤੇ WhatsApp ਰਾਹੀਂ ਸੰਪਰਕ ਵੀ ਕੀਤਾ ਜਾ ਸਕਦਾ ਹੈ। ਅਜੇ ਜਿਹੜਾ ਕੈਪਟਨ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸਤੀਫੇ ਦਾ ਮਾਮਲਾ ਕੋਈ ਤਣ ਪੱਤਣ ਨਹੀਂ ਲੱਗ ਰਿਹਾ ਤੇ ਜਿਸ ਦੌਰਾਨ ਅਜੇ ਦੁਚਿੱਤੀ ਬਣੀ ਹੋਈ ਹੈ। ਹਾਈ ਕਮਾਂਡ ਜਿਹੜੀ ਹੈ ਉਹ ਇਸ ਬਾਰੇ ਕੋਈ ਬਿਆਨ ਦੇਣ ਨੂੰ ਤਿਆਰ ਨਹੀਂ। ਸੁਪ੍ਰਿਆ ਸ਼੍ਰੀਨੇਤ ਨੇ ਕਹਿ ਦਿੱਤਾ ਕਿ ਹਰੀਸ਼ ਰਾਵਤ ਇਸ ਮਾਮਲੇ 'ਚ ਕਮੈਂਟ ਕਰਨਗੇ ਤੇ ਇਸ ਸਾਰੇ ਸਿਲਸਿਲੇ ਵਿੱਚ ਦੇਖੋ ਕੀ ਬਣਦਾ, ਉਡੀਕ ਕੀਤੀ ਜਾ ਸਕਦੀ ਹੈ। 51 ਨੰਬਰ ਸਵਾਗਤ, ਵੈਲਕਮ ਜੀ। ਰੇਡੀਓ ਬੰਦ ਕਰਕੇ ਗੱਲ ਕਰੋ ਜੀ। ਹੈਲੋ, ਹਾਂ ਰੇਡੀਓ ਬੰਦ ਕਰਕੇ ਗੱਲ ਕਰੋ ਜਨਾਬ ਜੀ। 51 ਨੰਬਰ ਭਾਈ ਜੀ ਤੁਹਾਡਾ ਨੰਬਰ ਹੈ, ਰੇਡੀਓ ਬੰਦ ਕਰਕੇ ਗੱਲ ਕਰੋ। ਠੀਕ ਹੈ ਸਰ ਜੀ। ਜੀ ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ ਗੱਲ ਕਰੋ ਸਰ ਜੀ। ਮੈਂ ਰਜਿੰਦਰ ਸਿੰਘ ਬਿੰਦਾ ਬੋਲਦਾ ਸ਼੍ਰੀ ਮੁਕਤਸਰ ਸਾਹਿਬ ਤੋਂ। ਹਾਂਜੀ ਬਿੰਦਾ ਜੀ ਸਵਾਗਤ ਤੁਹਾਡਾ, ਵੈਲਕਮ। ਤੇ ਮੈਂ ਕਿਹਾ ਜੀ ਤੁਸੀਂ ਇੰਨੀ ਮੇਰੀ ਸਪੋਰਟ ਕੀਤੀ 2015 ਦੇ ਵਿੱਚ ਚੰਨ ਪ੍ਰਦੇਸੀ ਰੇਡੀਓ ਰਾਹੀਂ, ਉਦੋਂ ਤੁਸੀਂ ਵੀ ਇੰਟਰਵਿਊ ਲਈ ਸੀ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ, ਰੇਤ ਮਾਫੀਆ ਦੇ ਖਿਲਾਫ ਸੰਘਰਸ਼ ਕਰ ਰਿਹਾ ਸੀ। ਤੁਹਾਡਾ ਮੈਂ ਕਿਹਾ ਯੋਗਦਾਨ ਬਹੁਤ ਅਹਿਮ ਸੀ, ਤੁਸੀਂ ਸੱਚੀ ਖਬਰ ਜਨਤਕ ਕੀਤੀ ਸੀ। ਜੀ ਜੀ ਥੈਂਕ ਯੂ। ਹਾਂਜੀ, ਤੇ ਮੈਂ ਹੀ ਬੜੇ ਲੰਮੇ ਸਮੇਂ ਦਾ ਤੁਹਾਨੂੰ ਦੇਖ ਰਿਹਾ ਸੀ। ਤੁਸੀਂ ਮੈਨੂੰ ਟੋਰਾਂਟੋ ਦੇ ਵਿੱਚ ਵੀ ਬੜਾ ਸਵਾਗਤ ਉੱਥੇ ਜਾਣੀ ਕਿ ਕੀਤਾ ਸੀ, ਪਰ ਮੈਨੂੰ ਪਹੁੰਚ ਨਹੀਂ ਸੀ, ਮੈਨੂੰ ਤੁਸੀਂ ਉੱਥੇ ਤੱਕ ਜਾ ਸਕਿਆ। ਬਲਤੇਜ ਪੁੰਨੂ ਨੇ ਤੇ ਤੁਸੀਂ ਬਹੁਤ ਮੈਨੂੰ ਤੇ ਪੰਜਾਬ ਦੇ ਲੋਕਾਂ ਬਾਰੇ ਸੋਚਿਆ, ਮੇਰੇ ਬਾਰੇ ਸੋਚਿਆ ਵੀ ਰੇਤ ਦਾ ਜੋ ਕਾਲਾ ਧੰਦਾ ਅਕਾਲੀ ਦਲ ਨੇ ਕੀਤਾ ਹੈਗਾ। ਉਸ ਤੋਂ ਬਾਅਦ ਮੈਂ ਇਹ ਵੀ ਬੋਲਿਆ ਸੀ ਤੁਹਾਡੇ ਇੰਟਰਵਿਊ ਦੇ ਵਿੱਚ ਵੀ ਜੋ ਗੁਰਬਚਨ ਜੀ ਦੇ ਕਿਹੜੇ ਕਿਹੜੇ ਕੰਮ ਚੱਲਦੇ, ਤੇ ਇਸ ਟਾਈਮ ਸਰ ਮੈਂ 1-2 ਦਿਨਾਂ ਦੇ ਵਿੱਚ ਵੀ ਕੋਈ ਵੱਡੇ ਚਿੱਠੇ ਖੋਲਣੇ ਚਾਹੁੰਦਾ। ਹੈਲੋ, ਨਹੀਂ ਆ ਰਿਹਾ। ਮੈਂ ਕਦੋਂ ਇੰਟਰਵਿਊ ਕੀਤਾ ਸੀ ਤੁਹਾਨੂੰ? ਆਪਣਾ 15 ਅਪ੍ਰੈਲ 2015 ਦੇ ਵਿੱਚ, ਦੂਜਾ ਮਹੀਨਾ 11 ਤੋਂ 12 ਤਰੀਕ ਨੂੰ ਰਾਤ ਸ਼ਾਮ ਨੂੰ 6:30 ਵਜੇ। ਓਕੇ, ਨਹੀਂ ਮੇਰੇ ਧਿਆਨ 'ਚ ਨਹੀਂ ਆ ਰਿਹਾ। ਹਾਂਜੀ, ਜੀ ਪੰਜਾਬੀ ਦਾ ਆਪਣਾ ਪ੍ਰੀਤ ਖਣੀ ਕੌਣ ਆਏ ਸੀਗੇ ਜੋ ਜੀ ਪੰਜਾਬੀ ਦੇ ਸੀਗੇ, ਉਹਨਾਂ ਨੇ ਮੈਨੂੰ ਆਪਣੇ ਘਰੇ ਵੀ ਬੁਲਾਇਆ ਸੀਗਾ ਜੀ। ਤੇ ਹਾਂਜੀ, ਉਸ ਤੋਂ ਬਾਅਦ ਬਲਤੇਜ ਪੰਨੂ ਨੇ ਵੀ ਕੀਤੀ ਸੀ ਜੀ। ਹਾਂਜੀ, ਤੇ ਮੈਂ ਹਾਂਜੀ ਕੋਈ ਨਹੀਂ, ਜੌਬ ਹੈ, ਮੀਡੀਆ ਦੀ ਜੌਬ ਕੀਤੀ ਹੈ, ਕੋਈ ਗੱਲ ਨਹੀਂ। ਥੈਂਕ ਯੂ। ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦੇ ਵੀ ਬਹੁਤ ਤੁਸੀਂ ਪੰਜਾਬ ਪ੍ਰਤੀ ਜੋ ਵੀ ਸਿੰਜਦਾ ਰੱਖਦੇ ਹੋ, ਬਹੁਤ ਵਧੀਆ ਬਰੀਕੀ ਦੇ ਨਾਲ ਸੱਚਾਈ ਨੂੰ ਪੇਸ਼ ਕਰਦੇ ਹੋ ਜੀ। ਥੈਂਕ ਯੂ ਭਾਈ ਜੀ, ਮਿਹਰਬਾਨੀ ਥੈਂਕ ਯੂ। ਤੇ ਲੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਸੁਰਿੰਦਰ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਜੀ। ਗੱਲ ਫਿਰ ਕਿਤੇ ਤਣ ਪੱਤਣ ਨਹੀਂ ਲੱਗਦੀ? ਕੀ ਬਣ ਰਿਹਾ ਨਵਜੋਤ ਸਿੰਘ ਸਿੱਧੂ ਦਾ? ਉਧਰ ਅਕਾਲੀ ਹੈ ਜਿਹੜੇ ਗ੍ਰਿਫਤਾਰੀਆਂ ਦੇਈ ਜਾਂਦੇ ਆ, ਕਹਿੰਦੇ ਪੰਜਾਬ ਦੇ ਹਿਤੈਸ਼ੀ ਆ ਅਸੀਂ, ਬਿਕਰਮ ਮਜੀਠਾ ਤੇ ਉਹਨਾਂ ਨੇ ਵੀ ਉਹ ਕੀਤਾ, ਤੇ ਵਾਰਸ ਪੰਜਾਬ ਦੇ ਨਵੀਂ ਪਾਰਟੀ ਦੀਪ ਸਿੱਧੂ ਦੀ ਵੀ ਆ ਗਈ ਹੈ। ਕਿਸਾਨਾਂ ਨੂੰ ਕਹੀ ਜਾਂਦੇ ਸੀ ਇਲੈਕਸ਼ਨ ਲੜਨਗੇ, ਇਹ ਕਿਸਾਨਾਂ ਨਾਲੋਂ ਵੀ ਬੇਸਬਰੇ ਹੋ ਗਏ ਨੇ, ਇਹਨਾਂ ਨੇ ਪਹਿਲਾਂ ਹੀ ਵਾਰਸ ਪੰਜਾਬ ਦੇ ਬਣਾ ਲਈ ਹੈ। ਤੇ ਕਾਫੀ ਕੁਝ ਹੋਇਆ ਅੱਜ ਵੀ ਦੌਰੇ ਸਿਆਸਤ ਦੇ ਵਿੱਚ। ਸ਼ੁਰੂਆਤ ਆਪਾਂ ਕਰਦੇ ਹਾਂ, ਕੀ ਬਣ ਰਿਹਾ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ, ਕੀ ਸਥਿਤੀ ਹੈ ਜੀ? ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦਾ ਸਵਾਲ ਆ, ਜਾਂ ਨਵਜੋਤ ਸਿੰਘ ਸਿੱਧੂ ਜਾਏਗਾ ਜਾਂ ਰਾਣਾ ਗੁਰਜੀਤ, ਐਡਵੋਕੇਟ ਜਨਰਲ ਤੇ DGP, 3 ਜਣੇ ਹੋ ਜਾਣਗੇ, ਜਿਹੜਾ ਮਰਜ਼ੀ ਚੱਲ ਜਾਵੇ। ਇਹ ਹੁਣ ਕਾਂਗਰਸ ਹਾਈ ਕਮਾਂਡ ਨੇ ਦੇਖਣਾ। ਉਹਨਾਂ ਚਰਨਜੀਤ ਚੰਨੀ ਤੇ ਛੱਡ ਦਿੱਤੀ ਆ ਕਿ ਸਟੇਟ ਨਿਬੇੜੇ ਜੋ ਨਿਬੇੜਨਾ, ਅਸੀਂ ਜੋ ਕਰਨਾ ਸੀ ਕਰ ਦਿੱਤਾ। ਹੁਣ ਅੱਜ ਦੀ ਰਾਤ ਬਾਕੀ ਬਚੀ ਆ, ਕੱਲ ਦੁਪਹਿਰ ਆਉਂਦੀ ਫੈਸਲਾ ਹੋ ਜਾਣਾ। ਇੱਕ ਖਬਰ ਇਹ ਵੀ ਆ ਰਹੀ ਹੈ ਕਿ 2 ਬੰਦਿਆਂ ਨੂੰ ਬਦਲਣ ਦਾ ਜਿਹੜਾ ਉਹ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ, ਜਿਸ 'ਚ ਐਡਵੋਕੇਟ ਜਨਰਲ ਤੇ DGP ਦੋਨਾਂ ਦੀ ਅੱਜ ਸ਼ਾਮ ਤੱਕ ਛੁੱਟੀ ਹੋ ਸਕਦੀ ਆ। ਠੀਕ ਹੈ, ਪਰ ਨਵਜੋਤ ਸਿੰਘ ਸਿੱਧੂ 3 ਤੋਂ ਥੱਲੇ ਮੰਨਣ ਲਈ ਤਿਆਰ ਨਹੀਂ ਹੈ। ਉਹ ਕਹਿੰਦਾ ਮੇਰਾ ਕੁਝ ਰਹੇ ਨਾ ਰਹੇ, ਮੈਂ ਜਿਹੜੇ ਮੁੱਦੇ ਲੈ ਕੇ ਚੱਲਿਆ ਸੀ ਮੈਂ ਉਹਨਾਂ ਤੇ ਖੜਾ ਤੇ ਖੜਾ ਰਹਾਂਗਾ, ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ। ਜੋ ਕੁਝ ਮਰਜ਼ੀ ਹੋ ਜਾਏ, ਭਾਵੇਂ ਸਾਰਾ ਕੁਝ ਦਾਅ ਤੇ ਲੱਗਦਾ ਤੇ ਲੱਗ ਜਾਵੇ, ਮੈਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਮੈਂ ਜਿਹੜੇ ਮੁੱਦੇ ਸ਼ੁਰੂ ਕੀਤੇ ਸੀ ਮੈਂ ਉਹਨਾਂ ਤੇ ਅੜੇਂਗਾ, ਮੈਂ ਉਸ ਤੋਂ ਪਿੱਛੇ ਨਹੀਂ ਹਟਣਾ। ਘੜੇ ਤੋਂ ਕੋਲਾ ਚੱਕ ਕੇ ਹਟਣਗੇ, ਚੰਗੀ ਗੱਲ ਹੈ। ਤੇ ਆਵਾਜ਼ ਨਹੀਂ ਆ ਰਹੀ ਤੁਹਾਡੀ। ਮੈਂ ਕਿਹਾ ਆ ਨਹੀਂ ਰਹੀ ਆਵਾਜ਼ ਹੁਣ? ਠੀਕ ਹੈ ਸੁਰਿੰਦਰ, ਹੁਣ ਆ ਰਹੀ ਹੈ ਜੀ। ਹਾਂ ਠੀਕ ਹੈ। ਤੇ ਮੈਂ ਕਿਹਾ ਘੜੇ ਤੋਂ ਕੋਲਾ ਚੱਕ ਕੇ ਹੀ ਹਟੂਗਾ ਸਿੱਧੂ ਫਿਰ, ਹਨਾ? ਤੇ ਵੈਸੇ DGP ਦਾ ਜਾਂ AG ਦਾ ਤਾਂ ਕੋਈ ਵੱਡੀ ਗੱਲ ਨਹੀਂ। ਰਾਣਾ ਗੁਰਜੀਤ ਸਿੰਘ ਦੇ ਮਾਮਲੇ 'ਚ ਵੀ ਥੋੜਾ ਵਿਵਾਦਤ ਨੇ ਹੋ, ਤੇ
ਸਮਝੋ ਪਾ ਰਿਹਾ ਕਿ ਗੁਣਾ ਕਿਉਂ ਪੈ ਗਿਆ ਰਾਣਾ ਗੁਰਜੀਤ ਹੋਰਾਂ ਦਾ। ਆਪਣੇ ਤੇ ਚਲੋ ਜ਼ਿਆਦਾ ਹੀ ਗੂੜੇ ਮਿੱਤਰ ਨੇ, ਵੈਸੇ ਉਹਨਾਂ ਦੇ ਜਿਹੜਾ ਮਤਲਬ 15-20 ਸਾਲ ਦੀ ਰਿਪੋਰਟਿੰਗ 'ਚ ਪਹਿਲੀ ਵਾਰੀ ਕੇਸ ਕੀਤਾ ਉਹਨਾਂ ਨੇ ਮੇਰੇ ਤੇ, ਕਿਸੇ ਨੇ ਜੇ ਕੀਤਾ। ਤੇ ਇਹਦੇ 'ਚ ਮਤਲਬ ਟੂ ਬੀ ਵੈਰੀ ਫਰੈਂਕ ਆਪਾਂ ਨੂੰ ਕੋਈ ਰੰਜ ਨਹੀਂ ਹੈ, ਠੀਕ ਹੈ ਬਾਜ਼ਾਰ 'ਚ ਚੱਲਦਾ ਏਦਾਂ। ਤੇ ਇਹ ਠੀਕ ਹੈ ਕਿ ਵਿਵਾਦ ਕਾਰਨ ਉਹਨਾਂ ਨੂੰ ਉਹਨਾਂ ਦੇ ਮਿੱਤਰ ਨੇ ਲਾਂਭੇ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਨੇ, ਬਹੁਤ ਖਾਸਮ ਖਾਸ ਨੇ ਉਹਨਾਂ ਦੇ ਆਪਸ 'ਚ। ਤੇ ਇਧਰ ਗੁਣਾ ਫਿਰ ਹਾਈ ਕਮਾਂਡ ਵੱਲੋਂ ਪੈ ਗਿਆ ਜਾਂ ਫਿਰ ਪਾਰਟੀ ਫੰਡ, ਕਿਉਂਕਿ ਦੇਖੋ ਇਲਾਕੇ 'ਚ ਤੇ ਕੰਮ ਕਰਾਉਂਦਾ ਕੋਈ ਦੋਰਾਮਾ ਨਹੀਂ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦੀ ਤਾਰੀਫ ਕਰਦੇ ਨੇ ਕਿ ਇਲਾਕੇ 'ਚ ਤਾਂ ਸੀਟ ਕੱਢਣ ਨੂੰ ਤਾਂ ਲੈ ਕੇ ਉਹ ਸਟਰੋਂਗ ਕੈਂਡੀਡੇਟ ਹੈ, ਪੈਸੇ ਟਕੇ ਦੇ ਵੀ ਕੋਈ ਮਤਲਬ ਦਿੱਕਤ ਨਹੀਂ ਹੈ, ਪਾਰਟੀ ਫੰਡ ਜਾਂ ਹੋਰ। ਸੋ ਗੁਣਾ ਫਿਰ ਕਿਸ ਪਾਸਿਓਂ ਪਿਆ ਤੇ ਫਿਰ ਕਿਉਂ ਪ੍ਰੈਸ਼ਰ ਬਣ ਗਿਆ ਇਹਨਾਂ ਦਾ ਇੰਨਾ ਕਿ ਉਹ ਆਪਣਾ ਉਹ ਲੈ ਗਏ ਨੇ? ਤੇ ਖਾਸ ਕਰਕੇ ਜਿਹੜਾ ਏਜੀ ਦੇ ਮਾਮਲੇ 'ਚ ਜਾਂ ਡੀਜੀਪੀ ਦੇ ਮਾਮਲੇ 'ਚ, ਇਹਨਾਂ ਤਿੰਨਾਂ ਦੇ ਮਾਮਲੇ 'ਚ ਕੀ ਰਣਨੀਤੀ ਰਹੀ ਹੋਵੇਗੀ? ਕਿਹੜੀ ਧਿਰ ਨੇ ਇਹਨਾਂ ਨੂੰ ਉਭਾਰਿਆ? ਵਿੱਚ ਮਨਪ੍ਰੀਤ ਬਾਦਲ ਦਾ ਜ਼ਿਕਰ ਕਰੀ ਜਾਂਦੇ ਨੇ ਕਿ ਸ਼ਾਇਦ ਉਹਨਾਂ ਦੇ ਕੋਟੇ 'ਚੋਂ ਆ ਗਏ ਨੇ, ਪਰ ਉਹਨਾਂ ਦੇ ਕੋਟੇ 'ਚੋਂ ਆਏ ਹੁੰਦੇ ਤੇ ਉਹਨਾਂ ਦੀ ਤਾਂ ਜ਼ਿਆਦਾ ਤਵੱਜੋ ਸੀ ਜਿਹੜੀ ਉਹ ਕਾਂਗੜ ਨੂੰ ਬਚਾਉਣ ਦੀ ਸੀ। ਜੇ ਉਹਨਾਂ ਦੀ ਇੰਨੀ ਚੱਲਦੀ ਹੁੰਦੀ ਤੇ ਕਾਂਗੜ ਬਚ ਰਹਿੰਦੇ। ਜੀ ਨਹੀਂ, ਜਿੱਥੋਂ ਤੱਕ ਸਵਾਲ ਆ ਰਾਣੇ ਗੁਰਜੀਤ ਦਾ, ਬ੍ਰਹਮਿੰਦਰਾ ਦਾ, ਲੁਧਿਆਣੇ ਵਾਲੇ ਭਾਰਤ ਭੂਸ਼ਣ ਆਸ਼ੂ ਦਾ, ਵਿਜੇ ਇੰਦਰ ਸਿੰਗਲੇ ਦਾ, ਇਹ ਜਿੰਨੇ ਪੁਰਾਣੇ ਨੇ ਇਹਨਾਂ ਦੇ ਕਿਤੇ ਨਾ ਕਿਤੇ ਮਤਲਬ ਤਾਰ ਜਿਹੜੇ ਸੀਗੇ ਉਹ ਕਿਸੇ ਨਾ ਕਿਸੇ ਚੈਨਲ ਤੋਂ ਭਿੜ ਗਏ। ਖਾਸ ਕਰਕੇ ਦੋ ਨਾਮਾਂ ਤੇ ਤਾਂ ਉਹ ਪੂਰਾ ਖਫਾ ਸੀ। ਦੇਖੋ ਜਿੱਦਾਂ ਰਜੀਆ ਸੁਲਤਾਨਾ ਨੇ ਹੁਣ ਅਸਤੀਫਾ ਦਿੱਤਾ, ਨਵਜੋਤ ਸਿੱਧੂ ਉੱਥੇ ਵੀ ਖਫਾ। ਉਹ ਕਹਿੰਦਾ ਜੇ ਬ੍ਰਹਮਿੰਦਰੇ ਦਾ ਡਿਪਾਰਟਮੈਂਟ ਨਹੀਂ ਚੇਂਜ ਕੀਤਾ, ਜੇ ਵਿਜੇ ਇੰਦਰ ਸਿੰਗਲੇ ਦਾ ਡਿਪਾਰਟਮੈਂਟ ਚੇਂਜ ਨਹੀਂ ਕੀਤਾ ਤੇ ਬਾਕੀ ਮੰਤਰੀ ਜਿਹੜੇ ਪੁਰਾਣੇ ਸੀ ਬਹੁਤਿਆਂ ਦੇ ਚੇਂਜ ਨਹੀਂ ਕੀਤੇ, ਤਾਂ ਫਿਰ ਰਜੀਆ ਸੁਲਤਾਨਾ ਦਾ ਕਿਉਂ ਚੇਂਜ ਕੀਤਾ? ਉਹ ਇਸ ਗੱਲ ਤੋਂ ਵੀ ਖਫਾ। ਹੁਣ ਇਸ ਤੋਂ ਅੱਗੇ ਜਾ ਕੇ ਰਾਣਾ ਗੁਰਜੀਤ ਸੀ, ਰਾਣੇ ਗੁਰਜੀਤ ਵਾਲਾ ਸਿੱਧਾ ਇਲਜ਼ਾਮ ਲੱਗ ਰਿਹਾ ਚਰਨਜੀਤ ਚੰਨੀ ਤੇ, ਉਹ ਸਾਰੇ ਦੀ ਸਾਰੀ ਸੈਟਿੰਗ ਚਰਨਜੀਤ ਚੰਨੀ ਨੇ ਕੀਤੀ ਆ। ਉਹ ਜਿਹੜੇ 2 ਵਿਜ਼ਿਟ ਉਹਦੀਆਂ ਦਿੱਲੀ ਹੋਈਆਂ ਕੱਲੇ ਦੀਆਂ, ਉਹਦੇ ਵਿੱਚ ਪਲਾਨਿੰਗ ਕਰ ਗਿਆ ਉਹ, ਤੇ ਪਲਾਨਿੰਗ ਕਰਕੇ ਉਹ ਰਾਣੇ ਗੁਰਜੀਤ ਨੂੰ ਸੈੱਟ ਕਰਾ ਗਿਆ। ਹੁਣ ਨਵਜੋਤ ਸਿੱਧੂ ਦੀ ਸਮੱਸਿਆ ਕਿੱਥੇ ਖੜੀ ਆ? ਮਾਈਨਿੰਗ ਦੇ ਵਿਰੁੱਧ ਉਹ ਪਹਿਲੇ ਦਿਨ ਤੋਂ ਖੜਾ ਸੀ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਨਹੀਂ ਸੁਣੀ ਤੇ ਉਹ ਵਜ਼ਾਰਤ ਤੋਂ ਬਾਹਰ ਆ ਗਿਆ। ਹੁਣ ਜਿੱਥੋਂ ਤੱਕ ਬੇਅਦਬੀ ਵਾਲਾ ਮੁੱਦਾ, ਉਹਦੇ ਤੇ ਵੀ ਉਹ ਅੜਿੰਗ ਸੀ। ਜਿੱਥੋਂ ਤੱਕ ਸਵਾਲ ਸੀਗਾ ਦੂਸਰੇ ਦਾ ਨਸ਼ੇ ਦੇ ਮੁੱਦਿਆਂ ਦਾ, ਉਹ ਉਹਦੇ ਤੇ ਵੀ ਖੜਾ ਸੀ। ਉਹ ਕੇਵਲ ਮਾਫੀਆ ਤੇ ਵੀ ਸੀ, ਐਕਸਾਈਜ਼ ਪਾਲਿਸੀ ਤੇ ਵੀ ਸੀ। ਇਹੀ ਤਾਂ ਉਹਦੇ ਮੇਨ ਮੁੱਦੇ ਸੀ। ਹੁਣ ਉਹਨਾਂ ਚੋਂ ਇੱਕ ਗੱਲ ਤਾਂ ਸਪਸ਼ਟ ਆ ਕਿ ਜਿਹੜਾ ਬੇਅਦਬੀ ਵਾਲਾ ਮੁੱਦਾ ਉਹ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਉਲਝਾ ਹੀ ਇੰਨਾ ਕੁ ਦਿੱਤਾ ਗਿਆ, ਪਿਛਲੀ ਸਰਕਾਰ ਵੱਲੋਂ ਵੀ ਹੋਣ ਵਾਲੀ ਵੱਲੋਂ ਵੀ, ਉਹ ਸਾਰਾ ਕੁਝ ਇੰਨਾ ਉਲਝਾ ਦਿੱਤਾ ਗਿਆ, ਉਹ ਚੋਂ ਨਿਕਲਣਾ ਕੁਝ ਨਹੀਂ। ਉਹ ਵੱਖਰੀ ਗੱਲ। ਅੱਜ ਅਰਵਿੰਦ ਕੇਜਰੀਵਾਲ ਆਇਆ, ਉਹ ਕਹਿੰਦਾ ਜੀ ਚੰਨੀ ਸਾਹਿਬ ਕਾਰਵਾਈ ਕरें और कुंवर विजय प्रताप की रिपोर्ट ते, पर केजरीवाल ਨੂੰ ਇਹ ਨਹੀਂ ਪਤਾ कुंवर विजय प्रताप ਦੀ ਜਿਹੜੀ ਰਿਪੋਰਟ ਆ ਉਹ ਹਾਈ ਕੋਰਟ ਨੇ ਰਿਜੈਕਟ ਕਰ ਦਿੱਤੀ ਆ। ਉਹਨਾਂ ਕਿਹਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹ ਰਿਜੈਕਟ ਆ, ਨਵੇਂ ਸਿਰੇ ਤੋਂ ਹੋਏਗੀ, ਪਰ ਉਹ ਵੀ ਸਿਆਸਤ ਕਰ ਗਿਆ ਜਾ ਕੇ। ਹੁਣ ਗੱਲ ਕਿੱਥੇ ਖੜੀ ਆ? ਜੇਕਰ ਨਵਜੋਤ ਸਿੰਘ ਸਿੱਧੂ ਇਹਨਾਂ ਮੁੱਦਿਆਂ ਤੋਂ ਪਿੱਛੇ ਹਟਦਾ ਤਾਂ ਉਹ ਖਤਮ ਹੁੰਦਾ। ਹੁਣ ਉਹ ਜੋ ਮਰਜ਼ੀ ਹੋਵੇ, ਸਿਆਸਤ ਤੋਂ ਬਾਹਰ ਹੋ ਜਾਏ, ਜੋ ਕੁਝ ਮਰਜ਼ੀ ਹੋ ਜਾਵੇ। ਮੈਂ ਕੱਲ ਵੀ ਕਿਹਾ ਸੀ, ਅੱਜ ਸਵੇਰੇ ਵੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਜਾਨ ਬਚਦੀ ਤਾਂ ਜੇ ਉਹ ਇਹਨਾਂ ਮੁੱਦਿਆਂ ਤੇ ਖੜਾ ਰਹਿੰਦਾ। ਕਾਂਗਰਸ ਬਚੇ ਨਾ ਬਚੇ, ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੱਧੂ ਦੀ ਬਚੇ ਨਾ ਬਚੇ, ਜਿੱਥੇ ਮਰਜ਼ੀ ਜਾਵੇ, ਜਿਹਨੂੰ ਮਰਜ਼ੀ ਦੇਣ, ਪਰ ਨਵਜੋਤ ਸਿੰਘ ਸਿੱਧੂ ਦੀ ਇੱਜ਼ਤ ਤਾਂ ਬਚਦੀ ਆ ਜਿਹੜੇ ਮੁੱਦਿਆਂ ਤੇ ਖੜਿਆ ਸੀ ਉਹਨਾਂ ਤੇ ਖੜਿਆ ਰਹੇ। ਜੇ ਉਹਨਾਂ ਤੋਂ ਪਿੱਛੇ ਹਟਦਾ ਫਿਰ ਨਵਜੋਤ ਸਿੰਘ ਸਿੱਧੂ ਦੇ ਪੱਲੇ ਕੱਖ ਨਹੀਂ ਬਚਣਾ। ਫਿਰ ਪੂਰੀ ਕਾਂਗਰਸ ਦੀ ਹਾਲਤ ਜਿਹੜੀ ਆ ਉਸ ਤੋਂ ਵੀ ਪਤਲੀ ਹਾਲਤ ਜੇ ਹੋਏਗੀ ਤਾਂ ਉਹ ਨਵਜੋਤ ਸਿੱਧੂ ਦੀ ਹੋਏਗੀ। ਪੰਜਾਬ 'ਚ ਲੋਕਾਂ ਨੇ ਬਖਸ਼ਿਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੁਣ ਇੱਜ਼ਤ ਵੱਜਦੀ ਆ, ਉਹ ਸਟੈਂਡ ਲੈ ਕੇ ਵੱਜਦੀ ਸੀ ਤੇ ਸਟੈਂਡ ਉਹ ਲੈ ਗਿਆ। ਤੇ ਥੋੜਾ ਜਿਹਾ ਇਹਦੇ ਤੇ ਪਾਓ ਚਾਨਣਾ ਕਿ ਕਿਹੜੇ ਮੁੱਦਿਆਂ ਤੇ ਸਿੱਧੂ ਸਟੈਂਡ ਲੈ ਕੇ ਖੜਾ ਤੇ ਉਹ ਉਹਨਾਂ ਨੂੰ ਪੂਰਾ ਕਰ ਪਾਏਗਾ? ਬੇਅਦਬੀ ਦੇ, ਡਰੱਗ ਦੇ, ਜਾਂ ਉਹਦੇ ਤੇ ਕੀ 3 ਮਹੀਨੇ ਦਾ ਸਮਾਂ, ਜਾਂ ਅਦਾਲਤ ਦੀਆਂ ਟੈਕਨੀਕਲ ਪ੍ਰੋਬਲਮ? ਜਿਵੇਂ ਅੱਜ ਉਹਨੇ ਸਪਸ਼ਟ ਵੀ ਕੀਤਾ ਕਿ ਕੁਝ ਵੀ ਹੋ ਜਾਏ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਵਾਂਗਾ। ਜਿਨ੍ਹਾਂ ਨੇ ਪੰਜਾਬ ਦੀਆਂ ਕੁੱਖਾਂ ਕੋਈਆਂ ਨੇ, ਸਿੱਧਾ ਸਾਰਾ ਡੀਜੀਪੀ ਵੱਲ ਸੀ ਉਸਦਾ, ਇਹ ਜਿਹੜੇ ਅਪੁਆਇੰਟ ਹੋਏ ਨੇ ਸੋਤਾ, ਕਿ ਉਹਨਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗਾ। ਤੇ ਇਹ ਜਿਹੜੇ ਪਿਛਲੇ ਵਾਅਦੇ ਸੀ ਤਾਂ ਚਲੋ ਡੀਜੀਪੀ ਵਾਲਾ ਤੇ ਨਵਾਂ ਇਸ਼ੂ ਹੈ,
ਤੇ ਜਿਹੜੇ ਪਿਛਲੇ ਵਾਅਦੇ ਸੀਗੇ ਤੇ ਕੀ ਉਹਨਾਂ ਨੂੰ ਕਰ ਪਾਏਗਾ? ਜੇ ਆਪਣੀ ਮਰਜ਼ੀ ਦੇ ਅਧਿਕਾਰੀ ਲਾ ਲੈਂਦਾ ਉਹ ਕਰ ਪਾਏਗਾ ਸਮਾਂ ਤੇ ਅਦਾਲਤ ਦੀਆਂ ਸੀਮਾਵਾਂ ਦੇ ਵਿੱਚ? ਜੀ ਨਹੀਂ, ਉਹ ਦੇਖੋ ਗੱਲ ਇਹ ਆ ਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਮਸਲਾ ਇੰਨਾ ਕੋਲ ਉਲਝਾ ਦਿੱਤਾ ਗਿਆ ਕਿ ਇਹ ਮਸਲਾ ਨਿਪਟਣਾ ਹੀ ਨਹੀਂ ਹੈ। ਹੁਣ ਨਵਜੋਤ ਸਿੱਧੂ ਕੀ ਜਿਹਨੂੰ ਮਰਜ਼ੀ ਲੈ ਆਓ, ਜੋ ਕੁਝ ਮਰਜ਼ੀ ਕਰ ਲਓ, ਇਹ ਮਸਲਾ ਨਹੀਂ ਨਿਪਟਣਾ। ਇਹ ਮਸਲੇ ਦਾ ਉਹ ਹਾਲਤ ਬਣ ਗਈ ਆ ਜਿਹੜੀ ਨਵੰਬਰ 1984 ਦੇ ਕਤਲੇਆਮ ਦੀ ਦਿੱਲੀ ਦੀ ਬਣੀ ਸੀ। ਜਿਸ ਤਰ੍ਹਾਂ ਉਹ ਸਾਰਾ ਮਸਲਾ ਉਲਝਾਇਆ ਸੀ ਉਸ ਤਰ੍ਹਾਂ ਉਲਝਾ ਦਿੱਤਾ ਗਿਆ। ਸਿਆਸਤ ਇੰਨੀ ਕੋ ਗੰਦੀ ਆ ਕਿ ਸਿਆਸਤ ਨੇ ਸਭ ਕੋ ਉਲਝਾ ਕੇ ਰੱਖ ਦਿੱਤਾ। ਉਹ ਉਲਝ ਗਿਆ, ਹੁਣ ਉਹਦੇ ਚੋਂ ਨਿਕਲਣਾ ਕੁਛ ਨਹੀਂ ਆ। ਨਵਜੋਤ ਸਿੰਘ ਸਿੱਧੂ ਨੂੰ ਵੀ ਦਿਖਾਈ ਦੇ ਗਿਆ ਕਿ ਹੁਣ ਇੱਥੋਂ ਕੱਖ ਨਹੀਂ ਨਿਕਲਣਾ, ਨਾ ਕੁਝ ਬਣਨਾ। ਰਹੀ ਗੱਲ ਡਰੱਗਸ ਵਾਲੇ ਮੁੱਦੇ ਦੀ, ਉਹਦੇ ਤੇ ਬਣ ਸਕਦਾ ਸੀ ਪਰ ਸਰਕਾਰ ਉਹਦੇ ਤੇ ਕੁਝ ਕਰਨ ਲਈ ਤਿਆਰ ਨਹੀਂ ਹੈ। ਫਿਰ ਨਵਜੋਤ ਸਿੰਘ ਸਿੱਧੂ ਜਾਵੇ ਤਾਂ ਕਿੱਥੇ ਜਾਵੇ? ਨਵਜੋਤ ਸਿੰਘ ਸਿੱਧੂ ਕੋਲ ਕੁਝ ਨਹੀਂ ਬਚਿਆ, ਕੇਵਲ ਮਾਫੀਆ ਸੀ, ਕੇਵਲ ਮਾਫੀਆ ਵਾਲੇ ਤੇ ਕੱਖ ਨਹੀਂ ਬਚਿਆ। ਹੁਣ ਨਵਜੋਤ ਸਿੰਘ ਸਿੱਧੂ ਕੋਲੇ ਜਾਣ ਲਈ ਕੀ ਆ? ਬਾਕੀ ਉਹਦੇ ਕੋਲ ਕੋਈ ਰਸਤਾ ਹੀ ਨਹੀਂ ਹੈ। ਹੁਣ ਗੱਲ ਤਾਂ ਇਹ ਸੀ, ਨਵਜੋਤ ਸਿੰਘ ਸਿੱਧੂ ਦਾ ਇੱਕ ਸੀ ਕਿ ਹੋਮ ਡਿਪਾਰਟਮੈਂਟ ਸੀਐਮ ਆਪਣੇ ਕੋਲ ਰੱਖੇ, ਸਾਰੇ ਦਾ ਸਾਰਾ ਉਹਦੇ ਕੋਲ ਕੰਟਰੋਲ ਹੋਵੇ ਤੇ ਸੀਐਮ ਇਹਦੇ ਤੇ ਐਕਸ਼ਨ ਲਵੇ ਤੇ ਨਾਲ ਦੀ ਨਾਲ ਉੱਠ ਕੇ ਤੁਰੇ। ਪਰ ਹੁਣ ਸੀਐਮ ਕੀ ਕਰੇ? ਸੀਐਮ ਤਾਂ ਉੱਥੇ ਬੈਠਾ। ਮਤਲਬ ਮੈਨੂੰ ਤੇ ਇੱਕ ਗੱਲ ਦੀ ਹੈਰਾਨਗੀ ਆ ਗਈ ਕਿ ਪਹਿਲਾ ਮੀਟਿੰਗ ਜਿਹੜੀ ਸੀ ਉਹ ਕਿਹਾ ਸੀਗਾ ਕਿ ਚਲੋ ਮਹੀਨੇ ਬਾਅਦ ਕੈਬਨਿਟ ਦੀ ਮੀਟਿੰਗ ਹੋ ਜਾਏ, ਬਹੁਤ ਵੱਡੀ ਗੱਲ ਹੋਇਆ ਕਰਦੀ ਹੁੰਦੀ। ਇਹਨਾਂ ਕਿਹਾ ਹਫ਼ਤੇ ਬਾਅਦ ਹੋਊਗੀ, ਹੁਣ ਤਾਂ ਹਫ਼ਤੇ 'ਚ ਹਫ਼ਤਾ ਕਿ ਤੀਸਰੇ ਦਿਨ ਹੋਣ ਲੱਗ ਗਈ। ਤੁਸੀਂ ਸਾਰਾ ਦਿਨ ਕੈਬਨਿਟ ਮੀਟਿੰਗ 'ਚ ਉਲਝੇ ਰਹੋਗੇ ਤਾਂ ਕਰੋਗੇ ਕੀ? ਏਦਾਂ ਮਸਲੇ ਨਹੀਂ ਹੱਲ ਹੋਣੇ। ਭੁੱਲ ਜਾਓ, ਇੱਕ ਏਜੰਡਾ ਲਿਆਂਦਾ, ਉਸ ਏਜੰਡੇ ਤੇ ਬਹਿ ਗਏ। ਅੱਜ ਜੀ ਬਿੱਲ ਮਾਫ ਕਰਤੇ, ਉਹ ਬਿੱਲ ਤਾਂ ਸਾਰਿਆਂ ਨੂੰ ਪਹਿਲਾਂ ਪਤਾ ਕਿ ਪੁਰਾਣੇ ਬਿੱਲ ਆ ਉਹ ਤਾਂ ਮਾਫ ਉਦੋਂ ਹੀ ਹੋ ਜਾਣੇ ਆ। ਇਹ ਕਿੱਡੀ ਕੋ ਗੱਲ ਹੈ? 25-30 ਮਸਲੇ ਇੱਕੋ ਦਿਨ ਲਿਆਉਂਦੇ, ਇੱਕੋ ਕੈਬਨਿਟ 'ਚ ਸਾਰੇ ਹੋ ਸਕਦੇ ਸੀ। ਹੁਣ ਗੱਲ ਤੇ ਆ ਕਿ ਇੱਕ ਦੇ ਬਾਅਦ ਇੱਕ ਮੂਰਖਤਾ ਹੀ ਕਰਦੇ ਤੁਰੇ ਜਾ ਰਿਹਾ। ਕੋਈ ਸਿਆਣਪ ਵਾਲਾ ਫੈਸਲਾ ਸਰਕਾਰ ਨਹੀਂ ਲੈ ਰਹੀ। ਪ੍ਰੋਬਲਮ ਕੀ ਆ? ਜਿਹੜੀ ਆਪਾਂ ਸ਼ੁਰੂ 'ਚ ਇੱਕ ਗੱਲ ਕੀਤੀ, ਕਮਜ਼ੋਰ ਮੁੱਖ ਮੰਤਰੀ। ਜਦੋਂ ਕਮਜ਼ੋਰ ਮੁੱਖ ਮੰਤਰੀ ਹੋਏਗਾ ਤਾਂ ਫਿਰ ਇਹੀ ਹੋਏਗਾ, ਉਹਦੇ ਤੇ ਬਾਕੀ ਲੋਕ ਆ ਵੀ ਹੋਣਗੇ। ਹੁਣ ਹਾਵੀ ਹੋ ਗਿਆ, ਹਾਵੀ ਹੋਣ 'ਚ ਇਹ ਸਾਰਾ ਕੁਝ ਨਿਪਟਦਾ ਤੁਰਿਆ ਜਾ ਰਿਹਾ ਵਾ। ਠੀਕ ਹੈ ਨਾ? ਇਸ ਕਰਕੇ ਇਹ ਜੋ ਕੁਝ ਹੋਇਆ ਵਾ ਇਹ ਹੋਣਾ ਹੀ ਸੀਗਾ। ਪਰ ਇਹਦੇ 'ਚ ਹੁਣ ਸਰਕਾਰ ਛੱਡ ਕੇ ਬੈਠ ਕੇ ਵਿਹਲੇ ਹੋ ਕੇ ਵੀ ਕੁਝ ਨਹੀਂ ਬਚਦਾ। ਮਤਲਬ ਜਿਹੜਾ ਐਡਾ ਹੂਲਾ ਵੀ ਫੱਕਿਆ, ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਕਪਤਾਨ ਨੂੰ ਵੀ ਲਾਂਭੇ ਕੀਤਾ ਤੇ ਇਹ ਚੀਜ਼ ਨਹੀਂ ਹੋ ਸਕਣੀ, ਇਹ ਚੀਜ਼ ਨਹੀਂ ਹੋ ਸਕਣੀ। ਫਿਰ ਦੱਸਿਆ ਜਾ ਸਕਦਾ ਕਿ ਭਾਈ ਕਰਨ ਦੀ ਤਾਂ ਕੋਸ਼ਿਸ਼ ਕੀਤੀ ਸੀ ਪਰ 3 ਮਹੀਨੇ 'ਚ ਇਹ ਚੀਜ਼ਾਂ ਨਹੀਂ ਕਰ ਸਕਦੇ। ਪਰ ਜਿਹੜੀ ਵਾਕਈ ਡਿਵੈਲਪਮੈਂਟ ਹੋ ਸਕਦੀ ਹੈ, ਭਰਤੀਆਂ ਹੋ ਸਕਦੀਆਂ ਨੇ, ਉਹ ਚੀਜ਼ਾਂ ਤਾਂ ਕੁਛ ਨਾ ਕੁਛ ਹੋ ਸਕਦੀਆਂ ਨੇ, ਉਹ ਵੀ ਨਹੀਂ ਹੋਣਗੀਆਂ ਜੇ ਇਦਾਂ ਸਰਕਾਰ ਛੱਡ ਕੇ ਬਹਿ ਜਾਊਗਾ। ਤੇ ਫਿਰ ਸਿੱਧੂ ਵੋਟ ਕਿਸ ਆਧਾਰ ਤੇ ਮੰਗਣ ਜਾਊਗਾ ਕਿ ਮੈਂ ਆਹ ਕੀਤਾ ਸੀ? ਉਹ ਕਹਿਣਗੇ ਸਰਕਾਰ ਤੂੰ ਬਦਲਾ ਲਈ। ਫਿਰ ਤੇਰੇ ਪਸੰਦੀਦਾ ਇੱਕ ਡੀਜੀਪੀ ਜਾਂ ਉਹ ਨਹੀਂ ਲੱਗਿਆ, ਇੱਕ ਤੇਰਾ ਕੈਬਨਿਟ ਮੰਤਰੀ ਠੀਕ ਹੈ ਰਾਣਾ ਗੁਰਜੀਤ ਕੋਲ 2 ਮਹਿਕਮੇ ਨੇ, ਉਹ 2 ਮਹਿਕਮਿਆਂ ਦੀ ਕਾਰਗੁਜ਼ਾਰੀ ਨਿਖਿੱਧ ਰਹੂਗੀ। ਬਾਕੀ ਤੇ ਸਰਕਾਰ ਕੋਲ 15-16 ਮਹਿਕਮੇ ਨੇ, ਬਾਕੀ ਤੇ ਕੰਮ ਕਰ ਸਕਦੇ ਨੇ। ਘਰ 'ਚ ਇੱਕ ਮਾੜਾ ਜੀ ਵੀ ਹੁੰਦਾ, ਕੋਈ ਪਤੀ ਜਾਂ ਪਤਨੀ ਕੋਈ ਮਾੜੀ ਆ ਜਾਂਦੀ ਹੈ, ਬੰਦਾ ਉਹਦੇ ਨਾਲ ਵੀ ਕੱਟਦਾ ਨਿਆਣਿਆਂ ਦੀ ਭਲਾਈ ਦੇ ਵਾਸਤੇ। ਇਹ ਤਾਂ ਨਹੀਂ ਕਿ ਜਿਵੇਂ ਉਹ ਸਿਕੰਦਰ ਨੇ ਉਹ ਪਾਇਆ ਸੀ, ਕਹਿੰਦਾ ਤੀਵੀਂ ਕਹਿੰਦੀ ਆ ਮੈਂ ਇਹਦੇ ਲਈ ਘਰ ਛੱਡ ਦਿੱਤਾ, ਆਦਮੀ ਕਹਿੰਦਾ ਮੈਂ ਇਹਦੇ ਲਈ ਘਰ ਛੱਡ ਦਿੱਤਾ, ਪਰ ਨਿਆਣੇ ਕਿੱਧਰ ਜਾਣ? ਸੋ ਇਸ ਕਰਕੇ ਇਹ ਜੇ ਇੱਕ ਦਾਗੀ ਆ ਗਿਆ, 4 ਦਾਗੀ ਆ ਗਏ, ਬਾਕੀ ਤਾਂ 36 ਤੁਰੇ ਫਿਰਦੇ ਨੇ ਜਿਹੜੇ ਦਾਗੀ ਨਹੀਂ ਹੈਗੇ। ਉਹਨਾਂ ਨੂੰ ਲੈ ਕੇ ਤਾਂ ਵਧੀਆ ਕੰਮ ਕੀਤਾ ਜਾ ਸਕਦਾ ਸੀ। ਜੇ ਕਾਨੂੰਨਨ ਦਿੱਕਤਾਂ ਨੇ ਕਿ ਭਾਈ ਸਾਡੇ ਕੋਲ 3 ਮਹੀਨੇ ਦਾ ਸਮਾਂ ਅਸੀਂ ਨਹੀਂ ਫੜ ਸਕਦੇ ਬਾਦਲਾਂ ਨੂੰ, ਅਸੀਂ ਡਰੱਗ ਮਾਫੀ ਨੂੰ ਨਹੀਂ ਫੜ ਸਕਦੇ, ਕੁਛ ਨਾ ਕੁਛ ਤਾਂ ਕਰ ਸਕਦੇ ਨੇ। ਹੁਣ ਰਿਜ਼ਾਈਨ ਦੇ ਕੇ ਭੱਜ ਗਿਆ, ਇਹ ਤਾਂ ਕੋਈ ਸਿਆਣਪ ਨਹੀਂ ਹੈ ਨਾ ਜੀ। ਕੋਈ ਰਿਜ਼ਾਈਨ ਦੇ ਕੇ ਭੱਜਿਆ ਨਹੀਂ, ਕੋਈ ਕੁਛ ਨਹੀਂ ਹੋਇਆ। ਇਸ ਗੱਲ ਨੂੰ ਇਸ ਐਂਗਲ ਤੋਂ ਨਾ ਦੇਖੋ, ਇਸ ਨੂੰ ਇਸ ਐਂਗਲ ਤੋਂ ਦੇਖੋ ਕਿ ਬੰਦੇ ਨੇ ਜਿੱਥੇ ਸਟੈਂਡ ਲਿਆ ਉੱਥੇ ਸਟੈਂਡ ਲਿਆ। ਨਲਾਇਕੀ ਕਿਹਦੀ ਆ? ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਆ। ਨਲਾਇਕੀ ਕਿਹਦੀ ਆ? ਕਾਂਗਰਸ ਹਾਈ ਕਮਾਂਡ ਦੀ। ਨਲਾਇਕੀ ਕਿਹਦੀ ਆ? ਸੂਬੇ ਦੀ ਬਣੀ ਸਰਕਾਰ ਦੀ ਆ। ਉਹਨਾਂ ਨੂੰ ਕਿਉਂ ਅਸੀਂ ਕਟਹਿਰੇ 'ਚ ਨਾ ਖੜਾ ਕਰੀਏ? ਕਾਹਦੇ ਵਾਸਤੇ? ਸੁੱਖੀ ਰੰਧਾਵਾ ਕੀ ਬੋਲਦਾ ਸੀ ਵਿਧਾਨ ਸਭਾ 'ਚ? ਕਹਿੰਦਾ ਸੀ ਸਾਡੀ ਸਰਕਾਰ ਨਕੰਮੀ ਆ ਜਿਹੜੀ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਦਿੰਦੀ। ਕੀ ਸੁੱਖੀ ਰੰਧਾਵੇ ਨੂੰ ਨਹੀਂ ਪਤਾ ਵੀ ਅਸੀਂ ਕੀ ਬੋਲ ਰਹੇ ਹਾਂ? ਕੀ ਇਹ ਫੜ ਕੇ ਅੰਦਰ ਨਹੀਂ ਸੀ ਦੇਣੇ? ਜਿਹੜੇ ਦੋਸ਼ੀ ਸੀ ਤੁਸੀਂ ਕਿਉਂ ਨਹੀਂ ਦਿੱਤੇ? ਕਿਹਦੀ ਗਲਤੀਆਂ ਨੇ? ਗਲਤੀਆਂ ਮੰਨਣੀਆਂ ਪੈਣਗੀਆਂ। ਇਹ ਕਹਿ ਦਈਏ ਕਿ ਨਵਜੋਤ ਸਿੰਘ ਸਿੱਧੂ ਕੋਲ ਕੀ ਅਲਟਰਨੇਟਿਵ ਸੀ? ਹੁਣ ਅੱਜ ਮੁੱਖ ਮੰਤਰੀ ਕੀ ਕਹਿ ਰਿਹਾ? ਕਹਿੰਦਾ ਦੇਖੋ ਜੀ ਮੇਰੀ ਗੱਲ ਹੋ ਗਈ ਆ, ਮੈਂ ਉਹਨੂੰ ਕਿਹਾ ਆ ਕੇ ਬੈਠ ਕੇ ਮਸਲਾ ਨਿਬੇੜ ਲਾ, ਜਿੱਦਾਂ ਕਹੇਗਾ ਕਰ ਲਾਂਗੇ। ਜਿੱਦਾਂ ਕਹੇਗਾ ਕੀ ਮਤਲਬ ਆ? ਤੁਸੀਂ 2 ਏਲਚੀ ਪਾਏ ਆ, ਤੁਹਾਡੇ ਏਲਚੀ ਜਿਹੜੇ ਆ ਉਹਨਾਂ 'ਚ ਪ੍ਰਗਟ ਸਿੰਘ ਆ ਤੇ ਰਾਜਾ ਅਮਰਿੰਦਰ ਸਿੰਘ ਬੜਿੰਗ ਆਏ ਆ। ਅਗਲੇ ਨੇ ਸਿੱਧਾ ਮਸਲੇ ਰੱਖ ਦਿੱਤੇ, ਪਹਿਲਾਂ ਹੱਲ ਕਰੋ ਉਹਦੇ ਬਾਅਦ ਗੱਲ ਕਰੂੰਗਾ। ਤੇ ਫਿਰ ਹੱਲ ਕਰੋ।
ਤੋਰੋ ਦੋਨਾਂ ਨੂੰ ਬਾਹਰ, ਜਿਨ੍ਹਾਂ ਨੂੰ ਉਹ ਕਹਿ ਰਿਹਾ ਵਾਰ-ਵਾਰ ਕਿ ਤੋਰੋ। ਤੋੜਦੇ ਕਿਉਂ ਨਹੀਂ? ਫਿਰ ਉੱਥੇ ਲੱਤਾਂ ਖਿੱਚਦੇ ਪਿੱਛੇ ਨੂੰ। ਗੱਲ ਤੇ ਹੈ ਕਿ ਲੱਤਾਂ ਤੁਹਾਡੀਆਂ ਵਜਨ ਹੀ ਨਹੀਂ ਚੱਕਣਾ ਜੋਗੀਆਂ। ਜੇ ਲੱਤਾਂ ਵਜਨ ਚੱਕਣ ਜੋਗੀਆਂ ਨਹੀਂ ਸੀ ਤੇ ਮੁੱਖ ਮੰਤਰੀ ਦਾ ਤਾਜ ਸਿਰ ਤੇ ਰੱਖਣਾ ਬਹੁਤ ਸੌਖਾ ਸੀਗਾ। ਪਹਿਲਾਂ ਮਾਲਿਸ਼ ਕਰਾ ਕੇ ਆਉਂਦੇ, ਜੇ ਕੰਮ ਕਰਨਾ ਸੀ ਤਾਂ ਪਤਾ ਹੁੰਦਾ। ਹੁਣ ਮੈਦਾਨ 'ਚ ਉਤਰ ਗਏ ਹੋ, ਕੁਸ਼ਤੀ ਕਰਨ ਆਏ ਹੋ, ਭਲਵਾਨ ਬਣਨਾ ਚਾਹੁੰਦੇ ਤੇ ਭਲਵਾਨ ਬਣਨਾ ਤੇ ਪਹਿਲਾਂ 4 ਦਿਨ ਮੂੰਗਲੀਆਂ ਫੇਰ ਲੈਣੀਆਂ ਚਾਹੀਦੀਆਂ ਸੀ ਤੇ ਮਿੱਟੀ ਦੇ ਖੇਤਾਂ 'ਚ ਲਿਟ ਲੈਣਾ ਚਾਹੀਦਾ ਸੀ। ਮੂੰਗਲੀਆਂ ਫੇਰਨੀਆਂ ਤੇ ਸਰੀਰ ਕਿੱਦਾਂ ਕਮਾਉਣਾ ਤੇ ਕਿੱਦਾਂ ਜਾ ਕੇ ਅੱਗੇ ਜਿਹੜਾ ਵਾ ਉਹ ਬਗਾਨੇ ਪੁੱਤਾਂ ਦੇ ਨਾਲ ਲੜਨਾ ਵਾ। ਹੁਣ ਗੱਲ ਤੇ ਇਹ ਆ ਕਿ ਨਲਾਇਕੀ ਇੱਥੇ ਜਦੋਂ ਪਾਰਟੀ ਨਲਾਇਕੀ ਕਰ ਰਹੀ ਹੋਵੇ, ਸਰਕਾਰ ਨਲਾਇਕੀ ਕਰ ਰਹੀ ਹੋਵੇ ਤੇ ਫਿਰ ਕਪਤਾਨ ਕੀ ਕਰੂਗਾ? ਕਪਤਾਨ ਤੇ ਛੱਡ ਕੇ ਆ ਜਾਊਗਾ। ਉਹ ਕਹੂਗਾ ਠੀਕ ਆ ਜਾਓ, ਜੇ ਨਹੀਂ ਕਰਦੇ ਤੇ ਨਾ ਕਰੋ। ਹੁਣ ਗੱਲ ਤੇ ਰਾਣੇ ਗੁਰਜੀਤ ਨੂੰ ਛੱਡ ਦੋ ਜੀ। ਕਿਉਂ ਛੱਡ ਦੋ? ਲੋਕ ਨਵਜੋਤ ਸਿੱਧੂ ਨੂੰ ਪਹਿਲਾ ਸਵਾਲ ਕਰਨਗੇ ਕਿ ਤੂੰ ਕਿਹਾ ਸੀ ਕਿ ਨਜਾਇਜ਼ ਮਾਈਨਿੰਗ ਰੋਕਾਂਗੇ। ਜਿਹੜਾ ਬੰਦੇ ਦੀ ਨਜਾਇਜ਼ ਕਿਸੇ ਦੇ ਨਾਮ ਦੇ ਉੱਤੇ ਉਹਨੇ ਜਿਹੜੇ ਆ ਲਿਆ ਸੀਗਾ, ਟੈਂਡਰ ਲਏ ਸੀ, ਪਾਏ ਸੀਗੇ, ਉਸ ਬੰਦੇ ਨੂੰ ਰਾਹੁਲ ਗਾਂਧੀ ਨੇ ਸਰਕਾਰ ਤੋਂ ਬਾਹਰ ਕੀਤਾ ਤੇ ਤੇਰੀ ਪ੍ਰਧਾਨਗੀ 'ਚ ਉਹ ਦੁਬਾਰਾ ਮੰਤਰੀ ਬਣ ਗਿਆ। ਤੂੰ ਕਿੱਥੇ ਸੀ? ਕੀ ਜਵਾਬ ਦੇ ਲੂਗਾ? ਕੋਈ ਜਵਾਬ ਹੈ ਉਹਦੇ ਕੋਲੇ? ਦੂਸਰੀ ਗੱਲ ਕਿ ਇੱਕੋ ਗੱਲ ਆਉਂਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਕਿ ਬਰਗਾੜੀ ਬੇਅਦਬੀ ਦੀ ਜਿਹੜੀ ਆ, ਗੋਲੀ ਕਾਂਡ ਦੀ ਜਿਹੜੀ ਆ, ਉਹ ਪੈੜ ਬਾਦਲਾਂ ਦੇ ਘਰ ਵੱਲ ਨੂੰ ਜਾਂਦੀ ਆ। ਕੀ ਗੱਲ ਇਹਨਾਂ ਨੂੰ ਅੱਜ ਤੱਕ ਉਹ ਖੋਜੀ ਨਹੀਂ ਲੱਭਿਆ ਜਿਹੜਾ ਕਹਿੰਦਾ ਸੀਗਾ ਕਿ ਉਹਨਾਂ ਦੇ ਘਰ ਵੱਲ ਨੂੰ ਬੇਅਦਬੀ ਦੀ ਜਿਹੜੀ ਆ ਉਹ ਪੈੜ ਜਾਂਦੀ ਆ? ਲੱਭਿਆ ਨਹੀਂ ਖੋਜੀ ਦੁਬਾਰਾ। ਕਿ ਜਾਂ ਉਹ ਪੁਰਾਣਾ ਜ਼ਮਾਨਾ ਆ ਗਿਆ ਕਿ ਜੀ ਤੋਂ ਮੁਰਗਾ ਤੇ ਬੋਤਲ ਖੋਜੀ ਲੈ ਜਾਂਦਾ ਸੀਗਾ, ਦੂਸਰੇ ਦੇ ਘਰ ਵੱਲ ਨੂੰ ਪੈੜ ਕੱਢ ਦਿੰਦਾ ਸੀ, ਉਹ ਕੰਮ ਕੀਤਾ। ਇਸ ਕਰਕੇ ਕਿਤੇ ਨਾ ਕਿਤੇ ਗੱਲ ਇਹ ਆ, ਨਵਜੋਤ ਸਿੰਘ ਸਿੱਧੂ ਤੁਸੀਂ ਦੇਖ ਲਓ, ਮੈਂ ਵਾਰ-ਵਾਰ ਕਹਿ ਰਿਹਾ, ਇਤਿਹਾਸ ਸਿਰਜਿਆ ਜਾਂਦਾ ਹੁੰਦਾ ਤੇ ਇਤਿਹਾਸ ਸਿਰਜਿਆ ਜਾਣਾ। ਨਵਜੋਤ ਸਿੰਘ ਸਿੱਧੂ ਆਪਦੀ ਜਗ੍ਹਾ ਠੀਕ ਸਟੈਂਡ ਤੇ ਆ। ਕਾਂਗਰਸ ਜਿੱਥੇ ਮਰਜੀ ਜਾਵੇ, ਜੋ ਕੁਛ ਮਰਜੀ ਹੋਵੇ, ਪ੍ਰਧਾਨਗੀ ਜਿਹਨੂੰ ਮਰਜੀ ਦੇਣ। ਕੱਲ ਤੱਕ ਪ੍ਰਧਾਨਗੀ ਕਿਸੇ ਨਾ ਕਿਸੇ ਨੂੰ ਚੱਲ ਜਾਣੀ ਆ। ਜੇ 3 ਮਸਲੇ ਹੱਲ ਨਾ ਹੋਏ, ਪ੍ਰਧਾਨਗੀ ਹੋਰ ਨੂੰ ਜਾਏਗੀ। ਸੁਨੀਲ ਜਾਖੜ ਨੂੰ ਦੇ ਦੇਣ, ਰਮਨੀਤ ਬਿੱਟੂ ਉਧਰ ਆਡੀਆਂ ਨੂੰ ਥੁੱਕ ਲਾਈ ਬੈਠਾ, ਉਹਨੂੰ ਦੇ ਦੇਣ ਜਿਹਨੂੰ ਮਰਜੀ ਹੈ, ਚਲੀ ਜਾਏਗੀ। ਇਹਦੇ 'ਚ ਇੱਕ ਸਵਾਲ ਵੀ ਆਇਆ ਗੁਰਪ੍ਰੀਤ ਕਾਲੋਂ, ਕਹਿੰਦੇ ਜੀ ਭਾਰਤ ਭੂਸ਼ਣ ਵੀ ਕਰਪਸ਼ਨ ਦੇ ਵਿੱਚ ਹੈ ਤੇ ਨਵਜੋਤ ਸਿੰਘ ਸਿੱਧੂ ਸਾਇਲੈਂਟ ਅਬਾਊਟ ਭੂਸ਼ਣ, ਤੇ ਈਵਨ 2-4 ਐਮਐਲਏ ਨੇ ਸ਼ਰਾਬ ਦੀਆਂ ਫੈਕਟਰੀਆਂ ਦਾ, ਉਹਨਾਂ ਦਾ ਵੀ ਰੌਲਾ ਪਿਆ। ਕੁਝ ਐਮਐਲਏ ਨੇ ਰੇਤ ਮਾਫੀ ਨਾਲ ਉਹਨਾਂ ਦੀ ਵੀ ਇਨਵੋਲਵਮੈਂਟ ਰਹੀ ਹੈ ਤੇ ਨੱਕ ਦਾ ਵਾਲ ਸਿੱਧੂ ਦਾ ਉਹ ਵੀ ਬਣੇ ਹੋਏ ਨੇ। ਵਿਵਾਦ ਤੇ ਰਾਜਾ ਵੜਿੰਗ ਨਾਲ ਵੀ ਨੇ ਕਿ ਟੇਲਰ ਦੇ ਪੈਸੇ ਨਹੀਂ ਦਿੱਤੇ ਤੇ ਕੈਬਨਿਟ 'ਚ ਉਹ ਵੀ ਹੈ। ਕੀ ਕਰੋਗੇ ਜਦੋਂ ਦਾਗੀ ਉਹ ਇੰਨੇ ਨੇ ਬਾਈ ਜੀ? ਪਰ ਗੱਲ ਇਹ ਹੈ ਨਾ ਕਿ ਹੁਣ ਤੁਸੀਂ ਇਹ ਵੀ ਹੋਵੇ, ਹੁਣ ਇੱਥੇ ਸਤਜੁਗ 'ਚ ਬੰਦੇ ਕਿੱਥੋਂ ਲਿਆਓਗੇ? ਹੁਣ ਕੁਛ ਅਪਾਇੰਟਮੈਂਟ ਸਿੱਧੂ ਦੇ ਖੇਮੇ 'ਚ ਪਟਵਾਲਵੀ ਸਾਹਿਬ ਦੀ ਹੋਈ ਹੈ ਸਭ ਤੋਂ ਪਹਿਲੀ, ਤੇ ਕੁਛ ਇੱਕ ਸੱਜਣਾ ਤੋਂ ਪਤਾ ਲੱਗਿਆ ਕਿ ਵਿਵਾਦ ਉਹਨਾਂ ਦੇ ਵੀ ਬਹੁਤ ਸਾਰੇ ਰਹੇ ਨੇ। ਉਹ ਅਗਲਾ ਕਹਿੰਦਾ ਜੇ ਇਹ ਸੈਣੀ ਦਾ ਵਕੀਲ ਸੀ ਤੇ ਉਹ ਸਿੱਧੂ ਦਾ ਵਕੀਲ ਸੀ। ਤੇ ਇਹਦੇ 'ਚ ਇਹ ਵੀ ਪ੍ਰੋਬਲਮ ਜਿਹੜੀ ਆ ਰਹੀ ਹੈ। ਤੇ ਗੱਲ ਇਹ ਹੈ ਨਾ, ਤੁਹਾਨੂੰ ਮੌਕਾ ਦਿੱਤਾ ਗਿਆ ਸਰਕਾਰ ਚਲਾਉਣ ਦਾ। 3 ਮਹੀਨੇ ਦਾ ਸਮਾਂ ਥੋੜਾ ਹੁੰਦਾ, ਪਰ ਸਰਕਾਰ ਲਈ ਤੇ ਵੱਡਾ ਸਮਾਂ ਨਾ ਕੰਮ ਕਰਕੇ ਦਿਖਾਉਣ ਦਾ। ਜੇ ਕੰਮ ਬਿਹਤਰ ਕਰਨਗੇ, ਉਹ ਬੇਅਦਬੀ, ਡਰੱਗ ਵੱਡੇ ਇਸ਼ੂ ਨੇ, ਇੰਟਰਨੈਸ਼ਨਲ ਪੱਧਰ ਤੇ ਨਹੀਂ ਰੁਕ ਰਹੀ ਡਰੱਗ। ਅਮਰੀਕਾ ਨਹੀਂ ਰੋਕ ਸਕਿਆ। 60,000 ਬੰਦਾ ਅਮਰੀਕਾ 'ਚ ਪਿਛਲੇ ਸਾਲ ਓਵਰਡੋਜ਼ ਨਾਲ ਮਰਿਆ। ਜੇ ਉਹਨਾਂ ਤੋਂ ਨਹੀਂ ਰੋਕ ਰਿਹਾ, ਠੀਕ ਹੈ, ਪੰਜਾਬ 'ਚ ਸਮੱਸਿਆ ਹੋ ਸਕਦੀ ਹੈ। ਥੋੜਾ ਬਹੁਤਾ ਜਿੰਨਾ ਕਰ ਸਕਦਾ ਕਰੋ, ਪਰ ਬਾਕੀ ਤੇ ਸਰਕਾਰ ਲੋਕਾਂ ਦੀ ਭਲਾਈ ਲਈ ਕੁਛ ਨਾ ਕੁਛ ਕਰੇ। ਕੋਈ ਜੌਬਾਂ ਦੇਵੇ, ਕੋਈ ਜਿਹੜੇ ਆਲਰੇਡੀ ਸਿਲੈਕਟ ਹੋ ਚੁੱਕੇ ਨੇ ਤੇ ਉਹਨਾਂ ਦੇ ਬਾਰੇ ਗੱਲਬਾਤ ਕਰੇ, ਹੈ ਨਾ। ਸੋ ਇਹਦੇ 'ਚ ਦਵਿੰਦਰਪੁਰੀ ਕਹਿੰਦੇ ਸੁਰਿੰਦਰ ਇਜ਼ ਰਾਈਟ ਔਨ ਟਿਵਾਣੇ ਬਾਰੇ ਕੁਐਸਚਨ। ਕੋਈ ਗੱਲ ਨਹੀਂ ਜੀ, ਤੁਹਾਡੇ ਵਿਚਾਰ ਹੋ ਸਕਦੇ ਨੇ, ਜ਼ਰੂਰੀ ਨਹੀਂ ਮੇਰਾ ਤੇ ਸੁਰਿੰਦਰ ਜੀ ਦੇ ਵਿਚਾਰ ਮਿਲਣ। ਪਰ ਗੱਲ ਇਹ ਹੈ ਨਾ, ਮੈਂ ਤਾਂ ਇਸ ਗੱਲ ਨੂੰ ਪਿੱਟਦਾ ਕਿ ਭਾਈ ਹੁਣ ਕਿੱਥੋਂ ਲਿਆਓਗੇ ਸਤਜੁਗੀ ਬੰਦੇ? ਜੇ ਟਿੱਠੇ ਫਰੋਲਣ ਲੱਗੀ, ਜਿਹੜੇ ਸਿੱਧੂ ਨੇ ਭਰਤੀ ਕਰੇ ਨੇ, ਉਹ ਉਹਨਾਂ ਦਾ ਕੀ ਹੀਜ ਪਿਆਜ ਹੈ ਨਾ। ਉਂਗਲੀ ਤੇ ਉਧਰ ਨੂੰ ਵੀ ਜਾਂਦੀ ਹੈ, ਸਾਰਿਆਂ ਵੱਲ ਨੂੰ ਜਾਂਦੀ ਹੈ। ਹੁਣ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਸੀ, ਜਿਹੜੇ ਐਮਐਲਏ ਚਿੱਟੇ ਕੱਪੜੇ ਪਾ ਕੇ ਸੁੱਚੇ ਬਣੇ ਫਿਰਦੇ ਨੇ, ਤੇ ਉਹਨਾਂ ਦੇ ਇਲਾਕਿਆਂ 'ਚ ਕੀ ਕੀਤਾ? ਆਪਣੇ ਇਲਾਕੇ ਦੇ ਲੋਕਾਂ ਨੂੰ ਪੁੱਛ ਲਓ, ਜੀਰੇ ਹਲਕੇ ਜਾ ਕੇ ਪੁੱਛ ਲਓ, ਰਾਜਪੁਰਾ ਘਨੌਰ ਹਲਕਿਆਂ 'ਚ ਜਾ ਕੇ ਹੋਰਾਂ ਦੇ ਪੁੱਛ ਲਓ। ਸੋ ਇਸ ਕਰਕੇ ਉਹ ਪਟਵਾਲਵੀ ਸਾਹਿਬ ਦੇ ਬਾਰੇ ਆ ਪਟਾ ਫਰੋਲਿਆ, ਉਹਨਾਂ ਦਾ ਵੀ ਬਹੁਤ ਕੁਝ ਨਿਕਲਦਾ। ਤੇ ਕਰੋਗੇ ਤਾਂ ਕਰੋਗੇ ਕੀ ਹੈ? ਬਾਕੀ ਇਹ ਹੈ ਕਿ ਜਿੰਨੀ ਦੇਰ ਪਬਲਿਕ ਨੂੰ ਨਹੀਂ ਪਤਾ ਕਿ ਠੀਕ ਹੈ ਜਾਂ ਇਹ ਨਹੀਂ ਠੀਕ, ਉਨੀ ਦੇਰ ਆਪਾਂ ਸਪੋਰਟ ਕਰੀ ਜਾਂਦੇ ਹਾਂ। ਕਿਉਂਕਿ ਜਦੋਂ ਇਸ ਰਾਜਨੀਤਿਕ ਤੰਤਰ ਦੇ ਵਿੱਚ ਸੁਰਿੰਦਰ ਵੀਰ ਆਪਾਂ ਜਾਣਦੇ ਹਾਂ, ਕਿਸੇ ਵੀ ਪਾਰਟੀ ਦਾ ਨੇਤਾ ਕਿਉਂ ਨਹੀਂ ਆਪਾਂ ਮਿਲਦੇ ਤੇ ਲੋਕੀ ਕਿਵੇਂ ਤਰਲੇ ਕਰ ਕਰਕੇ ਫੋਟੋਆਂ ਖਿਚਾਉਂਦੇ ਨੇ ਤੇ ਨਾਲ ਪਾਉਂਦੇ ਨੇ। ਇਹ ਤੇ ਪੱਤਰਕਾਰੀ ਦੇ ਹਾਲ ਹੋ ਗਏ ਨੇ। ਤੇ ਅਸੀਂ ਇਹ ਅਜੇ ਕਿਤੇ ਮਿਲ ਵੀ ਜਾਵੇ ਤਾਂ ਵੀ ਕਹਿੰਦੇ ਯਾਰ ਇਹਦੇ ਨਾਲ ਕੀ ਫੋਟੋ ਲਾਉਣੀ ਹੈ।
ਤੇ ਲੋਕੀ ਫੈਨ ਲੀਡਰਾਂ ਦੇ ਹੋਏ ਪਏ ਨੇ। ਲੋਕਾਂ ਨੂੰ ਤਾਂ ਛੱਡੋ, ਪੱਤਰਕਾਰ ਫੈਨ ਹੋਏ ਪਏ ਨੇ। ਤੇ ਇਸ ਕਰਕੇ ਜਿਹੜਾ ਇਸ ਚੋਂ ਨਿਕਲਦਾ ਕੀ ਹੈ? ਫਿਰ ਘਰ ਛੱਡ ਕੇ ਬੈਠ ਜਾਂਦਾ ਸਿੱਧੂ। ਸਪੋਜ਼ ਕਰੋ ਘਰ ਛੱਡ ਕੇ ਬਹਿ ਗਿਆ, ਤੇ ਅਗਲੀ ਇਲੈਕਸ਼ਨ 'ਚ ਕੀ ਮੂੰਹ ਲੈ ਕੇ ਜਾਏਗਾ? ਤੇ ਉਹਦੀ ਪਤਨੀ ਜਿੱਤ ਜਾਣਗੇ ਇਸ ਕੰਡੀਸ਼ਨ 'ਚ। ਜੇ 5000 ਵੋਟ ਉਹਨੂੰ ਪੈਂਦੀ ਹੈ ਤੇ 2500 ਵੀ ਨਹੀਂ ਮਿਲਣੀ। ਕਰਪਸ਼ਨ ਦੇ ਵਿੱਚ ਵੜ ਕੇ ਲੜਨਾ ਪੈਣਾ ਹੈ। ਨਾਲ ਤੁਹਾਡੇ ਦਾਗੀ ਨੇ, ਮੰਨਿਆ 4-5 ਮਿਨਿਸਟਰ ਦਾਗੀ ਨੇ, ਉਹ ਆਪਣਾ ਮਹਿਕਮੇ ਦਾ ਕੰਮ ਕਰਦੇ ਕਰੀ ਜਾਣ ਦਿਓ। ਬਾਕੀ ਤੁਸੀਂ ਤਾਂ ਆਰਾਮ ਨਾਲ ਚਲਾਓ ਨਾ। ਜੇ ਡੀਜੀਪੀ ਨਹੀਂ ਸੂਤ ਆਉਂਦਾ, ਏਡੀਜੀਪੀ ਨਹੀਂ, ਏਜੀ ਨਹੀਂ ਸੂਤ ਆਉਂਦਾ, ਬਦਲ ਦਿਓ। ਪਰ ਛੱਡ ਕੇ ਘਰੇ ਬਹਿ ਜਾਣਾ ਇਹ ਤਾਂ ਕੋਈ ਹੱਲ ਨਹੀਂ ਹੈ ਨਾ। ਹੁਣ ਆਪਾਂ ਆਇਆ, ਠੀਕ ਹੈ, ਵੱਡੇ ਚੈਨਲ ਛੱਡੇ, ਸਭ ਕੁਝ ਛੱਡਿਆ, ਆਪਣੀ ਕੋਸ਼ਿਸ਼ ਤਾਂ ਕਰ ਰਹੇ ਆ ਨਾ ਜਿੱਥੇ ਬੈਠੇ ਆ। ਉਹ ਇੱਕ ਵੱਖਰੀ ਚੀਜ਼ ਹੈ, ਭਾਵੇਂ ਉਹ ਇੰਡੀਵਿਜੂਅਲ, ਪਰ ਇਹ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਜੇ ਤੁਸੀਂ ਨਹੀਂ ਚਲਾਓਗੇ ਸਰਕਾਰ ਗਿਰ ਜਾਏਗੀ। ਮਲਾਈ ਲਾ ਕੇ ਅਗਲੇ ਲਾਂਭੇ ਹੋ ਜਾਣਗੇ, ਤੇ ਫਿਰ ਸਿੱਧੂ ਕੀ ਮੂੰਹ ਲੈ ਕੇ ਜਾਏਗਾ ਲੋਕਾਂ ਕੋਲ? ਮੈਨੂੰ ਇਹ ਦੱਸੋ। ਕੀ ਫਿਰ ਵੋਟ ਮਿਲ ਜਾਏਗੀ? ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੇ 50% ਵੋਟ ਇਹਦੀ ਨਾ ਉੱਡ ਜੇ। ਇਸ ਨਾਲ ਜਾ ਕੇ ਦਿਖਾਓ। ਅਗਲਾ ਕਹਿੰਦਾ ਤੁਹਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ, ਜੇ 2 ਬੰਦੇ ਤੁਹਾਡੇ ਪਸੰਦ ਦੇ ਨਹੀਂ ਲੱਗੇ ਤਾਂ ਕੋਈ ਨਹੀਂ, ਬਾਕੀ ਤਾਂ ਤੁਹਾਡੇ ਕੋਲ ਸੀਗਾ ਨਾ। ਜੇ ਏਜੀ ਜਾਂ ਡੀਜੀਪੀ ਨਹੀਂ ਸਹੀ ਕੰਮ ਕਰਦਾ, ਉਹ ਨੌਕਰ ਨੇ ਤੁਹਾਡੇ, ਬਦਲ ਕੇ ਉਹ ਮਾਰੋ। ਜੇ 2 ਮਹਿਕਮੇ ਆ, ਰਾਣੇ ਗੁਰਜੀਤ ਦਾ ਜਾਂ ਹੋਰ ਦਾ, ਉਹ ਗਲਤ ਕੰਮ ਕਰਦੇ ਨੇ, ਤੇ ਤੁਸੀਂ ਉਹਦੇ ਤੇ ਰੋਕ ਲਾ ਸਕਦੇ ਹੋ, ਫੰਡਿੰਗ ਰੋਕ ਸਕਦੇ ਹੋ, ਹੋਰ ਬੜਾ ਕੁਝ ਕਰ ਸਕਦੇ ਹੋ, ਉਹਨਾਂ ਨੂੰ ਸੰਮਨ ਕਰ ਸਕਦੇ ਹੋ। ਨਹੀਂ, ਇੱਕ ਮਿੰਟ, ਤੁਸੀਂ ਕਹਿੰਦੇ ਸੰਮਨ ਕਰ ਸਕਦੇ? ਸੰਮਨ ਕੌਣ ਕਰੂ? ਸੰਮਨ ਤਾਂ ਸੀਐਮ ਨੇ ਕਰਨੇ। ਸੀਐਮ ਨੇ ਤਾਂ ਉਹਨੂੰ ਕਹਿ ਕੇ ਬਣਾਇਆ, ਤੇ ਫਿਰ ਸੰਮਨ ਕੌਣ ਕਰੂ? ਨਵਜੋਤ ਸਿੰਘ ਸਿੱਧੂ ਕੌਣ ਹੁੰਦਾ? ਖਾਮਖਾਹ ਹੁੰਦਾ? ਨਵਜੋਤ ਸਿੱਧੂ ਕੋਲੇ ਪਾਵਰ ਕੀ ਹੈ ਦੱਸੋ ਪਹਿਲਾਂ? ਸੀਐਮ ਨੂੰ ਬਣਾਉਣ ਵਿੱਚ ਵੀ ਤਾਂ ਸਿੱਧੂ ਦਾ ਯੋਗਦਾਨ ਹੈ। ਉਹ ਵੀ ਤਾਂ ਬਾਂਹ ਫੜੀ ਫਿਰਦਾ ਕਿ ਸੀਐਮ ਸਾਹਿਬ ਆਹ ਕਰਨਗੇ, ਤੇ ਫਿਰ ਹੁਣ ਇੰਨੇ ਚ ਸੀਐਮ ਕੀ ਮਾੜਾ ਹੋ ਗਿਆ? ਹੁਣ ਮੈਂ ਇਹਦੀਆਂ ਉਦਾਹਰਨਾਂ ਦੇ ਦੇਣਾ, 2 ਮਿੰਟ ਮੇਰੀ ਗੱਲ ਸੁਣ ਲਿਓ। HD ਦੇਵਗੌੜਾ ਨੂੰ ਪ੍ਰਾਈਮ ਮਿਨਿਸਟਰ ਕਿਹਨੇ ਬਣਾਇਆ ਸੀ? ਰਾਮ ਕਿਸ਼ਨ ਹੈਗੜੇ ਹੁੰਦਾ ਸੀ, ਕਰਨਾਟਕ ਦਾ ਸਭ ਤੋਂ ਧੱਕੜ ਲੀਡਰ ਉਹ ਸੀ। ਜਿਹੜੀ ਜਨਤਾ ਪਾਰਟੀ ਸੀ ਉਸ ਵੇਲੇ ਸਭ ਤੋਂ ਧੱਕੜ ਲੀਡਰ ਉਹ ਹੋਇਆ ਕਰਦਾ ਸੀ, ਰਾਮ ਕਿਸ਼ਨ ਹੈਗੜੇ, ਔਰ ਕਰਨਾਟਕ ਤੋਂ ਬੜਾ ਵੱਡਾ ਲੀਡਰ ਸੀ। ਉਹਨੇ ਅੜ ਕੇ ਬਣਾਇਆ ਸੀਗਾ। ਉਹ ਕਹਿੰਦਾ ਨਹੀਂ ਜੀ HD ਦੇਵਗੌੜਾ ਹੋਏਗਾ। HD ਦੇਵਗੌੜੇ ਨੇ ਜਿੱਦਣ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ, ਸਭ ਤੋਂ ਪਹਿਲਾਂ ਰਾਮ ਕਿਸ਼ਨ ਹੈਗੜੇ ਨੂੰ ਪਾਰਟੀ ਚੋਂ ਕੱਢ ਕੇ ਬਾਹਰ ਮਾਰਿਆ ਉਹਨੇ। ਕਹਿੰਦਾ ਚੱਲ, ਬੋਰੀ ਬਿਸਤਰਾ ਲਪੇਟਤਾ, ਵਿਚਾਰੇ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਇਹ ਸਿਆਸਤ ਆ। ਦੂਸਰੀ ਗੱਲ, GK ਮੂਪਨਾਰ ਨੂੰ ਬਣਾਉਂਦੇ ਸੀਗੇ ਪ੍ਰਾਈਮ ਮਿਨਿਸਟਰ, ਤੇ ਆਕੜਿਆ ਕੌਣ? ਆਕੜਿਆ ਲਾਲੂ ਪ੍ਰਸਾਦ ਯਾਦਵ। ਕਹਿੰਦਾ ਨਹੀਂ ਜੀ IK ਗੁਜਰਾਲ ਬਣੇਗਾ, ਅਸੀਂ ਕਿਸੇ ਨੂੰ ਹੋਰ ਨੂੰ ਨਹੀਂ ਬਣਨ ਦੇਣਾ। ਨਾ ਜੋਤੀ ਬਾਚੂ ਆਊਗਾ, ਨਾ ਮੂਪਨਾਰ ਆਏਗਾ, ਕੋਈ ਨਹੀਂ ਆਏਗਾ। ਜਿੱਦਣ IK ਗੁਜਰਾਲ ਨੂੰ ਬਣਾਇਆ, IK ਗੁਜਰਾਲ ਨੇ ਸਭ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੂੰ ਪਾਰਟੀ ਚੋਂ ਕੱਢਤਾ ਬਾਹਰ। ਉਹਨੇ ਜਾ ਕੇ ਆਪਦੀ ਰਾਸ਼ਟਰੀ ਜਨਤਾ ਦਲ ਬਣਾਈ। ਇਹ ਹਾਲਤ ਸਿਆਸਤ ਦੀ ਹੈ। ਇਸ ਕਰਕੇ ਭੁੱਲ ਜਾਓ ਕਿ ਠੀਕ ਆ, ਉਹ ਲੈ ਕੇ ਚੱਲਿਆ, ਉਹ ਨਾਲ ਤੁਰਿਆ। ਜਦੋਂ ਬਾਂਹ ਛੁਡਾ ਕੇ ਭੱਜ ਗਿਆ ਤੇ ਕੀ ਕਰਦਾ ਨਵਜੋਤ ਸਿੱਧੂ? ਉਹਦੇ ਬਾਅਦ ਕੀ ਕਰਦਾ ਨਵਜੋਤ ਸਿੱਧੂ? ਕੋਲੇ ਕੀ ਸੀ? ਉਹਦੇ ਕੋਲ ਕਿਹੜੀ ਗਿੱਦੜ ਸਿੰਘੀ ਆ? ਨਵਜੋਤ ਸਿੱਧੂ ਦਾ ਕਹਿਣਾ ਸਿਪਾਹੀ ਨਹੀਂ ਮੰਨੂਗਾ, ਇੱਕ ਜਿੱਥੇ ਮਰਜ਼ੀ ਭੱਜ ਲਵੇ। ਪਾਵਰ ਕਿਹਦੇ ਕੋਲੇ ਆ? ਟਰਾਂਸਫਰਾਂ ਕਿਹਨੇ ਕਰਨੀਆਂ ਨੇ? ਟਰਾਂਸਫਰਾਂ ਤਾਂ ਕਰਨੀਆਂ ਨੇ ਮੁੱਖ ਮੰਤਰੀ ਨੇ। ਮੁੱਖ ਮੰਤਰੀ ਕੋਲੇ ਪਾਵਰ ਆ, ਉਹਦੇ ਇਰਦ ਗਿਰਦ ਮੰਤਰੀ ਬੈਠੇ ਨੇ। ਵਿਚਾਰੇ ਦੀ ਜਿਹੜਾ ਸਟੇਟ ਪ੍ਰਧਾਨ ਹੁੰਦਾ ਪਾਰਟੀ ਦਾ, ਉਹਦੀ ਤਾਂ ਕੀ ਕਹਿੰਦੇ ਹੁੰਦੇ, ਅਰਦਲੀ ਜਿੰਨੀ ਬੁਕਤ ਨਹੀਂ ਹੁੰਦੀ। ਤੇ ਫਿਰ ਉਹਦਾ ਭੱਜਣਾ ਸੁਭਾਵਿਕ ਸੀ, ਉਹਨੇ ਜਾਣਾ ਹੀ ਜਾਣਾ ਸੀ। ਹੋਰ ਜਾਂਦਾ ਤੇ ਕਿੱਥੇ ਜਾਂਦਾ? ਫਿਰ ਬਣਿਆ ਕਿਉਂ? ਪ੍ਰਧਾਨ ਬਣਦਾ ਹੀ ਨਹੀਂ ਜੇ ਪਾਵਰ ਨਹੀਂ। ਮੇਰੀ ਗੱਲ, ਇੱਕ ਮਿੰਟ, ਜਦੋਂ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕੀਤਾ, ਉਹਨਾਂ ਨੇ ਬਣਾਤਾ, ਤਾਂ ਉਦੋਂ ਬਣ ਗਿਆ। ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ CM ਚੇਂਜ ਹੋਏਗਾ। ਉਦੋਂ ਇਹ ਵੀ ਪਤਾ ਸੀ ਉਹਦੇ ਨਾਲ ਇੱਟ ਕੜੀਕਾ ਰਹੇਗਾ। ਹੁਣ ਕਿਸੇ ਨੂੰ ਪਤਾ ਸੀ ਇਹ ਬਣੇਗਾ, ਇਹ ਬਣ ਗਿਆ। ਇਸ ਤੋਂ ਪਹਿਲਾਂ ਇੱਕ ਦਿਨ 'ਚ ਅਗਲੇ ਨੇ 5 ਚੇਂਜ ਕਰ ਲਏ, ਤੇ 5 ਚੇਂਜ ਕਰ ਲਏ, 5 'ਚ ਜਿਹੜਾ ਆਇਆ ਉਹਨੇ ਵੀ ਕੜੀ ਘੋਲ ਦਿੱਤੀ। ਤੇ ਫਿਰ ਨਵਜੋਤ ਸਿੱਧੂ ਕਿੱਥੇ ਜਾਵੇ? ਹੁਣ ਗੱਲ ਤੇ ਆ ਕਿ ਤੁਸੀਂ ਇੱਕ ਗੱਲ ਨੂੰ ਤਾਂ ਸਮਝੋ ਨਾ ਕਿ APS ਦਿਓਲ ਨੂੰ ਬਰੀ ਕਰ ਦਿਓਗੇ? ਉਹਨੇ ਜਿਸ ਤਰ੍ਹਾਂ ਸਮੇਤ ਸੈਣੀ ਨੂੰ ਰਿਲੀਫ ਦਵਾਈ ਆ ਮਾਰਚ 2022 ਤੱਕ ਦੀ, ਉਹ ਕਿਹੜੇ ਹਿਸਾਬ ਨਾਲ ਮਿਲੀ ਆ? ਕੀ ਉਹਨੂੰ ਬਰੀ ਕਰ ਦਿਓਗੇ? ਉਹਨੇ ਪਰਮਰਾਜ ਉਮਰਾ ਨੰਗਲ ਨੂੰ ਉਹਦੇ 'ਚ ਜ਼ਮਾਨਤ ਦਵਾਈ ਆ, ਚਰਨਜੀਤ ਸ਼ਰਮਾ ਨੂੰ ਰਿਲੀਫ ਦਵਾਈ ਆ, ਸਾਰੇ ਬੰਦਿਆਂ ਨੂੰ ਉਹਨੇ ਦਵਾਈ ਆ। ਜਿੰਨਾ ਬਰਗਾੜੀ, ਬਹਿਬਲ ਕਲਾਂ, ਬੁਰਜਵਾਰ ਸਿੰਘ ਵਾਲਾ, ਉਹ ਜਿੰਨਾ ਪੂਰੇ ਦਾ ਪੂਰਾ ਇੰਸੀਡੈਂਟ ਆ, ਉਹਦੇ ਸਾਰੇ ਦੇ ਸਾਰੇ ਵਿੱਚ ਸਟੇਟ ਦੇ ਵਿਰੁੱਧ ਭੁਗਤਿਆ APS ਦਿਓਲ, ਤੇ ਉਹਨੂੰ ਲਿਆ ਕੇ ਤੁਸੀਂ AG ਲਾਉਂਦੇ ਹੋ। ਉਹ ਕੀ ਮੈਸੇਜ ਆ? ਫਿਰ ਦੂਸਰੀ ਗੱਲ, ਜਿਹੜਾ ਤੁਸੀਂ DGP ਲਾਉਂਦੇ ਹੋ, ਉਹ DGP ਨੇ ਉਸ ਵੇਲੇ ਦੀ ਸਰਕਾਰ ਨੂੰ ਬਰੀ ਕੀਤਾ ਸੀ, ਤੇ ਲਿੰਕ ਜਿਹੜੇ ਉਹ ਵਿਦੇਸ਼ ਨਾਲ ਜੋੜੇ ਸੀ, ਤੇ ਮੁੜ ਕੇ ਫੜੇਗਾ ਸਰਸੇ ਵਾਲੇ ਦੇ ਚੇਲੇ। ਫਿਰ ਕੀ ਉਹਨੂੰ DGP ਲਾਉਂਗੇ? ਕਿਹੜੇ ਮੂੰਹ ਨਾਲ ਲਾਇਆ? ਹੁਣ ਸਵਾਲ ਤਾਂ ਲੋਕ ਚੱਕਣਗੇ।
ਪਰ ਉਹਦੇ ਨਾਲ ਚੰਗਾ ਹੁੰਦਾ ਕਿ ਜਦੋਂ ਉਹਨਾਂ ਸਵਾਲਾਂ ਦੇ ਘੇਰੇ 'ਚ ਆਉਣੇ ਚੁੱਪ ਕਰਕੇ ਛੱਡ ਕੇ ਘਰੇ ਬੈਠ ਜਾਓ, ਕਹੋ ਜੀ ਮੈਨੂੰ ਨਹੀਂ ਜ਼ਰੂਰਤ ਆ, ਸਾਂਭੋ ਲੈ ਜਾਓ ਜਿਹਨੂੰ ਲੈਣਾ। ਔਰ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ, ਇਹ ਮਸਲਾ ਨਹੀਂ ਨਿਪਟੇਗਾ ਕੱਲ ਸ਼ਾਮ ਤੱਕ ਨਵਜੋਤ ਸਿੱਧੂ ਪ੍ਰਧਾਨ ਨਹੀਂ ਹੋਏਗਾ। ਜਦੋਂ ਨਵਜੋਤ ਸਿੱਧੂ ਪ੍ਰਧਾਨ ਨਹੀਂ ਹੋਏਗਾ ਤੇ ਉਹ ਤੇ ਉਹਦੀ ਪਤਨੀ ਚੋਣ ਵੀ ਨਹੀਂ ਲੜਨਗੇ। ਇਹ ਵੀ ਬਹੁਤ ਸਪਸ਼ਟ ਆ। ਨਵਜੋਤ ਸਿੱਧੂ ਐਡਾ ਬੇਵਕੂਫ ਨਹੀਂ ਹੈ। ਜੇ 2014 ਚ ਪਾਰਟੀ ਹਾਈ ਕਮਾਂਡ ਨੇ ਕਿਹਾ ਸੀ, ਗੱਲ ਚੁੱਪ ਕਰਕੇ ਬਹਿ ਗਿਆ ਸੀ। ਈਵਨ ਕਿ ਅਰੁਣ ਜੇਤਲੀ ਨੇ ਜ਼ੋਰ ਲਾਇਆ ਸੀ, ਕਹਿੰਦਾ ਅੰਮ੍ਰਿਤਸਰ ਆ ਜਾ, ਉਹ ਕਹਿੰਦਾ ਮੈਂ ਨਹੀਂ ਆਉਂਦਾ, ਲੜੂੰਗਾ ਤਾਂ ਮੈਂ ਲੜੂੰਗਾ, ਨਹੀਂ ਤੇ ਜਾ ਲੜ ਲਾ, ਦੇਖ ਲਾ ਆਹ ਹਸ਼ਰ ਦੇਖ ਲਈ ਤੇਰਾ ਕੀ ਹੁੰਦਾ। ਤੇ ਜੋ ਹਸ਼ਰਾਂ ਨੂੰ ਜੇਤਲੀ ਦਾ ਹੋਇਆ ਉਹ ਸਾਰਿਆਂ ਦੇ ਸਾਹਮਣੇ ਸੀ। ਇੱਕ ਸਵਾਲ ਆਇਆ ਸੁਰਿੰਦਰ ਵੀਰ, ਇਹ ਕਹਿ ਦਈਏ ਅਸੀਂ ਕਿ ਉਹ ਪ੍ਰਧਾਨ ਕਿਉਂ ਬਣਿਆ? ਪ੍ਰਧਾਨ ਹੁਣ ਹਾਈ ਕਮਾਂਡ ਨੇ ਕਿਹਾ ਕਿ ਅਸੀਂ ਤੈਨੂੰ ਬਣਾਉਣਾ, ਉਹ ਕਹਿੰਦਾ ਠੀਕ ਆ ਬਣ ਗਿਆ, ਨਹੀਂ ਤਾਂ ਬੈਠਾ ਹੀ ਸੀਗਾ। ਉਹ ਕਿਹੜਾ ਕੁਝ ਕਰ ਰਿਹਾ ਸੀਗਾ? ਹਾਈ ਕਮਾਂਡ ਨੇ ਪਹਿਲਾਂ ਨਹੀਂ ਸੀ ਪੁੱਛੀ, ਉਹ ਬੈਠ ਗਿਆ ਸੀ ਆਰਾਮ ਨਾਲ। ਜੇ ਨਾ ਪੁੱਛਦੀ ਤਾਂ ਹੁਣ ਵੀ ਨਾ ਬਣਦਾ, ਆਪੇ ਨਾ ਬਣਦਾ। ਗੱਲ ਤੇ ਇਹ ਹੈ ਨਾ ਵੀ ਜਦੋਂ ਜਿਹੜੇ ਨੂੰ ਮੁੱਖ ਮੰਤਰੀ ਬਣਾਇਆ ਉਹਦੇ ਨਾਲ ਜਿਹੜੇ ਬਾਕੀ 4 ਬੰਦੇ ਰਲੇ, ਜੇ ਹੁਣ ਇੱਕ ਦੇ ਬਾਅਦ ਇੱਕ ਗਲਤ ਕੰਮ ਕਰੀ ਜਾਣਗੇ, ਕੀ ਨਵਜੋਤ ਸਿੱਧੂ ਦੀ ਇਮਾਨਦਾਰੀ ਤੇ ਸ਼ੱਕ ਹੋ ਸਕਦਾ? ਪ੍ਰਗਟ ਸਿੰਘ ਦੀ ਇਮਾਨਦਾਰੀ ਤੇ ਸ਼ੱਕ ਹੋ ਸਕਦਾ? ਸੁਣ ਲਓ ਯਾਰ, ਠੀਕ ਹੈ ਨਾ। ਸੁਰਿੰਦਰ ਇੱਕ ਰੁਕਦੇ ਨਹੀਂ ਤੁਸੀਂ, ਛੇਤੀ ਕੀਤੇ, ਚਲੋ ਕੋਈ ਨਹੀਂ, ਮੈਨੂੰ ਆਵਾਜ਼ ਨਹੀਂ ਆ ਰਹੀ ਸੀਗੀ ਤੁਹਾਡੀ। ਓਕੇ, ਵੇਗ ਬਣਿਆ ਹੁੰਦਾ, ਕੋਈ ਨਹੀਂ। ਤੇ ਸੁਰਿੰਦਰ ਵੀਰ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਆ, ਹਾਈ ਕਮਾਂਡ ਦਾ ਜਾਂ ਪਾਰਟੀ ਪ੍ਰਧਾਨ ਦਾ ਕੋਈ ਪ੍ਰੋਟੋਕੋਲ ਨਹੀਂ ਹੈ। ਉਹਨੇ 4 OSD ਲਾਏ, ਠੀਕ ਹੈ। ਜਗਤਾਰ ਸਿੰਘ ਸਿੱਧੂ ਇੱਕ ਸੰਜੀਦਗੀ ਨਾਲ ਜਰਨਲਿਜ਼ਮ ਕਰਦੇ ਨੇ, ਉਹ ਲਾਤੇ, ਠੀਕ ਹੈ, ਸੰਜੀਦਾ ਨੇ ਚਲਾ ਰਹੇ ਨੇ, ਠੀਕ ਹੈ। ਮਾਲੀ ਲਾਇਆ, ਕੀ ਮਾਲੀ ਵਿਵਾਦਤ ਨਹੀਂ ਹੈ? ਪਿਆਰੇ ਲਾਲ ਗਰਗ ਲਾਇਆ, ਦੇਖਣ ਨੂੰ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ, ਉਹਨਾਂ ਦਾ ਪੁਰਾਣਾ ਹਿਸਟਰੀ ਚੱਕ ਲਓ, ਕੀ ਵਿਵਾਦਤ ਨਹੀਂ ਹੈ। ਸੁਰਿੰਦਰ ਡੱਲਾ ਲਾਇਆ, ਇੱਕ ਪੱਤਰਕਾਰ ਲਾਇਆ, ਕੀ ਉਹਦਾ ਸਾਰਾ ਕੁਝ ਠੀਕ ਹੈ? ਤੇ ਮੁਸਤਫਾ ਲਾਇਆ, ਮੁਸਤਫੇ ਨੂੰ ਪ੍ਰਧਾਨ ਬਣਾਇਆ, ਮੁਹੰਮਦ ਮੁਸਤਫਾ ਨੂੰ। ਤੁਸੀਂ ਰਹੇ ਉਸ ਮੂਵਮੈਂਟ 'ਚ, ਵੇਖਿਆ ਕੀ ਨਹੀਂ ਹੋਇਆ। ਮੁਸਤਫੇ ਦੀ ਵਾਈਫ ਵੀ ਵਜ਼ਾਰਤ 'ਚ ਰਹੀ ਹੈ 4 ਸਾਲ, ਉਹ ਵੀ ਜ਼ਿੰਮੇਵਾਰ ਹੈ ਜੇ ਕੁਝ ਨਹੀਂ ਸਹੀ ਕਰ ਸਕੀ। ਮੁਸਤਫੇ ਨੂੰ ਬਰਾਬਰ ਦਾ ਉਹਦਾ ਮਿਲਿਆ, ਉਹ ਸੈਟੀਸਫਾਈ ਹੋ ਗਿਆ ਕਿ ਮੁੱਖ ਸਲਾਹਕਾਰ ਹੋਣਾ ਚਾਹੀਦਾ, ਮੈਂ ਤਾਂ ਮੇਰੇ ਮੂਹਰੇ ਤਾਂ ਮੁੱਖ ਲੱਗਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਹ ਟੀਮ ਚੁਣੀ ਆ 5 ਮੈਂਬਰੀ, ਇਹ ਸਾਰਾ ਕੁਝ ਇਹਦਾ ਦੁੱਧ ਧੋਤਾ ਸੀ, ਮੁਸਤਫਾ ਦੁੱਧ ਧੋਤਾ ਸੀ। ਉਹ ਵਜ਼ਾਰਤ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਮੈਂ ਠੀਕ ਹੈ, ਮੰਨਦਾ ਕਿ ਰਾਣਾ ਗੁਰਜੀਤ ਵਿਵਾਦਤ ਰਹੇ, ਦੂਜੇ ਵਿਵਾਦਤ ਰਹੇ, ਪਾਰਟੀ ਨੇ ਬਾਈ ਜੀ ਸਭ ਕੁਝ ਵੇਖਣਾ ਹੁੰਦਾ। ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੇ 5 ਮੈਂਬਰ ਚੁਣੇ, ਠੀਕ ਹੈ। ਜਗਤਾਰ ਸਿੰਘ ਸਿੱਧੂ ਤੇ ਕੋਈ ਬਹੁਤਾ ਇਸ਼ੂ ਨਹੀਂ ਉੱਠਦਾ, ਵਧੀਆ ਜਰਨਲਿਜ਼ਮ ਉਹਨਾਂ ਨੇ ਜਿੰਨੀ ਦੇਰ ਹੈ ਠੀਕ ਹੈ ਕੀਤੀ ਹੈ, ਪਰ ਕਈਆਂ ਨੂੰ ਉਹਨਾਂ 'ਚ ਵੀ ਉਜ਼ਰ ਹੁੰਦਾ ਹੋਏਗਾ। ਪਰ ਬਾਕੀ ਉਹਨੇ ਜਿਹੜੇ 5 ਮੈਂਬਰ ਚੁਣੇ ਉਹ ਸਾਰੇ ਦੁੱਧ ਧੋਤੇ ਹੋ ਗਏ। ਆਪ ਕੀ ਕੀਤਾ ਸਿੱਧੂ ਨੇ? ਜੀ ਸੁਰਿੰਦਰ, ਮੁਸਤਫਾ ਨੇ ਜੋ ਕੁਝ ਕੀਤਾ, ਤੁਹਾਨੂੰ ਤੁਸੀਂ ਤਾਂ ਨਿੱਜੀ ਤੌਰ ਤੇ ਜਾਣਦੇ ਹੋ। ਨਹੀਂ ਮੈਂ ਇਕਬਾਲਪ੍ਰੀਤ ਸੋਤਾ ਦਾ ਗਲਤ ਹੋ ਗਿਆ, ਵਜ਼ਾਰਤ ਨੇ ਚੁਣਤਾ, ਉਹ ਗਲਤ ਹੋ ਗਿਆ। ਮੁਸਤਫਾ ਤਾਂ ਆਪ ਇਹਨੇ ਚੁਣ ਕੇ ਲਾਇਆ, ਇਹਦੀ ਕੀ ਮਜਬੂਰੀ ਸੀ ਮੁਸਤਫਾ ਨੂੰ ਸਲਾਹਕਾਰ ਲਾਉਣਾ? ਜੀ ਕੰਟੀਨਿਊ। ਦੇਖੋ, ਜਦੋਂ ਲੱਗੇ ਆ, ਪਹਿਲੀ ਗੱਲ ਮੈਂ ਕਲੀਅਰ ਕਰ ਦਿਆਂ, ਮੈਂ ਨਵਜੋਤ ਸਿੰਘ ਸਿੱਧੂ ਨੂੰ ਪਰਸਨਲੀ ਜਾਣਦਾ ਔਰ ਮੈਂ 1987 ਦਸੰਬਰ ਤੋਂ ਬਾਅਦ ਦਾ ਨਹੀਂ ਮਿਲਿਆ ਹੋਇਆ। ਅੱਜ ਮੇਰੇ ਖਿਆਲ 34 ਕੋ ਸਾਲ ਹੋ ਜਾਣੇ ਆ। ਔਰ 1987 ਦਾ ਉਹ ਵੀ ਜਦੋਂ ਫਿਰ ਇਹ ਕ੍ਰਿਕਟ ਟੀਮ 'ਚ ਖੇਡਣ ਲਈ ਨਿਕਲ ਗਿਆ, ਉਦੋਂ ਕਿਤੇ ਆਇਆ ਹੋਇਆ ਸੀ। ਇਹਦਾ ਯੂਨੀਵਰਸਿਟੀ ਹੁੰਦਾ ਸੀ, ਮੈਂ ਚੱਲਿਆ ਆ ਗਿਆ, ਚਾਹ ਪੀ ਕੇ ਚਲਾ ਗਿਆ, ਇੰਨਾ ਕੋਈ ਦਾ ਕੰਮ ਹੁੰਦਾ ਸੀ। ਪੱਗ ਵੀ ਨਹੀਂ ਸੀ ਬੰਨ ਕੇ ਆਉਂਦਾ ਹੁੰਦਾ, ਉਦਾਂ ਹੀ ਪਟਕੀ ਜਿਹੜੀ ਸੀ ਉਹ ਬੰਨ ਕੇ ਆ ਜਾਂਦਾ ਹੁੰਦਾ ਸੀਗਾ। ਇਹਦਾ ਕੰਮ ਇਹੀ ਹੁੰਦਾ ਸੀ, ਟਰੈਕ ਸੂਟ 'ਚ ਇਹਨੇ ਆਣ ਵੜਨਾ ਹੁੰਦਾ ਸੀ। ਮੈਂ 1987 ਦਸੰਬਰ ਦਾ ਉਸ ਬੰਦੇ ਨੂੰ ਆਮੋ ਸਾਹਮਣੇ ਮਿਲਿਆ ਹੋਇਆ ਅੱਜ ਤੱਕ, ਨਹੀਂ ਤੇ ਉਹ ਵੀ ਪੰਜਾਬ 'ਚ ਰਿਹਾ ਤੇ ਮੈਂ ਵੀ ਰਿਹਾ, ਕਦੀ ਅਸੀਂ ਆਮੋ ਸਾਹਮਣੇ ਅੱਜ ਤੱਕ ਹੋਏ ਨਹੀਂ। ਪਰ ਜਿਹੜਾ ਸੱਚ ਆ ਉਹ ਸੱਚ ਆ, ਜਿੱਥੇ ਗਲਤ ਆ ਉੱਥੇ ਆਪਾਂ ਗਲਤ ਸੀ। ਜੇ ਮਾਲਵਿੰਦਰ ਮਾਲੀ ਵਾਲੀ ਗੱਲ ਉੱਠੀ ਸੀ ਤੇ ਆਪਾਂ ਦੋਨੋਂ ਬੰਦੇ ਸੀ ਜਿਨ੍ਹਾਂ ਸਭ ਤੋਂ ਪਹਿਲਾਂ ਕਿਹਾ ਸੀ ਕਿ ਉਹਦਾ ਪੱਠਾ ਵੱਧ ਇਹਨਾਂ ਬਿਠਾਇਆ ਤੇ ਪਿਆਰਾ ਲਾਲ ਗਰਗ ਨੇ ਬਿਠਾਇਆ। ਜਿਹੜੀਆਂ ਪੋਸਟਾਂ ਨਹੀਂ ਸੀ ਪਾਉਣੀਆਂ ਚਾਹੀਦੀਆਂ ਉਹ ਪਾ ਦਿੱਤੀਆਂ ਗਈਆਂ। ਆਪਾਂ ਉਦੋਂ ਵੀ ਵਿਰੋਧ ਕੀਤਾ ਸੀ, ਜੇ ਉਹਦੇ ਕੋਲ ਗਲਤ ਸੀ ਤੇ ਆਪਾਂ ਕਿਹੜਾ ਨਹੀਂ ਵਿਰੋਧ ਕੀਤਾ, ਠੀਕ ਹੈ। ਜੇ ਮੁਹੰਮਦ ਮੁਸਤਫਾ ਆਇਆ ਆਪਾਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਗਲਤ ਸੀ, ਨਹੀਂ ਸੀ ਲੈਣਾ ਚਾਹੀਦਾ। ਜਾਂ ਤਾਂ ਹੋਵੇ ਕਿ ਅਸੀਂ ਵਿਰੋਧ ਨਹੀਂ ਕੀਤਾ। ਹਾਂ, ਜਗਤਾਰ ਸਿੱਧੂ ਦਾ ਸੀਗਾ, ਜਗਤਾਰ ਸਿੱਧੂ ਤੁਹਾਨੂੰ ਵੀ ਜਾਣਦਾ, ਮੈਨੂੰ ਵੀ ਜਾਣਦਾ ਆਪਾਂ ਨੂੰ, ਪਰ ਆਪਾਂ ਕਿਹਾ ਸੀਗਾ ਉਹ ਵਿਵਾਦਤ ਬੰਦਾ ਨਹੀਂ ਹੈ, ਠੀਕ ਹੈ। ਉਹਨੇ ਆਪਾਂ ਆਪਣੇ ਤੇ ਕਿਉਂ ਲੈਨੇ ਹੋ ਤੁਸੀਂ? ਆਪਣੀ ਠੀਕ ਹੈ, ਤੁਹਾਡੇ ਨਾਲ ਠੀਕ ਹੈ ਰਿਹਾ ਸਿੱਧੂ ਦਾ ਜਿੰਨਾ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ, ਮੈਂ ਇਹ ਨਹੀਂ ਕਹਿੰਦਾ, ਮੇਰੀ ਭਾਵਨਾ ਇਹ ਨਹੀਂ ਕਿ ਤੁਸੀਂ ਉਹਨੂੰ ਸ਼ੈਲਟਰ ਕਰ ਰਹੇ ਹੋ ਜਾਂ ਮੈਂ ਉਹਦੀ ਵਿਰੋਧਤਾ ਕਰ ਰਿਹਾ। ਆਪਾਂ ਤਾਂ ਉਹਨੂੰ ਕੀਤਾ। ਮੇਰੇ ਕਹਿਣ ਦਾ ਮਤਲਬ ਹੈ ਜੇ ਆਪਾਂ ਨੂੰ ਛੱਡ ਕੇ ਲੋਕ ਰਾਏ ਦੇ ਵਿੱਚ ਵੇਖਿਆ ਜਾਵੇ, ਇਹ ਠੀਕ ਹੈ ਕਿ ਵਜ਼ਾਰਤ 'ਚ ਭਰਤ ਭੂਸ਼ਣ ਆਸ਼ੂ ਹੈ ਜਾਂ ਰਾਣਾ ਗੁਰਜੀਤ ਹੈ, ਕੁਝ ਵਿਵਾਦ ਨੇ ਉਹਨਾਂ ਤੇ ਉਹ ਜੇ ਵਜ਼ਾਰਤ ਲੈਂਦੀ ਹੈ ਯਾਰ, ਉਹਨਾਂ ਦੀਆਂ ਵੀ ਮਜਬੂਰੀਆਂ ਹੋਣਗੀਆਂ ਨਾ, ਉਹਨਾਂ ਨੇ ਵੀ ਸਾਰੇ ਖੇਮੇ ਵੇਖਣੇ ਨੇ। ਹੁਣ ਬਿਆਨ ਸਿੰਘ ਦਾ ਪਰਿਵਾਰ ਹੈ, ਕਿਵੇਂ ਨਕਾਰ ਦੂਗੀ ਹਾਈ ਕਮਾਂਡ? ਰਵਨੀਤ ਬਿੱਟੂ MP ਹੈ, ਕਿਵੇਂ ਨਕਾਰ ਦੂਗੀ ਹਾਈ ਕਮਾਂਡ ਉਹਨਾਂ ਦੀ ਗੱਲ?
ਹਿੰਦੂ ਵੋਟ ਬੈਂਕ ਆ ਲੁਧਿਆਣੇ ਦੇ ਵਿੱਚ, ਕਿਵੇਂ ਨਕਾਰ ਦੇਣਗੇ ਉਹਨੂੰ, ਭਾਵੇਂ ਲੱਖ ਵਿਵਾਦਤ ਹੈ ਭਾਰਤ ਭੂਸ਼ਣ ਆਸ਼ੂ। ਪਰ ਜੇ ਸਿੱਧੂ ਆਪਣੇ 5 ਬੰਦੇ ਚੁਣਦਾ ਤਾਂ ਸਿੱਧੂ ਤੇ ਕਿਹੜੇ ਉੱਤੇ ਪਹਾੜ ਪਿਆ ਸੀਗਾ ਕਿ ਉਹਨੇ ਇਹੀ ਚੁਣਨੇ ਨੇ। ਮੁਸਤਫੇ ਉਹਨੇ ਸਾਰੇ ਸਹੀ ਹੋ ਗਏ। ਜੇ ਉਹਨਾਂ ਦਾ ADGP ਸੋਤਾ ਲਾਇਆ ਉਹ ਗਲਤ ਹੋ ਗਿਆ। ਯਾਰ ਜੇ ਹੁਣ ਚੁਣਿਆ, ਇਹ ਪਤਾ ਕਿ ਸਿੱਧੂ ਇਹਨਾਂ ਦੀ ਵਿਰੋਧਤਾ ਕਰਦਾ, ਇਹ ਆਪਾਂ ਨੂੰ ਵੀ ਪਤਾ ਵੀ ਉਹਨਾਂ ਤੇ ਸੈਟੀਸਫਾਈ ਨਹੀਂ ਹੈ, ਤੇ ਲੋਕਾਂ ਨੂੰ ਇਹ ਪਤਾ, ਲੋਕ ਉਸ ਮਾਮਲੇ 'ਚ ਸਿੱਧੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਗੇ ਕਿ ਇਕੱਲੇ ਸਿੱਧੂ ਨੇ ਥੋੜੀ ਵਜ਼ਾਰਤ ਘੜੀ ਹੈ ਸਾਰੀ, ਇਕੱਲੇ ਸਿੱਧੂ ਨੇ ਸਾਰੀ ਬਿਊਰੋਕ੍ਰੇਸੀ ਜਾਂ DGP ਸਿੱਧੂ ਨੇ ਥੋੜੀ ਲਾਇਆ। ਪਰ ਸਿੱਧੂ ਆਪਣੇ 5 ਬੰਦੇ ਵਿਵਾਦਤ ਚੁਣਦਾ, 90% 99% ਬੰਦੇ ਐਗਰੀ ਨਹੀਂ ਸੀ ਉਹਨਾਂ ਦੇ ਇਹਨਾਂ ਨਾਲ। ਜੇ ਸਿੱਧੂ ਆਪਣੇ ਫੈਸਲੇ ਨਹੀਂ ਸਹੀ ਕਰ ਸਕਦਾ ਤੇ ਫਿਰ ਵਜ਼ਾਰਤ ਤੋਂ ਕੀ ਉਮੀਦ ਕਰਦਾ ਕਿ ਉਹਦੇ ਮਨਪਸੰਦੀਦਾ ਬੰਦੇ ਲਾਉਣ। ਜਿਹੜੇ ਸਿੱਧੂ ਦੇ ਖੇਮੇ 'ਚੋਂ ਵੀ 5-4 ਮੰਤਰੀ ਬਣੇ ਨੇ, ਠੀਕ ਹੈ ਕਿ ਨਾਗਰਾ ਨਹੀਂ ਹੋ ਸਕਿਆ, ਰਣਦੀਪ ਕਾਕਾ ਲਾ ਦਿੱਤਾ, ਪਰ ਜਿਹੜੇ ਸਿੱਧੂ ਦੇ ਖੇਮੇ 'ਚੋਂ ਕੁਛ ਤਾਂ ਬਣੇ ਨੇ ਨਾ। ਇਹ ਥੋੜਾ ਕਿ ਗੱਲ ਤੇ ਅਸਤੀਫਾ ਦੇ ਕੇ ਘਰੇ ਬਹਿ ਜਾਓ, ਬੇਦਾਵਾ ਦੇਈ ਜਾਓ, ਹਰ ਗੱਲ ਤੇ ਮੈਂ ਨਾ ਮੰਨੂ, ਇਹ ਤਾਂ ਕੋਈ ਤਰੀਕਾ ਨਹੀਂ ਹੈ ਨਾ। ਤੁਸੀਂ ਆਪਣੇ 5 ਬੰਦੇ ਦੁੱਧ ਉੱਤੇ ਨਹੀਂ ਲਾ ਸਕੇ, ਤੁਸੀਂ ਵਜ਼ਾਰਤ ਦਾ ਠੇਕਾ ਚੁੱਕਦੇ ਹੋ ਕਿ ਵਜ਼ਾਰਤ ਮੇਰੇ ਇਸ਼ਾਰਿਆਂ ਤੇ ਚੱਲੇ, ਇਦਾਂ ਥੋੜੀ ਹੁੰਦਾ ਜੀ। ਕੰਟੀਨਿਊ ਪਲੀਜ਼। ਪਰਮਿੰਦਰ, ਇੱਕ ਗੱਲ ਕਲੀਅਰ ਕਰਦੇ ਹਾਂ। ਦੇਖੋ, ਜਿਹੜੇ ਮਾਲਵਿੰਦਰ ਮਾਲੀ ਤੇ ਪਿਆਰੇ ਲਾਲ ਗਰਗ ਸੀ, ਜਿਨ੍ਹਾਂ ਕਰਕੇ ਵਿਵਾਦ ਖੜਾ ਹੋਇਆ ਤੇ ਦੋਨੋਂ ਬੰਦਿਆਂ ਨੂੰ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸ ਇਸ਼ੂ 'ਚ ਭਾਰਤ ਭੂਸ਼ਣ ਆਸ਼ੂ ਵਾਲਾ ਇਸ਼ੂ ਤੇ ਰਵਨੀਤ ਬਿੱਟੂ ਦਾ ਇਸ਼ੂ ਅਲੱਗ ਆ। ਇੱਕ ਗੱਲ ਨੂੰ ਸਮਝ ਕੇ ਚੱਲੋ, ਠੀਕ ਆ, ਇਹਨਾਂ ਬੰਦਿਆਂ ਨੇ, ਇਹਨਾਂ ਦਾ ਵੀ ਕੁਝ ਬੈਕਗ੍ਰਾਉਂਡ ਅਜਿਹੀ ਰਹੀ ਆ ਜਿਹਦਾ ਕਰਕੇ ਇਹਨਾਂ ਤੇ ਵਾਵੇਲਾ ਖੜਾ ਹੋਇਆ। ਇਹਨਾਂ ਕੁਝ ਪੋਸਟਾਂ ਪਾਤੀਆਂ ਜਿਹੜੀਆਂ ਕਾਂਗਰਸ ਹਾਈ ਕਮਾਂਡ ਨੂੰ ਨਹੀਂ ਸੀ ਭਾਉਂਦੀਆਂ ਤੇ ਇਹਨਾਂ ਨੂੰ ਅਖੀਰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਇਹ ਸੁਰਿੰਦਰ, ਇਹ ਸੋਸ਼ਲ ਸਾਈਟ ਦੇ ਇਸ਼ੂ ਨੇ, ਕੋਈ ਮਾਲੀ, ਕੋਈ ਐਡਾ ਗੁਨਾਹਗਾਰ ਨਹੀਂ ਹੈ। ਸਭ ਤੋਂ ਵੱਡਾ ਤਾਂ ਇਸ ਮਾਮਲੇ 'ਚ ਮੁਹੰਮਦ ਮੁਸਤਫਾ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਦੇ ਨੇ, ਜਿਹੜਾ ਉਹ ਜਿੰਨੀ ਦੇਰ ਉਹ ਮੁੱਖ ਅਧਿਕਾਰੀ ਰਿਹਾ। 84 ਦਾ ਸਿੱਖ ਨੌਜਵਾਨਾਂ ਦਾ ਸਾਰਾ ਕੁਝ ਹੁਣ ਮੁਸਤਫਾ ਦੇ ਕਾਰਜਕਾਲ 'ਚ ਕੀ ਨਹੀਂ ਹੋਇਆ, ਕੌਣ ਨਹੀਂ ਜਾਣਦਾ। ਤੇ ਫਿਰ ਸਿੱਧੂ ਦੀ ਕੀ ਮਜਬੂਰੀ ਸੀ ਇਦਾਂ ਦੇ ਵਿਵਾਦਤ ਅਫਸਰ ਨੂੰ ਲੈਂਦਾ। ਠੀਕ ਹੈ, ਮਾਲੀ ਹੋਰੀ ਪੋਸਟਾਂ ਦੇ ਵਿਵਾਦ ਨੇ, 4 ਵਿਵਾਦ ਨੇ, ਕੋਈ ਨਿੱਜੀ ਕਿਸੇ ਦੀ ਜਾਨ ਤਾਂ ਨਹੀਂ ਉਹਨਾਂ ਨੇ ਲਈ, ਕੋਈ ਨਜਾਇਜ਼ ਤਾਂ ਨਹੀਂ ਕੀਤਾ ਉਹਨਾਂ ਨੇ ਆਪਣੇ। ਠੀਕ ਹੈ, ਉਹਨਾਂ ਦੇ ਆਪਣੇ ਵਿਚਾਰਧਾਰਾ ਉਹਨਾਂ ਦੀ ਹੈ ਆ, ਤੇ ਪਰ ਮੁਹੰਮਦ ਮੁਸਤਫਾ ਨੂੰ ਲੈਣਾ ਕੀ ਮਜਬੂਰੀ ਸੀ ਸਿੱਧੂ ਦੀ? ਕੀ ਸਾਰਾ ਪੰਜਾਬ ਸੈਟੀਸਫਾਈ ਸੀ ਮੁਸਤਫਾ ਤੋਂ ਲੈਣ ਤੋਂ? ਪ੍ਰੋਬਲਮ ਇਸ ਗੱਲ ਦੀ ਹੈ ਨਾ, ਤੁਸੀਂ 4-5 ਬੰਦੇ ਆਪਣੇ ਚੁਣੇ, 4-5 ਤੁਹਾਡੇ ਵਿਵਾਦਤ। ਜੇ ਬਾਜ਼ਾਰ 'ਚ ਮੰਨਿਆ ਤੇ ਕਿ 30% ਗਲਤ ਹੋਣਗੇ, ਯਾਰ 70% ਤਾਂ ਸਹੀ ਨੇ, ਉਹਨੂੰ ਚਲਾਉਂਦੇ ਕਿਉਂ ਨਹੀਂ ਤੁਸੀਂ? ਇਹ ਠੀਕ ਹੈ ਕਿ ਆਪਾਂ ਕੋਈ ਸਟਾਫ ਰੱਖਦੇ ਹਾਂ, ਸਟਾਫ 'ਚ ਕਿੰਨੇ ਮਾੜੇ ਬੰਦੇ ਨੇ ਬਾਈ ਜੀ, ਆਪਣਾ ਵਿਆਹ ਕਰਾਉਣੇ ਆ, ਲੱਖ ਤੁਸੀਂ ਖਾਨਦਾਨ ਲੱਭ ਲਓ, ਕਿੰਨਿਆਂ ਦੀਆਂ ਪਤਨੀਆਂ ਦੇ ਰੌਲੇ ਪੈਂਦੇ ਨੇ, ਕਿੰਨਿਆਂ ਦੇ ਪਤਨੀਆਂ ਦੇ ਰੌਲੇ ਪੈਂਦੇ ਨੇ, ਤੇ ਉਹਦੇ 'ਚ ਨਿਆਣੇ ਤਾਂ ਨਹੀਂ ਰੋਲਣੇ ਨਾ। ਫਿਰ ਨਿਆਣੇ ਰੋਲਣਾ ਤਾਂ ਸਿਆਣਪ ਨਹੀਂ ਹੈ ਨਾ। ਤੁਸੀਂ ਇਹ ਕਰਕੇ ਹੁਣ ਪੰਜਾਬ ਇਹਨਾਂ ਦੇ ਵੱਸ ਪਿਆ 4 ਮਹੀਨੇ ਲਈ, ਤੇ ਫਿਰ ਕੀ ਮੂੰਹ ਲੈ ਕੇ ਲੋਕਾਂ ਕੋਲ ਜਾਣਗੇ? ਇਹ ਵੀ ਪਤਾ ਕਿ ਭਾਈ ਜੇ ਭਾਈ ਗਲਤ ਲਾਏ ਨੇ ਇਹ। ਹੁਣ ਪਟਵਾਲ ਵੀ ਸੀ, ਇਹ ਸਿੱਧੂ ਦੇ ਪਸੰਦੀਦਾ ਸੀ, ਉਹ ਕਿਸੇ ਕਾਰਨ ਬਦਲਿਆ। ਅਨਮੋਲ ਸਿੱਧੂ ਨੇ ਨਹੀਂ ਲਿਆ, ਅਨਮੋਲ ਰਤਨ ਸਿੱਧੂ ਨੇ, ਉਹਦੀਆਂ ਆਪਣੀਆਂ ਮਜਬੂਰੀਆਂ ਸੀ। ਹੁਣ ਗੁਣਾ ਦਿਓਲ ਤੇ ਪੈ ਗਿਆ। ਪਰ ਪਟਵਾਲਵੀ ਨਾਲ ਵੀ ਵਿਵਾਦ ਜੁੜੇ ਨੇ ਸੁਰਿੰਦਰ ਵੀਰ, ਲੋਕ ਅਜੇ ਨਹੀਂ ਮੂੰਹ ਖੋਲਦੇ। ਸੋ ਇਸ ਕਰਕੇ ਇਹ ਇੰਨਾ ਕੁ ਤਾਂ ਬਰਦਾਸ਼ਤ ਕਰਨਾ ਪੈਣਾ। ਜੇ ਤੁਸੀਂ ਵੱਡਾ ਕੰਮ ਕਰਨਾ ਤੇ ਛੋਟੀਆਂ ਊਣਤਾਈਆਂ ਤਾਂ ਤੁਹਾਨੂੰ ਅੱਖੋਂ ਪਰੋਖੇ ਕਰਨੀਆਂ ਪੈਣੀਆਂ ਨੇ। ਜੀ ਸੁਰਿੰਦਰ, ਇੱਕ ਗੱਲ ਕਲੀਅਰ ਕਰਦੇ ਆ, ਇਹਦੇ 'ਚ ਕੋਈ ਦੋ ਰਹਿਆ ਨਹੀਂ। ਮੁਹੰਮਦ ਮੁਸਤਫਾ ਵੀ ਵਿਵਾਦਤ ਰਿਹਾ ਔਰ ਆਪਾਂ ਇਹ ਮੁੱਦਾ ਚੱਕਿਆ ਸੀ ਜਦੋਂ ਉਹਨੂੰ ਲਾਇਆ ਗਿਆ। ਹੁਣ ਇਸ ਤੋਂ ਅਗਲੇ ਤੇ ਆ ਜਾ, ਜਿਹੜਾ ਸਮੇਤ ਸੈਣੀ ਨੂੰ ਹੱਥ ਨਹੀਂ ਪਿਆ, ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਨਹੀਂ ਪਾਇਆ ਗਿਆ, ਉਹ ਵੀ ਕਲੀਅਰ ਕਰਦੇ ਆ ਕੀ ਕੁਛ ਸੀ। ਕਿਉਂਕਿ ਸਮੇਤ ਸੈਣੀ ਨੇ 2 ਬੰਦਿਆਂ ਨੂੰ ਹੱਥ ਬੜਾ ਜ਼ਬਰਦਸਤ ਪਾਇਆ ਸੀ। ਉਹਨਾਂ 'ਚ ਇੱਕ ਭਰਤਿੰਦਰ ਚਹਿਲ ਵੀ ਸੀ, ਜਿਹੜਾ 24 ਘੰਟੇ ਅਮਰਿੰਦਰ ਦੇ ਨਾਲ ਬੈਠਦਾ, ਹੱਥ ਪਾਇਆ ਸੀ ਉਹਨੂੰ ਵੀ। ਉਹਨੇ ਇੱਥੋਂ ਤੱਕ ਉਹਨੇ ਸਰਬਦੀਪ ਵਿਰਕ DGP ਨੂੰ ਵੀ ਹੱਥ ਪਾਇਆ ਸੀ। ਹੁਣ ਸਮੱਸਿਆ ਕੀ ਸੀ? ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਟੇਬਲ ਕੀਤੀ ਜਾਂਦੀ ਆ ਵਿਧਾਨ ਸਭਾ 'ਚ, ਉਸ ਵੇਲੇ ਤ੍ਰਿਪਤ ਰਜਿੰਦਰ ਬਾਜਵਾ ਦੀ ਸਪੀਚ ਸੁਣੀ ਸੀ। ਉਹਨੇ ਕੀ ਕਿਹਾ ਕਿ ਆਸ਼ੂ ਸਾਹਿਬ ਦੱਸੋ ਕਿ ਆਪਾਂ ਲੁਧਿਆਣੇ ਚੱਲ ਕੇ ਮਾਤਾ ਨੂੰ ਮਿਲ ਆਈਏ ਜਿਹੜੀ 103 ਸਾਲ ਦੀ ਹੋ ਗਈ ਆ। ਉਸ ਮਾਤਾ ਦਾ ਕੀ ਹਸ਼ਰਾ ਜਿਹਦਾ ਪੂਰਾ ਪਰਿਵਾਰ ਇਹਨੇ ਰੋੜ ਦਿੱਤਾ। ਕਿ ਕਿਤੇ ਇਹ ਨਾ ਕਿਉਂਕਿ ਵੀ ਤੁਸੀਂ ਨਾਰਾਜ਼ ਹੋ ਜਾਓ ਕੱਲ ਨੂੰ ਕਿ ਦੇਖੋ ਜੀ ਵੀ ਅਸੀਂ ਉਹਦੇ ਰਾਖੇ ਆ ਜਾਂ ਉਹ ਸਾਡਾ ਰਾਖਾ ਸੀਗਾ। ਇਹ ਵਾਰਡਿੰਗ ਵਿਧਾਨ ਸਭਾ 'ਚ ਆ। ਉਹ ਕੀ ਸੀ? ਭਾਰਤ ਭੂਸ਼ਣ ਆਸ਼ੂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਇਹ ਤ੍ਰਿਪਤ ਰਜਿੰਦਰ ਬਾਜਵਾ
ਉਹ ਕਿੱਦਾਂ ਸੀ, ਉਹ ਇੰਡੀਕੇਸ਼ਨ ਇੱਕ ਉਹਨੂੰ ਦੇ ਰਿਹਾ ਸੀ ਕਿ ਭਾਈ ਤੁਸੀਂ ਵਾਰ-ਵਾਰ ਇਹਦੀ ਸਪੋਰਟ ਕਰ ਰਹੇ ਹੋ ਤੇ ਤੁਸੀਂ ਮੁੱਖ ਮੰਤਰੀ ਤੇ ਪ੍ਰੈਸ਼ਰ ਪਵਾ ਕੇ ਇਹਨੂੰ ਬਚਾ ਰਹੇ ਹੋ। ਇਹ ਸੀਗੀ ਤੇ ਸਿੱਧਾ ਦੇਖਦਾ ਸੀ ਕਿ ਮੁੱਖ ਮੰਤਰੀ ਨੂੰ ਇਹ ਸੀ ਰਵਨੀਤ ਬਿੱਟੂ ਹੋਣੀ ਆ, ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਕੋਟੇ ਚ ਆਇਆ ਹੋਇਆ। ਇਹ ਸਾਰੇ ਕਹਿੰਦੇ ਆ ਕਿ ਸਾਡਾ ਰਾਖਾ ਸਮੇਤ ਸੈਣੀ ਸੀ, ਇਸ ਕਰਕੇ ਸਮੇਤ ਸੈਣੀ ਤੇ ਅਸੀਂ ਕਾਰਵਾਈ ਨਹੀਂ ਕਰਨੀ। ਹੁਣ ਗੱਲ ਤਾਂ ਵੱਡੀ ਜਿਹੜੀ ਇਹ ਸੀ ਕਿ ਸਮੇਤ ਸੈਣੀ ਵੀ ਪੰਜਾਬ 'ਚ ਪਹਿਲਾਂ ਕੀ ਕੁਛ ਹੋਇਆ ਉਹਦੇ 'ਚ ਇਨਵੋਲਵ ਰਿਹਾ, ਇਕਬਾਲਪ੍ਰੀਤ ਸੋਹਤਾ ਵੀ ਰਿਹਾ, ਉਹਦੇ 'ਚ ਚਟੋਪਾਧਿਆ ਵੀ ਰਿਹਾ, ਉਹਦੇ 'ਚ ਮੁਹੰਮਦ ਮੁਸਤਫਾ ਵੀ ਰਿਹਾ, ਜਿਹੜੇ ਨੂੰ ਮਰਜ਼ੀ ਛੇੜ ਲਓ ਹਰ ਇੱਕ ਰਿਹਾ। ਮੈਂ ਤਾਂ ਪਹਿਲੇ ਦਿਨੋਂ ਕਿਹਾ ਸੀ ਹੱਥ ਤੇ ਮੂੰਹ ਸਾਰਿਆਂ ਦਾ ਰੰਗਿਆ ਹੋਇਆ ਸੀ ਉਸ ਨੌਜਵਾਨੀ ਦੇ ਖੂਨ ਦੇ ਨਾਲ, ਠੀਕ ਹੈ। ਪਰ ਹੁਣ ਗੱਲ ਤਾਂ ਇਹ ਸੀ ਕਿ ਇੱਕ ਡੀਜੀਪੀ ਜਿਹਨੇ ਮੁੱਖ ਮੰਤਰੀ ਦਾ ਜਿਹੜਾ ਉਸ ਵੇਲੇ ਮੀਡੀਆ ਐਡਵਾਈਜ਼ਰ ਹੋਵੇ ਤੇ ਅੱਜ ਕੱਲ ਉਹਦਾ ਐਡਵਾਈਜ਼ਰ ਹੋਵੇ, ਉਸ ਬੰਦੇ ਦੇ ਨਾਲ ਵੀ ਇੰਨਾ ਕੁਝ ਕੀਤਾ ਹੋਵੇ ਤੇ ਪਰ ਇਹਨਾਂ ਬੰਦਿਆਂ ਦੇ ਲੁਧਿਆਣੇ ਤੋਂ ਪਏ ਹੋਏ ਪ੍ਰੈਸ਼ਰ ਦੀ ਬਦੌਲਤ ਮੁੱਖ ਮੰਤਰੀ ਉੱਤੇ ਕਾਰਵਾਈ ਨਾ ਕਰੇ ਤੇ ਉਹਨੂੰ ਐਂਡ ਤੱਕ ਸੁਪਰੀਮ ਕੋਰਟ ਤੱਕ ਰਿਲੀਫ ਮਿਲਦੀ ਜਾਵੇ ਹਰ ਮਸਲੇ ਦੇ ਵਿੱਚ, ਤੇ ਫਿਰ ਉਹ ਕੀ ਇੰਡੀਕੇਸ਼ਨ ਆ? ਫਿਰ ਉਹ 'ਚ ਕਸੂਰਵਾਰ ਨਵਜੋਤ ਸਿੱਧੂ ਆ, ਮੁਹੰਮਦ ਮੁਸਤਫਾ ਵਾ ਕਿ ਜਾਂ ਭਾਰਤ ਭੂਸ਼ਣ ਆਸ਼ੂ ਤੇ ਰਵਨੀਤ ਬਿੱਟੂ ਨੇ? ਕੌਣ ਨੇ? ਇਸ ਕਰਕੇ ਕਿਤੇ ਨਾ ਕਿਤੇ ਇਹਨੂੰ ਡੰਗਾਈ 'ਚ ਵਾਚੋ, ਕਿਉਂਕਿ ਮੈਂ ਇਹਨੂੰ ਸਾਰੇ ਨੂੰ ਡੰਗਾਈ 'ਚ ਦੇਖਿਆ। ਮੈਂ ਇਸੇ ਕਰਕੇ ਕਹਿ ਰਿਹਾ ਨਵਜੋਤ ਸਿੱਧੂ ਕੋਲੇ ਕੋਈ ਰਸਤਾ ਨਹੀਂ ਸੀ ਬਚਦਾ, ਬਜਾਏ ਲੋਕਾਂ ਤੋਂ ਆਪਣੀ ਖੇਹ ਕਰਾਉਂਦਾ ਇਸ ਸਾਰੇ ਸਾਬਕਾ ਇਹਨੂੰ ਛੱਡ ਕੇ ਪਾਸੇ ਹੋ ਜਾਵੇ, ਤੇ ਪਾਸੇ ਹੋਣਾ ਹੀ ਉਹਦੇ ਲਈ ਇਹੀ ਇੱਕ ਰਸਤਾ ਬਚਿਆ ਸੀ। ਔਰ ਮੈਂ ਤੈਨੂੰ ਪਹਿਲਾਂ ਕਲੀਅਰ ਕਰਤਾ ਕੱਲ ਦੁਪਹਿਰ ਤੱਕ ਇਹ ਮਸਲਾ ਨਿਪਟਦਾ ਇੱਕ ਬੰਨਾ ਹੋਏਗਾ, ਨਹੀਂ ਤਾਂ ਨਵਜੋਤ ਸਿੱਧੂ ਦੀ ਜਗ੍ਹਾ ਨਵਾਂ ਪ੍ਰਧਾਨ ਜਿਹੜਾ ਉਹ ਨਿਯੁਕਤ ਹੋਏਗਾ। ਜਿਹੜੇ ਨੂੰ ਮਰਜ਼ੀ ਚਾਹੇ ਕਾਰਜਕਾਰੀ ਬਣਾ ਦੇਣ, ਜਿਹਨੂੰ ਮਰਜ਼ੀ, ਜਾਂ ਜਿਹੜੇ 4 ਕਾਰਜਕਾਰੀ ਉਹਨਾਂ ਚੋਂ ਕਿਸੇ ਨੂੰ ਦੇ ਦੇਣ, ਭਾਵੇਂ ਕੁਲਜੀਤ ਨਾਗਰੇ ਨੂੰ ਫੜਾ ਦੇਣ, ਜਿਹਨੂੰ ਮਰਜ਼ੀ ਕਿਸੇ ਨਾ ਕਿਸੇ ਨੂੰ ਵਾਗਡੋਰ ਜਿਹੜੀ ਆ ਉਹ ਕੱਲ ਦੇ ਦਿੱਤੀ ਜਾਏਗੀ ਜੇ ਇਹ ਮਸਲਾ ਨਹੀਂ ਨਿਪਟਦਾ, ਕਿਉਂਕਿ ਹਾਈ ਕਮਾਂਡ ਵੀ ਬਹੁਤਾ ਲੰਬਾ ਸਮਾਂ ਨਹੀਂ ਨਿਪਟਾਏਗੀ, ਇਸ ਮਸਲੇ ਨੂੰ ਲਟਕਾਏਗੀ, ਠੀਕ ਹੈ। ਇਹ ਕਿਤੇ ਨਾ ਕਿਤੇ ਮਸਲਾ ਜਿਹੜਾ ਉਹ ਸਿੱਧਾ ਇਹ ਹੈ ਕਿ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਵੱਡਿਆਂ ਘਰਾਣਿਆਂ ਨਾਲ ਜੁੜਿਆ ਹੋਇਆ ਤੇ ਉੱਥੇ ਆ ਕੇ ਕੋਈ ਵੀ ਹੱਥ ਨਹੀਂ ਪਾਉਣਾ ਚਾਹੁੰਦਾ। ਨਾ ਤੁਹਾਨੂੰ ਡਰੱਗਸ ਵਾਲੇ ਮੁੱਦੇ ਦੇ ਉੱਤੇ ਇਨਸਾਫ ਮਿਲਣਾ, ਨਾ ਤੁਹਾਨੂੰ ਬੇਅਦਬੀ ਵਾਲੇ ਮੁੱਦੇ ਤੇ ਇਨਸਾਫ ਮਿਲਣਾ, ਨਾ ਤੁਹਾਨੂੰ ਕੇਵਲ ਮਾਫੀਆ ਵਾਲੇ ਤੇ ਮਿਲਣਾ, ਨਾ ਐਕਸਾਈਜ਼ ਪਾਲਿਸੀ ਵਾਲੇ ਤੇ ਨਾ ਮਾਈਨਿੰਗ ਵਾਲੇ ਤੇ। ਇਹਨਾਂ ਤੇ ਤੁਹਾਨੂੰ ਇਨਸਾਫ ਕੋਈ ਨਹੀਂ ਮਿਲਣਾ। ਠੀਕ ਆ, ਮੁੱਖ ਮੰਤਰੀ ਬਣਿਆ, ਸਰਕਾਰ ਚੱਲਦੀ ਆ, ਚਲਾਉਣਗੇ, ਚੁੱਪ ਕਰਕੇ ਫਰਵਰੀ 'ਚ ਬੋਰੀ ਬਿਸਤਰਾ ਲਪੇਟਣਗੇ ਤੇ ਘਰ ਨੂੰ ਤੁਰ ਜਾਣਗੇ। ਆਹ ਕੁਛ ਹੋਏਗਾ, ਹੋਰ ਆਉਣਗੇ ਕੌਣ? ਉਹੀ ਜਿਨ੍ਹਾਂ ਤੇ ਬੇਅਦਬੀ ਦੇ ਦੋਸ਼ ਲੱਗਦੇ ਨੇ। ਨਹੀਂ, ਉਹ ਕੁਦਰਤੀਆਂ। ਫਿਰ ਦੇਖੋ, ਮੈਂ ਹੁਣ ਉਹਨਾਂ ਤੇ ਬੇਅਦਬੀ ਦੇ ਲੱਗਦੇ, ਇਹਨਾਂ ਤੇ 1984 ਵਾਲੇ ਲੱਗਦੇ ਸੀ, ਪਰ ਇਹਨਾਂ ਨੂੰ ਵੀ ਤੇ 2 ਸਰਕਾਰਾਂ ਬਣਾ ਕੇ ਦੇਤੀਆਂ, ਪੰਜਾਬੀਆਂ ਨੇ ਦਿੱਤੀਆਂ 2 ਬਣਾ ਕੇ। 2012 ਚ ਲੈ ਚੱਲੇ ਸੀ, ਥੋੜਾ ਹੀ ਫਰਕ ਰਹਿ ਗਿਆ ਸੀ, ਕਿੰਨਾ ਕੁ ਰਹਿ ਗਿਆ? ਫਰਕ ਕੀ ਰਹਿ ਗਿਆ? ਜੇ ਲੋਕ ਬੇਅਦਬੀ ਦਾ ਇਨਸਾਫ ਦੇ ਨਾਂ ਤੇ ਵੋਟ ਨਹੀਂ ਪਾਉਂਦੇ ਤੇ ਫਿਰ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਨੂੰ ਜਿਤਾਉਣ ਨੂੰ ਫਿਰਦੇ ਨੇ। ਫਿਰ ਬੇਅਦਬੀ ਦੇ ਇਨਸਾਫ ਦਾ ਵਾਵ ਵੇਲਾ ਕਿਉਂ? ਯਾਰ ਡਿਵੈਲਪਮੈਂਟ ਹੈ, ਹੋਰ ਬੜੇ ਇਸ਼ੂ ਨੇ, ਉਹ ਤਾਂ ਕਰਵਾਓ ਨਾ। ਤੁਸੀਂ ਬੇਅਦਬੀ ਦਾ ਨਹੀਂ ਤੁਸੀਂ ਕਰਦੇ, ਚੱਕ ਕੇ 2 ਦਿਨ ਅੰਦਰ ਕਰ ਲਓ, ਅਗਲੇ ਛੁੱਟ ਜਾਣਗੇ, ਕੰਮ ਨਿਬੜੂਗਾ। ਇਦੋਂ ਵੱਧ ਕਰ ਹੀ ਨਹੀਂ ਸਕਦੇ ਤੁਸੀਂ, ਕੁਝ ਪਹਿਲਾਂ ਵੀ ਕੈਪਟਨ ਨੇ ਕੀਤੇ ਸੀਗੇ। ਪਰ ਬਾਕੀ ਦਾ ਕੰਮ ਕਰੋ ਨਾ। ਠੀਕ ਹੈ, ਮੈਂ ਕਹਿੰਦਾ ਇਹ ਮੈਂ ਸਮਝਦਾ ਕਿ ਦੇਖੋ ਨਵਜੋਤ ਸਿੰਘ ਸਿੱਧੂ ਨੇ ਆਪਣੇ 5 ਸਲਾਹਕਾਰ ਲਾਏ, 5 ਚੋਂ ਕਿੰਨਿਆਂ ਤੇ ਦੋਸ਼ ਲੱਗਦੇ ਨੇ ਕਿ ਸਹੀ ਨਹੀਂ ਬੰਦੇ। ਬਾਈ ਜੀ, ਲੋਕ ਰੱਬ ਤੇ ਉਂਗਲਾਂ ਕਰੀ ਜਾਂਦੇ ਨੇ, ਤੁਸੀਂ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦੇ, ਰੱਬ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ। ਜੇ ਹੁਣ ਡੀਜੀਪੀ ਗਲਤ ਲੱਗਿਆ, ਏਜੀ ਗਲਤ ਲੱਗਿਆ, ਰਾਣਾ ਗੁਰਜੀਤ ਜਾਂ 1-2 ਮਿਨਿਸਟਰ ਗਲਤ ਨੇ ਮੰਨਿਆ, ਇਹਦੇ ਚ ਐਡਾ ਵੀ ਨਹੀਂ ਲੋਕ ਕਿ ਸਿੱਧੂ ਤੇ ਉਂਗਲ ਖੜੀ ਕਰਨਗੇ। ਇੰਨਾ ਕੁ ਤੇ ਕਰਨੀ ਕਰਨੀ ਹੈ। ਲੋਕਾਂ ਨੇ ਤਾਂ ਗੁਰੂ ਨਾਨਕ ਸਾਹਿਬ ਨਹੀਂ ਬਖਸ਼ੇ, ਲੋਕਾਂ ਨੇ ਤਾਂ ਕਹੀ ਜਾਣਾ, ਲੁਕਾਈ ਨੇ ਤਾਂ ਕਹੀ ਜਾਣਾ, ਪਰ ਬਾਕੀ ਕੰਮ ਤਾਂ ਯਾਰ ਅੱਛਾ ਕਰੋ। ਅਸਤੀਫਾ ਦੇ ਕੇ ਘਰੇ ਬਹਿ ਜਾਓਗੇ ਤੇ ਫਿਰ ਬਹੁਤੇ ਹਾਰ ਪੈ ਜਾਣਗੇ। ਹੁਣ HS ਫੂਲ ਕਾ ਅਸਤੀਫਾ ਦੇ ਗਏ ਸੀ, ਕੀ ਨਿਬੜਿਆ ਉਹਦਾ? ਕਿੱਡਾ ਕਿ ਇਤਿਹਾਸ 'ਚ ਨਾਂ ਲਿਖਿਆ ਗਿਆ। ਅਸਤੀਫਾ ਦਿੱਤਾ ਹੀ ਸੀ ਉਹਨਾਂ ਨੇ, ਤੇ ਕੀ ਅਸਤੀਫਾ ਦੇ ਕੇ ਕੀ ਮੱਲ ਮਾਰ ਲਈ? ਕਿੰਨਾ ਕੁ ਸੁਨਹਿਰੇ ਅੱਖਰਾਂ 'ਚ ਨਾਂ ਲਿਖਤਾ, ਅਸਤੀਫਾ ਦਿੱਤਾ। ਇੱਥੇ ਰਹਿੰਦੇ, ਇੱਟ ਖੜਕਾ ਕਰਦੇ, ਕੁਛ ਨਾ ਕੁਛ ਕਰਦੇ ਹੀ, ਕੁਛ ਨਾ ਕੁਛ ਹੋਣਾ ਸੀ। ਬਾਈ ਇਲੈਕਸ਼ਨ ਗਲ ਪਾ ਕੇ ਵੋਟਾਂ ਪਵਾ ਕੇ ਤੁਰ ਗਏ। ਕੀ ਨਿਕਲਿਆ ਉਹਨਾਂ ਦੇ ਅਸਤੀਫੇ 'ਚੋਂ? ਜੇ ਤੁਹਾਡੇ ਕੋਲ ਥੋੜਾ ਸਮਾਂ, ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਥੋੜਾ ਸਮਾਂ ਕੰਮ ਕਰਕੇ ਤਾਂ ਦਿਖਾਓ ਨਾ। ਮੈਂ ਨਾ ਮੰਨੂ, ਮੈਂ ਨਾ ਮੰਨੂ, ਮੈਂ ਨਾ ਮੰਨੂ। 4 ਦਿਨ ਪਹਿਲਾਂ ਤਾਂ ਚੰਨੀ ਨੂੰ ਮੋਢਿਆਂ ਤੇ ਚੱਕੀ ਫਿਰੀ ਗਏ, 22 ਚੰਨੀ ਆਏ, 22 ਚੰਨੀ ਆਏ। ਹੁਣ 22 ਚੰਨੀ ਤੇ ਭੋਰਾ ਵੀ ਵਿਸ਼ਵਾਸ ਨਹੀਂ ਹੈ। ਪ੍ਰਧਾਨਗੀ ਜੇ ਤੁਹਾਨੂੰ ਲੱਗਦਾ ਸੀ ਕਿ ਨਹੀਂ ਪ੍ਰਧਾਨਗੀ ਤੇ ਗੱਲ ਬਣਦੀ ਤੇ ਪ੍ਰਧਾਨਗੀ ਨਾ ਲੈਂਦੇ ਭਾਈ, ਵੀ ਮੈਂ ਤਾਂ ਵਜ਼ਾਰਤ ਲੈਣੀ ਹੈ। ਇਦਾਂ ਚੱਲਣਾ ਨਹੀਂ ਬਾਈ ਜੀ। ਸੁਰਿੰਦਰ, ਜਿਹੜਾ ਤੁਹਾਨੂੰ 4 ਮਹੀਨੇ ਦੇਖੋ ਬੱਚੇ ਉਡੀਕਦੇ ਨੇ ਅਪੁਆਇੰਟਮੈਂਟ ਲੈਟਰ ਨੂੰ,
ਤੇ ਕੋਈ ਨਵੀਂ ਡਿਵੈਲਪਮੈਂਟ ਕੁਛ ਨਹੀਂ ਹੋ ਰਹੀ। ਬੇਅਦਬੀ ਤੇ ਡਰੱਗ ਤੇ ਨਹੀਂ ਕੁਛ ਹੋ ਸਕਦਾ, ਪਤਾ ਕਾਨੂੰਨ ਬੰਦਸ਼ਾਂ ਨੇ, ਪਰ ਜਿਹੜਾ ਕਰ ਸਕਦੇ ਉਹ ਤਾਂ ਕਰੋ ਨਾ ਜੀ। ਦੇਖੋ ਗੱਲ ਇਹ ਹੈ ਕਿ ਮੈਂ ਫਿਰ ਉਸੇ ਮੁੱਦੇ ਤੇ ਆ ਰਿਹਾ, ਕਰਨਾ ਕਿਹਨੇ ਕਰਨਾ? ਸਰਕਾਰ ਨੇ, ਨਾ ਕਿ ਸਟੇਟ ਪ੍ਰੈਜ਼ੀਡੈਂਟ ਨੇ ਕਰਨਾ। ਜੇ ਸਟੇਟ ਪ੍ਰੈਜ਼ੀਡੈਂਟ ਦੀ ਚੱਲਦੀ ਹੁੰਦੀ ਤੇ ਉਹ ਕਰਵਾ ਨਾ ਲੈਂਦਾ, ਜਿਹੜੇ ਮੁੱਦਿਆਂ ਤੇ ਉਹ ਅੜ ਕੇ ਬੈਠਾ, ਫਿਰ ਉਹ ਨਾ ਹੋ ਜਾਂਦੇ। ਗੱਲ ਪ੍ਰੈਜ਼ੀਡੈਂਟਸ਼ਿਪ ਲੈਂਦੇ ਹੀ ਨਾ ਕਿ ਮੈਂ ਨਹੀਂ ਲੈਣੀ, ਇਹ ਗੱਲ ਖਤਮ ਸੀ। ਨਹੀਂ, ਗੱਲ ਤਾਂ ਹੁਣ ਜਿਸ ਵੇਲੇ ਪ੍ਰਧਾਨਗੀ ਦਿੱਤੀ ਗਈ ਉਸ ਵੇਲੇ ਪਤਾ ਸੀ ਕਿ ਮੁੱਖ ਮੰਤਰੀ ਚੇਂਜ ਹੋਣਾ? ਕਿਹਨੂੰ ਪਤਾ ਸੀ? ਮੁੱਖ ਮੰਤਰੀ ਤੇ ਜਿੱਦਣ CLP ਦੀ ਮੀਟਿੰਗ ਦਾ ਰਾਤ ਨੂੰ 10:15 ਵਜੇ ਅਨਾਉਂਸ ਹੁੰਦਾ, ਉਸ ਦਿਨ ਕਿਸੇ ਨੂੰ ਸਵੇਰੇ ਵੀ ਨਹੀਂ ਸੀ ਪਤਾ ਕਿ ਅੱਜ ਮੁੱਖ ਮੰਤਰੀ ਚੇਂਜ ਹੋਣਾ ਵਾ। ਕਿਹਨੂੰ ਪਤਾ ਸੀਗਾ ਉਸ ਵੇਲੇ? ਠੀਕ ਹੈ ਨਾ, ਉਹ ਤਾਂ 10 ਵਜੇ ਜਾ ਕੇ ਕਲੀਅਰ ਹੋਇਆ ਮਾਰਨਿੰਗ ਕਿ ਮੁੱਖ ਮੰਤਰੀ ਜਿਹੜਾ ਉਹ ਚੇਂਜ ਹੋ ਰਿਹਾ ਵਾ। ਸਿੱਧੂ CM ਦੀਆਂ ਪੌੜੀਆਂ ਚੜ੍ਹਨ ਨੂੰ ਫਿਰਦਾ, ਜਿੱਥੇ ਲੱਗਦਾ ਕਿ ਜੁਗਾੜ ਨਹੀਂ ਬਣਦਾ ਪਿੱਛੇ ਹਟ ਕੇ ਹੋ ਜਾਂਦਾ। ਇਹ ਤਾਂ ਇਹੀ ਲੱਗਦਾ। ਮੈਂ ਸਿੱਧੂ ਦਾ ਵਕੀਲ ਨਹੀਂ ਆ, ਪਰ ਮੈਂ ਇੱਕ ਗੱਲ ਤੁਸੀਂ ਪਰਸਨਲ ਕਿਉਂ ਲੈਂਦੇ ਹੋ? ਆਪਾਂ ਤਾਂ ਡਿਸਕਸ ਕਰਦੇ ਹਾਂ ਸੁਰਿੰਦਰ ਵੀਰ, ਤੁਸੀਂ ਮੇਰੇ ਵਿਚਾਰ, ਮੇਰੀ ਗੱਲ ਸੁਣੋ। ਟੂ ਬੀ ਵੈਰੀ ਫਰੈਂਕ, ਦੇਖੋ ਸੁਣ ਲਓ ਮੇਰੀ ਕੀ ਆ। ਆਪਾਂ ਨਵਜੋਤ ਸਿੰਘ ਸਿੱਧੂ, ਸਿੱਧੀ ਜੀ ਗੱਲ ਆ, ਉਹ ਜਿਹੜੇ ਮੁੱਦੇ ਲੈ ਕੇ ਚੱਲਿਆ ਸੀ, ਮੈਨੂੰ ਨਹੀਂ ਪਤਾ ਉਹ ਗਲਤ ਸੀ ਠੀਕ ਸੀ, ਪਰ ਮੈਂ ਇੱਕ ਗੱਲ ਤੇ ਅੱਜ ਵੀ ਖੜਿਆ ਕਿ ਉਹ ਜਿਹੜੇ ਮੁੱਦੇ ਬੰਦਾ ਇੱਕ ਵਾਰੀ ਲੈ ਕੇ ਚੱਲ ਪਏ, ਜੇ ਉਹਨਾਂ ਮੁੱਦਿਆਂ ਤੋਂ ਗਿਰ ਜਵੇ ਤੇ ਬੰਦੇ ਦਾ ਦੁਬਾਰਾ ਉੱਠਣਾ ਮੁਸ਼ਕਲ ਹੁੰਦਾ। ਠੀਕ ਹੈ ਨਾ। ਹੁਣ ਨਵਜੋਤ ਸਿੱਧੂ ਚੱਲਿਆ, ਹੁਣ ਮੈਨੂੰ ਪਤਾ ਬੜੇ ਕਮੈਂਟ ਆਉਣਗੇ ਥੱਲੇ, ਉਹ ਆਉਣਗੇ ਕਿਉਂਕਿ ਇੱਥੇ ਕੀ ਆ, ਕੋਈ ਆਮ ਆਦਮੀ ਪਾਰਟੀ ਦੀ ਪੂਛ ਫੜੀ ਫਿਰਦਾ ਹੋਊਗਾ, ਕੋਈ ਅਕਾਲੀਆਂ ਦੀ ਨਹੀਂ। ਕਮੈਂਟਾਂ 'ਚ ਤਾਂ ਤੁਸੀਂ ਛਾਏ ਹੋਏ ਹੋ, ਮੇਰੇ ਕਮੈਂਟ ਅਗੇਂਸਟ ਨੇ, ਉਹਨਾਂ ਨੇ ਆਪਣੀਆਂ ਟੀਮਾਂ ਬਿਠਾ ਦੇਣੀਆਂ ਨੇ, ਉਹਨਾਂ ਕਮੈਂਟ ਕਰੀ ਜਾਣੇ। ਅਸੀਂ ਉਹਨਾਂ ਦੇ ਕਮੈਂਟ ਵੱਲ ਨਹੀਂ ਦੇਖਣਾ, ਅਸੀਂ ਗਰਾਊਂਡ ਰਿਐਲਿਟੀ ਦੇਖਣੀ ਕਿ ਐਕਚੁਅਲ ਕੀ ਆ। ਠੀਕ ਹੈ, ਅਸੀਂ ਕਮੈਂਟ ਵੱਲ ਦੇਖ ਕੇ ਨਹੀਂ ਕਰਨਾ ਕਿ ਸਾਨੂੰ ਕਮੈਂਟ ਸਾਡੀ ਫੇਵਰ 'ਚ ਆਉਂਦਾ, ਸਾਡੇ ਅਗੇਂਸਟ ਆਉਂਦਾ, ਵਿਰੁੱਧ ਆਉਂਦਾ ਆਵੇ। ਅਸੀਂ 2017 'ਚ ਵੀ ਅੜੇ ਸੀ, ਲੜੇ ਸੀ ਔਰ ਖੜੇ ਸੀ। ਠੀਕ ਹੈ ਨਾ, ਅਸੀਂ ਉਦੋਂ ਵੀ ਖੜੇ ਸੀ, ਅਸੀਂ ਕਿਹਾ ਸੀ ਕਿ ਇਹਨਾਂ ਦੀ ਸਰਕਾਰ ਨਹੀਂ ਆ ਰਹੀ। ਠੀਕ ਹੈ, ਸਾਰੇ ਮੁੱਦੇ ਮੂੰਹ ਡਿੱਗੇ ਸੀ ਜਾ ਕੇ। ਅਸੀਂ ਅੱਜ ਵੀ ਕਹਿ ਰਹੇ ਨਵਜੋਤ ਸਿੱਧੂ ਆਪਣੀ ਜਗ੍ਹਾ ਸਹੀ ਆ, ਉਹਨੇ ਜਿਹੜਾ ਸਟੈਂਡ ਲਿਆ ਉਹ ਲੈਣਾ ਬਣਦਾ ਸੀ। ਜਦੋਂ ਘਰ ਦਾ ਮੋਢੀ ਨਾ ਮੰਨੇ, ਕੋਈ ਪਰਿਵਾਰ ਦਾ ਮੈਂਬਰ ਉਹਦੀ ਨਾ ਸੁਣੇ, ਤੇ ਉਹਨੂੰ ਇੱਕੋ ਹੀ ਹੁੰਦਾ ਕਿ ਮੈਂ ਇਹਨਾਂ ਤੋਂ ਕਿਨਾਰਾ ਕਰ ਜਾ, ਸਾਈਡ ਤੇ ਹੋ ਜਾ। ਮੈਂ ਕਹਿਦਾ ਕਿ ਲਿਬੜੀਆਂ ਮੱਝਾਂ ਨੇ ਭਾਈ, ਇਹਨਾਂ ਨੂੰ ਫੜ ਲਓ, ਇਹਨਾਂ ਨੇ ਜੋ ਕੁਝ ਕੀਤਾ, ਮੈਂ ਕੱਖ ਨਹੀਂ ਕੀਤਾ, ਮੈਂ ਇਨਸਾਫ ਲਈ ਲੜਿਆ ਸੀ। ਇਹਨਾਂ ਨੇ ਨਹੀਂ ਦਾ ਧਰਮ ਨਹੀਂ ਹੈ ਸੁਰਿੰਦਰ ਵੀਰ ਮੈਦਾਨ ਛੱਡਣਾ, ਜੂਝ ਮਰੇ। ਹੋਲਡ ਰੱਖਿਓ ਜਰਾ, ਪ੍ਰੋਫੈਸਰ ਜਸਵਿੰਦਰ ਗਿੱਲ ਆਪਣੇ ਨਾਲ ਲਾਈਨ ਤੇ ਨੇ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਗਿੱਲ ਸਾਹਿਬ, ਕਿ ਦੇਖੋ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੀ ਇੱਕ ਹਾਇਰਾਰਕੀ ਹੁੰਦੀ ਹੈ ਕਿ ਸਭ ਤੋਂ ਜ਼ਰੂਰੀ ਕੀ ਹੈ ਤੇ ਉਸ ਤੋਂ ਘੱਟ ਜ਼ਰੂਰੀ ਕੀ ਹੈ, ਉਸ ਤੋਂ ਘੱਟ ਜ਼ਰੂਰੀ ਕੀ ਹੈ। ਤੇ ਜੇ ਸਿੱਧੂ ਸਾਹਿਬ ਹੈ ਕਿ ਇੱਕ ਬੇਅਦਬੀ ਦਾ ਮਸਲਾ ਲੈਂਦੇ ਆ ਤੇ ਇੱਕ ਉਹਦਾ ਲੈਂਦੇ ਆ, ਜਾਂ ਇਹ ਕਹਿੰਦੇ ਆ ਕਿ ਉਹ APS ਦਿਓਲ ਸਮੇਤ ਸੈਣੀ ਦਾ ਵਕੀਲ ਬਣਿਆ। ਸਰਦਾਰ ਬੇਅੰਤ ਸਿੰਘ ਦੀ ਸਰਕਾਰ ਦੇ ਦੌਰਾਨ ਜਿੰਨੇ ਵੀ ਬੰਦੇ ਪੁਲਿਸ ਵਾਲੇ ਫੀਲਡ ਵਿੱਚ ਲੱਗੇ ਹੋਏ ਸੀਗੇ, ਉਹ ਸੈਂਟਰ ਦੇ ਇਸ਼ਾਰੇ ਤੇ ਬੇਅੰਤ ਸਿੰਘ ਰਾਹੀਂ ਪੁਲਿਸ ਵਾਲਿਆਂ ਨੇ ਸਾਰੇ ਮਾਰੇ ਹੈ। ਤੇ ਸੈਣੀ ਉਹਨਾਂ ਵਿੱਚੋਂ ਕੀ ਹੈ, ਇੱਕ ਹੈ। ਤੇ ਜਿਨ੍ਹਾਂ ਵਿੱਚ ਮੁਹੰਮਦ ਮੁਸਤਫਾ ਵੀ ਬਹੁਤ ਵੱਡੀ ਪੱਧਰ ਤੇ ਸ਼ਾਮਲ ਹੈ, ਜਿਹੜਾ ਕਿ ਪੁਲਿਸ ਨੂੰ ਕਹਿੰਦਾ ਸੀ ਕਿ 303 को आग लगा दो, सेक लो इनसे, ਸਰਦੀ ਨਾਲ ਸੇਕ ਲੋ। ਤੇ ਉਹਨਾਂ ਕੋਲ ਤਾਂ AK-47 ਨੇ। ਨੰਬਰ 2 ਤੇ ਕੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਪੋਲੀਟੀਕਲ ਪਾਰਟੀਆਂ ਸਾਡਾ ਬੇਵਕੂਫ ਬਣਾ ਰਹੀਆਂ ਨੇ ਜੀ। ਦੋ ਗਲਤੀਆਂ ਇੱਕ ਠੀਕ ਦੇ ਬਰਾਬਰ ਨਹੀਂ ਹੁੰਦੀਆਂ, ਪਰ ਫਿਰ ਵੀ ਗੱਲ ਇਹ ਹੈ ਕਿ ਜਦੋਂ ਉਹ ਇੱਕ ਪਾਰਟੀ ਵਿੱਚ ਨਵਾਂ ਆਇਆ, ਉਹਨੂੰ ਪ੍ਰਧਾਨ ਬਣਾਤਾ ਜੀ, ਫਿਰ ਉਹ ਕਹਿੰਦਾ ਕਿ ਇਹ ਨਾ ਮੁੱਖ ਮੰਤਰੀ ਬਣੇ, ਉਹਨੇ ਜਾਖੜ ਦਾ ਪੱਤਾ ਕੱਟਦਾ, ਉਹਨੇ ਰੰਧਾਵੇ ਦਾ ਪੱਤਾ ਕੱਟਦਾ, ਫਿਰ ਉਹਨਾਂ ਨੇ ਚੰਨੀ ਬਣਾਤਾ ਜੀ। ਤੇ ਫਿਰ ਉਹਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਮੁੱਖ ਮੰਤਰੀ ਚਾਹੇ ਦਲਿਤ ਹੋਵੇ, ਚਾਹੇ ਸਾਊ ਹੋਵੇ, ਚਾਹੇ ਉਹ ਰੀਜੇ ਮੁੱਖ ਮੰਤਰੀ, ਤਾਂ ਉਹਨੂੰ ਕੰਨ ਤੋਂ ਫੜੀ ਫਿਰੀ ਜਾਂਦਾ ਜੀ। ਉਹਨੂੰ ਪਤਾ ਨਹੀਂ ਕਿ ਇਹ ਮੁੱਖ ਮੰਤਰੀ ਹੈ। ਫਿਰ ਜੇ ਨਿਯੁਕਤੀਆਂ ਹੋ ਵੀ ਗਈਆਂ ਤਾਂ ਉਹਨੂੰ ਮਤਲਬ ਇੱਕ ਮੈਚਿਓਰ ਲੈਵਲ ਦੇ ਉੱਤੇ ਗੱਲ ਕਰਨੀ ਚਾਹੀਦੀ ਆ CM ਦੇ ਨਾਲ ਬੈਠ ਕੇ, ਹੋਰ ਦੋ ਸਿਆਣੇ ਬੰਦਿਆਂ ਨਾਲ ਕਿ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਇਹ ਠੀਕ ਨਹੀਂ ਹੈਗਾ। ਤੇ ਜਿੱਦਾਂ ਪਟਵਾਰੀ ਦੀ ਨਿਯੁਕਤੀ ਵਾਪਸ ਹੋਊਗੀ ਤਾਂ ਏਦਾਂ ਹੀ ਦਿਓਲ ਦੀ ਨਿਯੁਕਤੀ ਵਾਪਸ ਹੋ ਸਕਦੀ ਹੈ ਜੀ।
ਮਤਲਬ ਇਹ ਕੀ ਕਿ ਹਰ ਮੀਟਿੰਗ ਤੋਂ ਬੱਚਿਆਂ ਵਾਂਗੂ ਉੱਠ ਕੇ ਭੱਜ ਜਾਣਾ ਕਿ ਜੇ ਮਤਲਬ ਸੁਖੀ ਰੰਧਾਵਾ CM ਬਣਦਾ ਤਾਂ ਵੀ ਤੁਸੀਂ ਭੱਜ ਗਏ। ਜੀ ਜੀ, ਥੈਂਕ ਯੂ। ਜੀ ਓਕੇ, ਥੈਂਕ ਯੂ ਵੈਸੇ ਸਾਹਿਬ, ਥੈਂਕ ਯੂ। ਬਿਲਕੁਲ, ਦੇਖੋ ਇਹਦੇ ਚ ਕੁਝ ਮਸਲੇ ਨੇ, ਇਹ ਆਪਾਂ ਨੂੰ ਪਤਾ ਕਿ ਠੀਕ ਹੈ ਰਾਣਾ ਗੁਰਜੀਤ ਆ ਗਿਆ, ਆਸ਼ੂ ਆ ਗਿਆ, ਇਹ ਮਜਬੂਰੀ ਹੈ, ਲੋਕ ਸਮਝਦੇ ਨੇ ਬਾਈ ਜੀ। ਪਤਾ ਕਿ ਕਿਹਦੀ ਸਪੋਰਟ ਚ ਆਪਾਂ ਵੀ ਕਹਿੰਦੇ ਸੀ ਕਿ ਰਾਣਾ ਇਹਨੂੰ ਮਨਪ੍ਰੀਤ ਬਾਦਲ ਕਾਂਗੜ ਨੂੰ ਬਚਾਉਣਾ ਚਾਹੁੰਦਾ ਸੀ, ਗਿੱਦੜਬਾਹੇ ਤੋਂ ਉਹਦੇ ਆਪਣੇ ਇੰਟਰਸਟ ਹੀ, ਚਲੋ ਰਾਜਾ ਵੜਿੰਗ ਆ ਗਿਆ, ਵਿਵਾਦ ਉਹਦੇ ਨਾਲ ਵੀ ਜੁੜੇ ਨੇ। ਨਾਲੇ ਹੁਣ ਪਤਾ ਲੱਗ ਜੂ ਕਿੰਨੀ ਕੁ ਬਾਦਲਾਂ ਦੀ ਟਰਾਂਸਪੋਰਟ ਬੰਦ ਕਰ ਲੈਂਦਾ, ਪਤਾ ਲੱਗ ਜੂਗਾ 4 ਮਹੀਨੇ ਚ ਕੀ ਕੁਛ ਹੁੰਦਾ। ਪਰ ਗੱਲ ਇਹ ਹੈ ਨਾ ਕਿ ਤੁਸੀਂ ਆਪਣੇ 5 ਜਿਹੜੇ ਨੇ ਸਲਾਹਕਾਰ ਭਰਤੀ ਕੀਤੇ, ਪਹਿਲਾਂ ਤਾਂ ਪ੍ਰੋਟੋਕੋਲ ਨਹੀਂ ਸੀ, ਚਲੋ ਠੀਕ ਹੈ ਭਰਤੀ ਕਰ ਲਏ, ਹੁਣ ਉਹ ਕੀ ਕੰਟਰੀਬਿਊਸ਼ਨ ਸੀ ਉਹਨਾਂ ਦਾ ਇੱਕ ਅੱਧੇ ਨੂੰ ਛੱਡ ਕੇ? ਬਾਕੀ ਜਿਹੜਾ ਹੈਗਾ ਖਾਸ ਕਰਕੇ ਮੁਹੰਮਦ ਮੁਸਤਫਾ ਇਸ ਕਰਕੇ ਨਾਰਾਜ਼ ਹੋ ਕੇ ਬਹਿ ਗਿਆ ਕਿ ਮੇਰੇ ਨਾਂ ਨਾਲ ਆਹ ਲਾਓ, ਮੈਂ ਤਾਂ ਭਰਤੀ ਹੂੰ, ਸੀਨੀਅਰ ਬਣਾਓ ਮੈਨੂੰ ਤਾਂ, ਤੇ ਸਿੱਧੂ ਨੂੰ ਮਜਬੂਰਨ ਕਰਨਾ ਪਿਆ। ਯਾਰ ਐਡੀ ਵੀ ਕਿਹੜੀ ਮਜਬੂਰੀ? ਜੇ ਹੁਣ ਇਕਬਾਲਪ੍ਰੀਤ ਸੋਤਾ ਮੌਕੇ ਦਾ ਅਫਸਰ ਹੈ, ਚਾਹੇ ਠੀਕ ਹੈ ਗਲਤ ਕੀਤਾ, ਸਟੇਟ ਦੀ ਜੌਬ ਹੈ, ਨਿਭਾਈ ਹੈ, ਕੋਈ ਵੀ ਹੈ ਨਿਭਾਉਂਦਾ ਹੈ, ਠੀਕ ਹੈ ਕਿ ਕਾਨੂੰਨਨ ਗੈਰ ਕਾਨੂੰਨੀ ਬਹੁਤ ਚੀਜ਼ਾਂ ਹੁੰਦੀਆਂ ਨੇ ਇੰਡੀਆ ਦੇ ਸਿਸਟਮ ਦੇ ਵਿੱਚ, ਤੇ ਪਾਵਰ ਜਿਹਦੇ ਕੋਲ ਆਉਂਦੀ ਹੈ ਪਾਵਰ। ਹੁਣ ਤੁਸੀਂ ਵੇਖੋ ਕਿ ਖਾੜਕੂਬਾਦ ਚ ਕਿੰਨੇ ਲੋਕ ਸੀਗੇ ਸੁਰਿੰਦਰ, ਤੁਹਾਡੇ ਨਾਲ ਪਤਾ ਹੀ ਹੈ ਕਿ ਕਿਵੇਂ ਉਹਨਾਂ ਨੇ ਸੰਤਾਂ ਦੇ ਨਾਂ ਤੇ ਕੀ ਕੁਛ ਨਹੀਂ ਕੀਤਾ, ਅਰਬਾਂ ਖਰਬਾਂ ਇਕੱਠੀ ਕਰੀ ਬੈਠੇ ਨੇ ਉਹ ਲੋਕ। ਉਹਨਾਂ ਨੂੰ ਦੁੱਧ ਧੋਤੇ ਕਰਾਰ ਦੋਗੇ? ਲੋਕਾਂ ਦੀ ਨਜ਼ਰ 'ਚ ਉਹ ਦੁੱਧ ਧੋਤੇ ਨੇ। ਤੁਸੀਂ ਉਹਨਾਂ ਦਾ ਸਭ ਦਾ ਹੀਜ ਪਿਆ ਜਾਣਦੇ ਹੋ ਕਿ ਕਿਹਨੇ ਕਿਹੜੀ ਡਕੈਤੀ 'ਚੋਂ ਕਿੰਨੇ ਕਰੋੜ ਰੁਪਈਆ ਸਾਂਭਿਆ। ਸੋ ਉਹ ਲੋਕਾਂ ਦੀ ਨਜ਼ਰ 'ਚ ਦੁੱਧ ਧੋਤੇ ਨੇ। ਸੋ ਮੂਵਮੈਂਟਾਂ 'ਚ ਵੀ ਧਰਮ ਦੀ ਇਹ ਮੂਵਮੈਂਟ ਸੀ, ਜਾਨ ਤਲੀ ਤੇ ਧਰ ਕੇ ਲੜੀ ਇਹ ਮੂਵਮੈਂਟ ਸੀ। ਇਹਦੇ 'ਚ ਵੀ ਕਿੰਨਾ ਟੋਲਾ ਜਿਹੜਾ ਲੁਟੇਰਿਆਂ ਦਾ ਸੀਗਾ, ਤੁਹਾਨੂੰ ਤਾਂ ਸਾਰਾ ਪਤਾ ਨਾ। ਤੇ ਫਿਰ ਉਹ ਲੋਕ ਤਾਂ ਬਾਈ ਜੀ ਪੰਜਾਬ 'ਚੋਂ ਹੀ ਆਉਣੇ ਆ ਨਾ, ਕਿੱਥੋਂ ਤੁਸੀਂ ਦੁੱਧ ਧੋਤੇ ਲਿਆਓਗੇ? ਗੱਲ ਤੇ ਤੁਸੀਂ ਜੇ ਛੱਡ ਕੇ ਭੱਜੋਗੇ, ਇਹ ਵੀ ਕੋਈ ਸਿਆਣਪ ਨਹੀਂ। ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ, ਜਿੰਨਾ ਕੁ ਹੋਇਆ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਸੁਰਿੰਦਰ ਜੀ ਇੱਕ ਕਾਲ ਲੈਣਾ, ਇਸ ਤੋਂ ਬਾਅਦ ਕੰਟੀਨਿਊ ਕਰਦੇ ਆਪਾਂ। 55 ਨੰਬਰ, ਵੈਲਕਮ ਸਰ। ਹੈਲੋ, ਹਾਂਜੀ 55 ਨੰਬਰ, ਤੁਸੀਂ ਆਨ 에ਅਰ ਹੋ? ਹਾਂਜੀ, ਸਤਿ ਸ਼੍ਰੀ ਅਕਾਲ, ਜੋਰਾ ਬੋਲਦਾ ਜੀ। ਹਾਂਜੀ ਜੋਰਾ ਦਾ ਉਧਰ ਤੋਂ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਹੋ ਸਿੱਧੂ ਸਾਹਿਬ? ਹਾਂਜੀ ਬਾਜੀ, ਮੈਂ ਬੇਨਤੀ ਇਹ ਕਰਦਾ ਵੀ ਕੱਲ ਦੀਆਂ ਇਹਦੀਆਂ ਸੁਣਦੇ ਆ ਜਿਹੜੀਆਂ ਨਵਜੋਤ ਸਿੱਧੂ ਵਾਲੇ ਅਸਤੀਫੇ ਦੀਆਂ, ਬਾਈ ਜੀ ਬੇਨਤੀ ਇਹ ਕਰਦਾ ਮੈਂ ਬਾਈ ਸੁਰਿੰਦਰ ਸਿੰਘ ਦੇ ਨਾਲ ਵੀ ਸਹਿਮਤ ਆ, ਤੁਹਾਡੇ ਨਾਲ ਵੀ ਸਹਿਮਤ ਆ, ਸਿੱਧੂ ਦੀਆਂ ਗੱਲਾਂ ਨਾਲ ਵੀ ਸਹਿਮਤ ਆ। ਮੈਨੂੰ ਮਾੜੀ ਜਿਹੀ ਇੱਕ ਗੱਲ ਦੀ ਜਾਣਕਾਰੀ ਦਿਓ। ਜਦੋਂ ਤਾਂ ਮਤਲਬ ਕੈਪਟਨ ਮੁੱਖ ਮੰਤਰੀ ਸੀ, ਉਦੋਂ ਤਾਂ ਸਿੱਧੂ ਦੀ ਤਾਜੋ ਪੂਛੀ ਤੇ ਬੱਸਾਂ ਭਰ ਗਈਆਂ ਤੇ ਐਕਸੀਡੈਂਟ ਹੋਏ, ਉਹ ਹੋਇਆ ਉਹ ਹੋਇਆ, ਪਤਾ ਨਹੀਂ ਕਿੱਡੀ ਕੁ ਜੰਗ ਜਿੱਤ ਲਈ। ਜਦੋਂ ਇਸ ਬੰਦੇ ਦੀ ਉਸ ਬੰਦੇ ਨਾਲ ਸੱਥਰੀ ਨਹੀਂ ਸੀ ਪੈਂਦੀ ਬਿਲਕੁਲ ਹੀ, ਨਾ ਕੋਈ ਮੰਤਰੀ ਚੇਂਜ ਹੋਣਾ ਸੀ, ਨਾ ਕੋਈ DGP ਚੇਂਜ ਹੋਣਾ ਸੀ, ਇਹਦੇ ਕਹਿਣ ਤੇ ਨਾ ਕੋਈ ਕੁਛ ਹੋਰ ਹੋਣਾ ਸੀ। ਇੰਨਾ ਟਾਈਮ ਤੱਕ ਚਾਮ ਲਿਆ ਰਿਹਾ, ਮੈਂ ਐ ਕਰ ਦੂੰ, ਮੈਂ ਜਿਉਂ ਕਰ ਦੂੰ। ਹੁਣ ਇਹਦੀ ਆਪਦੀ ਅੱਧ ਤੋਂ ਜ਼ਿਆਦਾ ਮੁੱਖ ਮੰਤਰੀ ਇਹ ਸੀ ਪਹਿਲੇ 4 ਦਿਨ। ਹੁਣ ਜਦੋਂ ਪਤਾ ਲੱਗਿਆ ਵੀ ਅਸਤੀਫਾ ਦੇ ਕੇ ਮੁੱਖ ਮੰਤਰੀ ਵਾਲੀ ਸੀਟ ਖਾਲੀ ਹੋਊਗੀ, ਹੁਣ ਇਹਨੂੰ ਕੀ ਹੋ ਗਿਆ? ਪਹਿਲਾਂ ਕਿਹੜੇ ਹਿਸਾਬ ਨਾਲ BJP ਇਹ ਅੰਦਰ ਕਰਾ ਦਿੰਦਾ, ਕਿਹੜੇ ਹਿਸਾਬ ਨਾਲ ਡਰੱਗ ਮਾਫੀਆ ਫੜ ਲੈਂਦਾ, ਕਿਹੜੀ ਚੀਜ਼ ਇਹਦੇ ਕੋਲ ਪਾਵਰ ਕਿਹੜੀ ਸੀਗੀ ਉਸ ਟਾਈਮ ਤੇ ਜਦੋਂ ਕੈਪਟਨ ਮੁੱਖ ਮੰਤਰੀ ਸੀ? ਹੁਣ ਉਹ ਪਤਾ ਬਣ ਗਿਆ, ਹੁਣ ਇਹਨੂੰ ਆਪਦੀ ਮੁੱਖ ਮੰਤਰੀ ਦੀ ਅੱਗ ਲੱਗ ਗਈ, ਹੋਰ ਇਸ ਤੋਂ ਬਿਨਾਂ ਕੁਛ ਨਹੀਂ। ਇਹ ਡਰਾਮਾ ਕਰਦਾ, ਭਾਵੁਕ ਕਰਦਾ ਲੋਕਾਂ ਨੂੰ। ਜਦੋਂ ਇਹ ਬੰਦੇ ਨੇ ਇਹਦੀ ਇੱਕ ਵੀ ਗੱਲ ਨਹੀਂ ਸੀ ਮੰਨਣੀ, ਜਦੋਂ ਅਸਤੀਫਾ ਦਿੱਤਾ ਗਿਆ 4-5 ਦਿਨ ਵਧੀਆ ਲੰਘੇ, ਹੁਣ ਜਦੋਂ ਪਤਾ ਲੱਗਿਆ ਵੀ ਉਹਦੇ ਫੇਵਰ ਤੇ ਲੋਕ ਜਾਂਦੇ ਆ, ਇਹ ਨਿਮਰਤਾ ਚਾਹੁੰਦਾ, ਹਰ ਇੱਕ ਗੱਲ ਗਰੀਬਾਂ ਦੇ ਘਰੇ ਦੀ ਗਿਆ, ਭੰਗੜੇ ਦੀ ਪਾ ਲਈ, ਉਹ ਵੀ ਆ ਬੈਂਚਾਂ ਤੇ ਜਾ ਕੇ ਚਾਹ ਵੀ ਪੀ ਲਈ। ਹੁਣ ਇਹਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਵੀ ਮੈਂ ਕੀ ਕਰਾਂ। ਮੇਰਾ ਮਤਲਬ ਇਹ ਮੰਨਣਾ ਇਹ ਮੁੱਖ ਮੰਤਰੀ ਬਣਨ ਦੇ ਚੱਕਰ ਚ ਹੋਰ ਕੁਛ ਨਹੀਂ ਚਾਹੀਦਾ। ਓਕੇ, ਦੇਖੋ ਮੁੱਖ ਮੰਤਰੀ ਵੀ ਕੋਈ ਵੱਡੀ ਗੱਲ ਨਹੀਂ, ਵਕਤ ਲੱਗਦਾ ਹੈ। ਤੁਸੀਂ 5 ਸਾਲ ਹੋਏ ਨੇ ਕਾਂਗਰਸ ਚ ਆਇਆ ਨੂੰ, ਇੱਥੇ ਲੋਕਾਂ ਨੂੰ 50-50 ਸਾਲ ਹੋ ਗਏ ਯੁਵਕਦਿਆਂ ਨੂੰ, ਕੋਈ ਇਲਾਕੇ ਦੀ ਸਰਪੰਚੀ ਨਹੀਂ ਮਿਲਦੀ। ਸੋ ਇਸ ਕਰਕੇ ਸਮਾਂ ਲੱਗਦਾ ਹੈ। ਤੁਸੀਂ 3-4 ਮਹੀਨੇ ਕਾਰਜਕਾਲ ਤਾਂ ਆਪਣਾ ਦਿਖਾਓ ਨਾ। ਠੀਕ ਹੈ, ਵੱਡੇ ਕੰਮ ਤੁਸੀਂ ਨਹੀਂ ਕਰ ਸਕਦੇ, ਬੇਅਦਬੀਆਂ ਤੇ ਨਹੀਂ ਕੁਝ ਕਰ ਸਕਦੇ, ਡਰੱਗ ਤਾਂ ਥੋੜੀ ਬਹੁਤੀ ਰੋਕੀ ਜਾ ਸਕਦੀ ਹੈ ਜਿੰਨਾ ਕੁ ਤੁਹਾਡਾ ਸਿਸਟਮ ਹੈ। ਤੇ ਇਹ ਠੀਕ ਹੈ ਕਿ ਮੌਕੇ ਦੇ ਅਫਸਰ ਰਹੇ ਨੇ, ਉਹਨਾਂ ਨੇ ਜੋ ਮੌਕੇ ਦੀ ਸਰਕਾਰ ਹੈ ਉਸ ਮੁਤਾਬਕ ਕਰਨਾ। ਹੁਣ ਤੁਸੀਂ DGP ਕੋਈ ਲਾਉਂਦੇ ਹੋ, ਉਹ ਤੁਹਾਡੇ ਇੱਛਾ ਦੇ ਮੁਤਾਬਕ ਹੀ ਕਰੇਗਾ। ਤੁਸੀਂ ਜਾਂ ਤਾਂ ਤੁਸੀਂ ਦੱਸ ਦਿਓ ਕਿ ਅਸੀਂ ਦੁੱਧ ਧੋਤੇ ਹਾਂ, ਅਸੀਂ ਹਰੀਸ਼ ਚੰਦਰ ਦੀ ਔਲਾਦ ਹਾਂ, ਅਸੀਂ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਾਉਂਦੇ। ਮੌਕੇ ਦੀ ਸਰਕਾਰ ਸੁਰਿੰਦਰਵੀਰ ਕੋਈ ਵੀ ਹੈ, ਚਾਹੇ ਨਵਜੋਤ ਸਿੰਘ ਸਿੱਧੂ ਬਣੇ, ਗਲਤ ਕੰਮ ਕਾਨੂੰਨਨ ਗੈਰ ਕਾਨੂੰਨਨ ਇਹ ਵੀ ਕਰਾਏਗਾ। ਜੇ ਬਾਦਲਾਂ ਦੇ ਰਾਜ 'ਚ ਸੋਤੇ ਹੋਰੀ ਸੀਗੇ, ਉਹਨਾਂ ਤੋਂ ਗਲਤ ਕੰਮ ਸਰਕਾਰਾਂ ਨੇ ਕਰਾਏ ਨੇ, ਕੁਝ ਕਰਦੇ ਨੇ, ਉਹਨਾਂ ਦੇ ਵੀ ਇੰਟਰਸਟ ਹੁੰਦੇ ਨੇ।
ਕੁਛ ਉਹਨਾਂ ਦੀ ਜੌਬ ਬਣਦੀ ਹੈ ਉੱਥੇ, ਫਿਰ ਪਤਾ ਕਿ ਬੰਦਾ ਟਰੇਸ ਕਰਨਾ ਉੱਥੇ ਗਿੱਲੀ ਸੁੱਕੀ ਸਭ ਛੱਡਦੀ ਹੈ। ਸੋ ਇਸ ਕਰਕੇ ਇਹ ਜਿਹੜਾ ਨਾ ਪੁਲਿਸ ਫੋਰਸ ਦੇ ਵਿਵਾਦ ਤਾਂ ਹੁੰਦੇ ਨੇ, ਅਮਰੀਕਾ 'ਚ ਵੀ ਹੋਇਆ, ਪੁਲਿਸ ਅਫਸਰ ਜੋ ਗਲਤ ਕਰਦੇ ਨੇ ਉਹਨਾਂ ਨਾਲ ਵਿਵਾਦ ਤਾਂ ਹੁੰਦੇ ਨੇ, ਪਰ ਉਹਨਾਂ ਮੁਲਕਾਂ 'ਚ ਥੋੜਾ ਠੀਕ ਹੈ, ਸਿਸਟਮ ਠੀਕ ਹੈ, ਲੋਕ ਸਿਆਣੇ ਨੇ, ਪੁਲਿਸ ਆਜ਼ਾਦ ਹੈ। ਪਰ ਹੁਣ ਜਦੋਂ ਇਹ ਆਪਣਾ ਡੀਜੀਪੀ ਲਾਉਣਗੇ, ਕੀ ਆਪਣੇ ਡੀਜੀਪੀ ਤੋਂ ਇਹ ਗਲਤ ਕੰਮ ਨਹੀਂ ਕਰਾਉਣਗੇ? ਆਪ ਦਾ ਸਵਾਗਤ ਹੈ ਜੀ, ਵੈਲਕਮ 93 ਨੰਬਰ US ਤੋਂ। ਸਵਾਗਤ ਬਾਈ ਜੀ, ਬਲਵੀਰ ਜੀ। ਹੈਲੋ, ਸੌਰੀ ਕਾਲ ਕੱਟ ਗਈ ਹੈ ਜੀ। ਸੁਰਿੰਦਰ ਕੰਟੀਨਿਊ ਪਲੀਜ਼। ਹਾਂਜੀ ਸੁਰਿੰਦਰ ਜੀ। ਹਾਂਜੀ ਹਰ ਸਰਕਾਰ ਬਾਈ ਜੀ ਚਾਹੇ ਕਿੱਡੀ ਵੀ ਦੁੱਧ ਧੋਤੀ ਹੈ, ਆਪਣਾ ਡੀਜੀਪੀ ਲਾ ਕੇ ਕੀ ਗਲਤ ਕੰਮ ਆਪਣੇ ਤੋਂ ਨਹੀਂ ਕਰਾਉਂਦੀ? ਕੈਪਟਨ ਨੇ ਨਹੀਂ ਕਰਾਏ, ਅੱਜ ਚੰਨੀ ਆਏ ਆ, ਕੀ ਚੰਨੀ ਗਲਤ ਕੰਮ ਨਹੀਂ ਕਰਾਉਣਗੇ ਜਾਇਜ਼ ਨਜਾਇਜ਼? ਜੀ ਨਹੀਂ, ਮੈਂ ਉਹ ਤੋਂ ਤਾਂ ਮੁਨਕਰ ਹੀ ਨਹੀਂ ਹੁੰਦਾ ਕਿ ਸਰਕਾਰਾਂ ਗਲਤ ਨਹੀਂ ਕਰਾਉਂਦੀਆਂ। ਸਰਕਾਰਾਂ ਗਲਤ ਕਰਾਉਂਦੀਆਂ ਨੇ ਤੇ ਤਾਂ ਹੀ ਤੇ ਇਹ ਸਿਆਪੇ ਖੜੇ ਹੁੰਦੇ ਆ। ਜੇ ਸਰਕਾਰ ਗਲਤ ਨਾ ਕਰਾਵੇ ਤੇ ਪੁਲਿਸ ਗਲਤ ਨਾ ਕਰੇ ਤੇ ਫਿਰ ਤਾਂ ਲੋੜ ਹੀ ਨਹੀਂ ਆ ਲੋਕਾਂ ਨੂੰ ਲੀਡਰ ਤੱਕ ਭੱਜਣ ਦੀ। ਫਿਰ ਤਾਂ ਲੋਕ ਆਰਾਮ ਨਾਲ ਘਰੇ ਨਾ ਬਹਿ ਜਾਣ। ਸਵੇਰ ਨੂੰ ਲੋਕਾਂ ਦੀਆਂ ਲਾਈਨਾਂ ਲੱਗਦੀਆਂ, ਕੁੱਤੇ ਭਕਾਈ ਹੁੰਦੀ ਆ, ਸਾਰਾ ਦਿਨ ਲੀਡਰਾਂ ਦੇ ਘਰਾਂ ਦੇ ਮੋਹਰੇ ਜਿਹੜੇ ਆ ਉਹ ਬੈਠ ਕੇ ਸ਼ਾਮ ਨੂੰ ਉੱਠ ਕੇ ਆ ਜਾਂਦੇ ਆ। ਕਾਹਦੇ ਲਈ ਹੁੰਦੇ ਆ? ਇਸੇ ਕਰਕੇ ਹੋ ਰਿਹਾ ਨਾ ਕਿ ਸਰਕਾਰਾਂ ਦੇ ਇਸ਼ਾਰੇ ਤੇ ਸਾਰਾ ਕੁਝ ਚੱਲਦਾ, ਤੇ ਤਾਂ ਕਰਕੇ ਇਹ ਕੁਝ ਹੋ ਰਿਹਾ ਨਾ। ਹੁਣ ਵੀ ਜੇ ਪੌਣੇ 5 ਸਾਲ ਦੇ ਵਿੱਚ, ਪਿਛਲਾ ਤਾਂ ਛੱਡੋ, ਜਿਹੜਾ ਉਹਨਾਂ ਦਾ 1.5 ਸਾਲ ਲੰਘਿਆ ਸੀਗਾ ਉਹਨੂੰ ਛੱਡ ਦੋ, ਜਿਹੜਾ ਪੌਣੇ 5 ਸਾਲ 'ਚ ਜੇ ਇਨਸਾਫ ਨਹੀਂ ਮਿਲਿਆ ਉਹ ਇਸ ਕਰਕੇ ਕਿ ਪੋਲੀਟੀਕਲ ਪ੍ਰੈਸ਼ਰ ਸੀ, ਤਾਂ ਹੀ ਨਹੀਂ ਨਾ ਇਨਸਾਫ ਮਿਲਿਆ। ਜੇ ਪੋਲੀਟੀਕਲ ਪ੍ਰੈਸ਼ਰ ਨਾ ਹੁੰਦਾ ਤਾਂ ਇਨਸਾਫ ਮਿਲ ਜਾਂਦਾ। ਠੀਕ ਹੈ ਨਾ। ਇਹ ਤੋਂ ਤਾਂ ਮੈਂ ਕਦੀ ਮੁਨਕਰ ਹੀ ਨਹੀਂ ਹੁੰਦਾ ਕਿ ਹਮੇਸ਼ਾ ਜਿਹੜੀ ਮਰਜ਼ੀ ਸਰਕਾਰ ਆ ਜੇ, ਹਰ ਸਰਕਾਰ ਨੇ ਧੱਕਾ ਕਰਨਾ ਹੀ ਕਰਨਾ। ਮਤ ਸੋਚੋ ਕਿ ਕੋਈ ਵੀ ਸਰਕਾਰ ਇਮਾਨਦਾਰ ਆ ਜਾਊਗੀ, ਪਰ ਜਿਹੜਾ ਕੋਈ ਇਮਾਨਦਾਰ ਵਿਅਕਤੀ ਆ ਉਹਦੇ ਪੈਰ ਨਹੀਂ ਲੱਗਣੇ। ਮੈਂ ਇਸ ਗੱਲ ਨੂੰ ਹਮੇਸ਼ਾ ਕਾਊਂਟ ਕਰਦਾ ਕਿ ਇਮਾਨਦਾਰ ਵਿਅਕਤੀ ਜਿਹੜਾ, ਉਹਦੀ ਸਿਆਸਤ 'ਚ ਥਾਂ ਹੈ ਨਹੀਂ ਗੀ। ਪ੍ਰਗਟ ਸਿੰਘ ਚੱਲਣਾ ਚਾਹੂਗਾ, ਕਿੰਨੇ ਕੁ ਦਿਨ ਚੱਲ ਜਾਊਗਾ? ਮੈਂ ਬੜੇ ਲੰਬੇ ਅਰਸੇ ਬਾਅਦ ਇੱਕ ਵਾਰੀ ਪ੍ਰਗਟ ਸਿੰਘ ਨੂੰ 2010 'ਚ ਮਿਲਿਆ ਸੀ, ਜਿਸ ਵੇਲੇ ਇਹ ਉੱਥੇ ਸੀਗਾ, ਆਪਣਾ ਕੀ ਨਾਂ ਸੀ ਉਦੋਂ ਪੰਜਾਬ ਦਾ ਡਾਇਰੈਕਟਰ ਸਪੋਰਟਸ ਸੀਗਾ। ਉਸ ਵੇਲੇ ਕਿਸੇ ਦਾ ਕੰਮ ਹੈ, ਜਦੋਂ ਗਿਆ ਤੇ ਮੈਂ ਦੇਖ ਕੇ ਹੈਰਾਨ। ਪਹਿਲਾਂ ਤਾਂ ਉਸ ਬੰਦੇ ਨਾਲ ਲੜਿਆ, ਕਹਿੰਦਾ ਤੂੰ ਇਹਨਾਂ ਨੂੰ ਕਿਉਂ ਲੈ ਕੇ ਆਏ? ਜਦੋਂ ਤੇਰਾ ਕੰਮ ਜਾਇਜ਼ ਆ ਮੈਂ ਤਾਂ ਉਦੋਂ ਹੀ ਕਰਨਾ ਸੀ, ਤੈਨੂੰ ਲਿਆਉਣ ਦੀ ਕੀ ਲੋੜ ਸੀ? ਮੈਨੂੰ ਕਹਿੰਦਾ ਤੁਸੀਂ ਆ ਗਏ, ਕੋਈ ਗੱਲ ਨਹੀਂ, ਤੁਸੀਂ ਬੈਠੋ, ਮੈਂ ਹੁਣੇ ਕਰਵਾ ਦੇਣਾ। ਮੇਰੇ ਬੰਦਿਆਂ ਦੀ ਵੀ ਨਲਾਇਕੀ ਹੋ ਸਕਦੀ। ਜੋ ਪੁੱਛਿਆ ਉਹ ਕਹਿੰਦੇ ਫਾਈਲ ਤਾਂ ਸਾਡੇ ਕੋਲ ਆਈ ਨਹੀਂ। ਮੈਨੂੰ ਕਹਿੰਦੇ ਵੀ ਫਾਈਲ ਤਾਂ ਬੰਦਿਆਂ ਕੋਲ ਨਹੀਂ, ਫਾਈਲ ਤੇ ਕੋਲੇ ਚੱਕੀ ਫਿਰਦਾ, ਤੇ ਇਹ ਤਾਂ ਰੂਟੀਨ 'ਚ ਭੇਜੋ, ਮੈਂ ਉਦਾਂ ਹੀ ਕਰਕੇ ਤੋਰ ਦੇਣਾ। ਹੁਣ ਗੱਲ ਤੇ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਵੀ ਕੋਈ ਬੈਠਣ ਨਹੀਂ। ਪਰ ਉਧਰ ਤੁਸੀਂ ਵੇਖੋ ਕਿ ਕੈਪਟਨ ਅਮਰਿੰਦਰ ਦੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਹੋ ਗਈ। ਆਪਾਂ ਤਾਂ ਫਿਰ ਕੱਲ ਹੀ ਜ਼ਿਕਰ ਕਰ ਦਿੱਤਾ ਸੀ। ਮੈਂ ਬਾਅਦ 'ਚ ਲੈਣਾ ਸੀ। ਖੇਤੀਬਾੜੀ ਮੰਤਰੀ ਇੱਕ ਕਾਲ ਲੈ ਲਈ, ਕੋਈ ਨਹੀਂ, ਇੱਕ ਕਾਲ ਲੈ ਲਈਏ। ਤੇ ਖੇਤੀਬਾੜੀ ਮੰਤਰੀ ਬਣਨ ਦੇ ਅਸਾਰ ਬਣ ਗਏ ਨੇ। ਸੋ ਸਵਾਗਤ ਤੁਹਾਡਾ ਮਨਦੀਪ ਚਾਲ, ਸਵਾਗਤ ਹੈ ਤੁਹਾਡਾ, ਵੈਲਕਮ ਮਨਦੀਪ, ਸਵਾਗਤ ਹੈ, ਵੈਲਕਮ। ਮਨਦੀਪ ਜੀ ਗੱਲ ਕਰੋ ਜਰਾ। ਹੈਲੋ ਮਨਦੀਪ, ਆਵਾਜ਼ ਨਹੀਂ ਆ ਰਹੀ। ਮੇਰੇ ਪਰਸਨਲ ਫੋਨ ਤੇ ਗੱਲ ਕਰੋ, ਇਹਦੇ ਤੇ ਦਿੱਕਤ ਆਉਂਦੀ ਮੇਰੇ ਖਿਆਲ ਲਾਈਨ 'ਚ ਕੋਈ। ਜੀ ਸੁਰਿੰਦਰ, ਤੇ ਇਸੇ ਦੌਰੇ ਸਿਆਸਤ 'ਚ ਮੈਂ ਉਦੋਂ ਵੀ ਆਖਿਆ ਸੀ ਕਿ ਭਾਈ ਪੁਰਾਣੇ ਜਨਸੰਘ ਦੇ ਰਿਸ਼ਤੇ ਨੇ, ਤੇ ਹੁਣ ਕੱਲ ਕਹਿੰਦਾ ਮੈਂ ਤਾਂ ਸਮਾਨ ਚੱਕਣ ਗਿਆ। ਮਤਲਬ ਹੱਜ ਹੈ ਇਹਨਾਂ ਲੋਕਾਂ ਦਾ ਯਾਰ ਕੋਈ। ਤੇ ਅੱਜ ਸਮਾਨ ਚੱਕਣ ਗਿਆ, ਅੱਜ ਮੁਲਾਕਾਤ ਵੀ ਕਰ ਲਈ, ਉਹ ਵੀ ਪੌਣਾ ਘੰਟਾ ਬੜੇ ਹੱਥ ਫੜ ਕੇ ਹਿਲਾਏ ਨੇ। ਮਨਦੀਪ ਚਾਹਲ ਨੇ ਕਮੈਂਟ ਵੀ ਕੀਤਾ। ਤੇ ਇਸ ਦੌਰਾਨ ਅਮਿਤ ਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚਿਆ ਕੈਪਟਨ ਅਮਰਿੰਦਰ ਸਿੰਘ, ਤੇ ਖੇਤੀਬਾੜੀ ਮੰਤਰੀ ਬਣਨ ਦੇ ਚਰਚੇ ਨੇ ਕਹਿੰਦੇ। ਤੇ ਗੱਲ ਉਹੀ ਹੈ ਕਿ ਬੀਜੇਪੀ ਕੋਈ ਨਾ ਕੋਈ ਸਮਝੌਤਾ ਕਰ ਸਕਦੀ ਹੈ, ਕਿਉਂਕਿ ਖੇਮਾ ਇਹਦਾ ਅੱਧ ਪਚੱਧ ਹੈਗਾ, ਜਾਂ ਜਿਹੜੇ ਧਿਰਾਂ ਉਗਰਾਹ ਹੋ ਰਹੀ ਜਾਂ ਜਿਹੜੇ ਨਹੀਂ ਨਾਰਾਜ਼ ਉਹ ਆਪਣਾ ਅੰਦੋਲਨ ਚਲਾਉਂਦੇ ਰਹਿਣਗੇ। ਤੇ ਕਿਤੇ ਨਾ ਕਿਤੇ ਬੀਜੇਪੀ ਕਾਂਗਰਸ ਮੁਕਤ ਭਾਰਤ ਕਰਨ ਦੀ ਜਿਹੜੀ ਕਵਾਇਦ ਹੈ, ਇਹਦੇ ਚ ਸਿੱਧੂ ਨੂੰ ਵੀ ਗੁਣਾ ਪੈ ਸਕਦਾ ਕੱਲ ਨੂੰ। ਉਹਨਾਂ ਨੂੰ ਤਾਂ ਇਹ ਕਿ ਕਾਂਗਰਸ ਮੁਕਤ ਹੋਵੇ, ਆਪੋਜੀਸ਼ਨ ਰਹੇ ਕੋਈ ਨਾ, ਇਹ ਖਲਾਰਾ ਪਾ ਕੇ। ਸੋ ਕਪਤਾਨ ਤੇ ਅਮਿਤ ਸ਼ਾਹ ਦੀ ਮੀਟਿੰਗ ਨੂੰ ਕੀ ਸਰਕਮਸਟੈਂਸ ਵੇਖਦੇ ਹੋ? ਜੀ ਸੁਰਿੰਦਰ। ਦੇਖੋ, 3 ਦਿਨ ਪਹਿਲਾਂ ਤੋਂ ਇਹ ਕਵਾਇਦ ਚੱਲ ਰਹੀ ਸੀ, ਕੁਝ ਪੋਸਟਾਂ ਪੈ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਹੋਏਗਾ ਭਾਰਤ ਸਰਕਾਰ 'ਚ। ਮੈਂ ਇਹਨੂੰ ਛੋਛਾ ਜਿਹਾ ਸਮਝ ਕੇ ਛੱਡ ਦਿੱਤਾ ਸੀ, ਬਹੁਤੀ ਤਵੱਜੋ ਨਹੀਂ ਸੀ। ਕੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਇੱਕ ਪ੍ਰਾਈਵੇਟ ਹੈਲੀਕਾਪਟਰ 'ਚ ਦਿੱਲੀ ਪਹੁੰਚਿਆ ਤੇ ਸਵਾਲ ਉੱਠਣੇ ਸ਼ੁਰੂ ਹੋਏ ਸੀ, ਪਰ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ 3 ਨਾਲ ਗਏ ਆ ਉਹਨਾਂ ਨੇ ਉਹਦੇ ਤੇ ਵਿਰਾਮ ਲਾਤਾ ਸੀ। ਉਹ ਕਹਿੰਦੇ ਨਹੀਂ ਜੀ, ਅਸੀਂ ਤਾਂ ਆਪਦਾ ਕਪੂਰਥਲਾ ਹੌਜ 'ਚ ਸਮਾਨ ਚੱਕਣ ਗਏ ਆ। ਤੇ ਮੈਂ ਉਦੋਂ ਵੀ ਕਿਹਾ ਸੀ, ਸਮਾਨ ਤਾਂ ਕਦੀ SHO ਵੀ ਨਹੀਂ ਚੱਕਣ ਜਾਂਦਾ, SHO ਦੀ ਬਦਲੀ ਹੁੰਦੀ, ਉਹ ਵੀ 5-7 ਬੰਦੇ ਭੇਜਦਾ, ਕਹਿੰਦਾ ਸਮਾਨ ਸਮੇਟ ਕੇ ਸਾਰਾ ਲੈ ਆਓ ਜਿਹੜਾ ਆਪਣੇ ਕੁਆਟਰ 'ਚ ਪਿਆ, ਆਪਾਂ ਹੁਣ ਉਹ ਥਾਣੇ 'ਚ ਨਹੀਂ ਜਾਣਾ ਕਿਉਂਕਿ ਆਪਣੀ ਬਦਲੀ ਹੋ ਗਈ ਆ।
ਤੇ ਮੁੱਖ ਮੰਤਰੀ ਖੁਦ ਦਾ ਸਮਾਨ ਚੱਕਣ ਜਾਵੇ। ਤੁਸੀਂ ਕਿਹਾ ਸੀ ਕਿ ਜੇ ਤਾਂ ਪਤਨੀ ਨਾਲ ਰਹਿੰਦੀ ਹੋਵੇ ਤੇ ਸਮਾਨ ਦਾ ਪਤਾ ਹੁੰਦਾ, ਜਦੋਂ ਨਾ ਰਹਿੰਦੀ ਹੋਵੇ ਤੇ ਫਿਰ ਖੁਦ ਨੂੰ ਹੀ ਪਤਾ। ਨਹੀਂ, ਉਹਦਾ ਬੇਵਕੂਫੀ ਸੀ। ਠੀਕ ਹੈ, ਉਹਨੂੰ ਕਿਹੜਾ ਕੋਈ ਘੇਰ ਕੇ ਉਹਦੇ ਮੂੰਹ 'ਚ ਮਾਈਕ ਤੁੰਨਦਾ ਸੀ ਵੀ ਦੱਸ ਕੀ ਕਰਨਾ ਹੈ, ਕਿ ਠੀਕ ਹੈ ਨਿੱਜੀ ਦੌਰੇ ਤੇ ਆਇਆ। ਕੱਲ ਕਹਿੰਦਾ ਮੈਂ ਸਮਾਨ ਚੱਕਣ ਆਇਆ, ਪਰ ਹੁਣ ਕਿਹੜਾ ਸਮਾਨ ਚੱਕਣ ਆਇਆ ਤੂੰ ਸੈਂਟਰ ਕੋਲੋਂ? ਸਮਾਨ ਤਾਂ ਕਿਸੇ ਮਿਨਿਸਟਰੀ ਦੇ ਚੱਕਦਾ। 5 ਸਾਲ ਮੋਦੀ ਸਾਹਿਬ ਦੇ ਪਸੰਦੀਦਾ ਸੀਐਮ ਦੇ ਤੌਰ ਤੇ ਕੰਮ ਕੀਤਾ, ਸੁਤੰਤਰ ਫੌਜੀ ਦੇ ਰੂਪ 'ਚ, ਜਿਵੇਂ ਹਰਸਿਮਰਤ ਨੇ ਬਿਆਨ ਵੀ ਦਿੱਤਾ ਸੀਗਾ। ਸੋ ਮਤਲਬ ਝੂਠ ਵੀ ਬੋਲਦੇ ਆ ਤੇ ਜਸਟੀਫਾਈ ਵੀ ਕਰਦੇ ਆ। ਤੂੰ ਸਮਾਨ ਚੱਕਣ ਗਿਆ, ਮੈਂ ਤਾਂ ਚਲੋ ਉਦਾਂ ਹਾਸੇ ਠੱਠੇ 'ਚ ਕਿਹਾ ਸੀ ਵੀ ਕਈ ਵਾਰੀ ਕੋਈ ਪਰਚੀਆਂ ਪੁਰਚੀਆਂ ਚਿੱਠੀਆਂ ਚੁੱਠੀਆਂ ਲਗੋ ਕੇ ਰੱਖੀਆਂ ਹੁੰਦੀਆਂ, ਬੰਦਾ ਸਾਂਭ ਲੈ, ਹਨਾ, ਕਿਸੇ ਨੂੰ ਨਹੀਂ ਦੱਸਦਾ ਨੌਕਰਾਂ ਚਾਕਰਾਂ ਨੂੰ, ਕਿਉਂਕਿ ਸੀਆਈਡੀ ਬੜੀ ਹੁੰਦੀ ਹੈ, ਪਤਾ ਨਹੀਂ ਕਿਹੜੇ ਸਰਾਣੇ ਬਿਸਤਰੇ 'ਚ ਕੀ ਕੁਛ ਪਾਇਆ ਹੋਵੇ, ਗੱਦੇ 'ਚ ਪਾੜ ਕੇ ਕੋਈ ਦਵਾਈ ਬੂਟੀ ਵੀ ਪਾਈ ਹੁੰਦੀ ਹੈ ਨਾ, ਕੈਮ ਕੂਮ ਹੋਣ ਵਾਲੀ। ਸੋ ਉਸ ਦੌਰਾਨ ਚਲੋ ਜਸਟ ਜੋਕਿੰਗ। ਪਰ ਇਹਦੇ 'ਚ ਇਹ ਹੈ ਨਾ ਕਿ ਦੇਖੋ ਕੱਲ ਇਹ ਜਸਟੀਫਾਈ ਕਰ ਰਿਹਾ ਸੀਗਾ ਕਿ ਨਹੀਂ ਜੀ ਮੈਂ ਤਾਂ ਸਮਾਨ ਚੱਕਣ ਆਇਆ, ਪਰ ਹੁਣ ਅਮਿਤ ਸ਼ਾਹ ਤੋਂ ਕਾਹਦਾ ਸਮਾਨ ਚੱਕਣ ਆਇਆ? ਸੌੜੀ ਰਾਜਨੀਤੀ ਦਾ ਕੋਈ ਗਫਾ ਲੈਣ ਆਇਆ ਉਹਨਾਂ ਤੋਂ, ਹੈ ਨਾ। ਸੋ ਇਹ ਔਕਾਤ ਪਤਾ ਲੱਗ ਜਾਂਦੀ ਹੈ ਸਿਆਸਤਦਾਨਾਂ ਦੀ। ਜਾਂ ਤਾਂ ਚੁੱਪ ਕਰੋ, ਬਾਦਲ ਸਾਹਿਬ ਵਾਂਗੂ ਘਾਗ ਹੋ ਜਾਓ ਕਿ ਕਾਕਾ ਜੀ ਮੈਨੂੰ ਤਾਂ ਪਤਾ ਨਹੀਂ, ਜੇ ਕਿਤੇ ਫਸ ਵੀ ਗਏ ਬੋਲਣਾ ਪਿਆ, ਕਾਕਾ ਜੀ ਮੈਂ ਤਾਂ ਪੜ੍ਹਿਆ ਨਹੀਂ ਇਹਦੇ ਬਾਰੇ, ਨੋ ਕਮੈਂਟ। ਹੁਣ ਤੂੰ ਕੱਲ ਦਾ ਜਸਟੀਫਾਈ ਵੀ ਕਰੀ ਜਾਣਾ ਕਿ ਮੈਂ ਤਾਂ ਸਮਾਨ ਚੱਕਣ ਗਿਆ ਸੀ, ਤੇ ਅੱਜ ਅਮਿਤ ਸ਼ਾਹ ਕੋਲੋਂ ਕਿਹੜਾ ਸਮਾਨ ਲੈਣ ਗਿਆ? ਕੀ ਸਰਕਮਸਟੈਂਸ ਵੇਖਦੇ ਹੋ? ਕਿਉਂਕਿ ਪਰ ਮੇਰਾ ਮੰਨਣਾ ਸੀ ਜਿਵੇਂ ਕਾਂਗਰਸ ਦੇ ਵਿੱਚ ਖਲਾਰਾ ਪਿਆ, ਕੈਪਟਨ ਨੂੰ ਕਿਤੇ ਨਾ ਕਿਤੇ ਫੇਰ ਲੱਗੇਗਾ ਕਿ ਮੈਂ ਸ਼ਾਇਦ ਫੇਰ ਮੁੜ ਕਾਂਗਰਸ 'ਚ ਆ ਸਕਦਾ। ਉਸ ਚੀਜ਼ ਨੂੰ ਅਜੇ ਰੋਕ ਲੱਗ ਸਕਦੀ ਹੈ, ਜਿਹਨੂੰ ਹਿੰਦੀ 'ਚ ਆਪਾਂ ਕਹਿੰਦੇ ਹਾਂ ਬਰਾਮ ਲੱਗ ਸਕਦਾ, ਤੇ ਉਹ ਚੀਜ਼ ਨੂੰ ਉਹ ਅਟਕਾ ਸਕਦਾ ਹੈ, ਬਰਾਮ ਲਾ ਸਕਦਾ ਹਿੰਦੀ ਭਾਸ਼ਾ ਵਾਲਿਆਂ ਮੁਤਾਬਕ। ਉਸ ਚੀਜ਼ ਨੂੰ ਕੁਝ ਦੇਰ ਲਈ ਪੈਂਡਿੰਗ ਰੱਖ ਸਕਦਾ ਸੀਗਾ ਕਿ ਕਾਂਗਰਸ 'ਚ ਖਲਾਰਾ ਪੈ ਗਿਆ, ਸਰਕਾਰ ਨਹੀਂ ਚੱਲਣੀ, ਤੇ ਮੁੜ ਕੇ 22 'ਚ ਕਾਂਗਰਸ ਲੈ ਦੇ ਕੇ ਮੈਨੂੰ ਉਮੀਦਵਾਰ। ਪਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ 22 ਤੋਂ ਪਹਿਲਾਂ ਬੀਜੇਪੀ ਸੂਫੜਾ ਸਾਫ਼ ਕਰਨਾ ਚਾਹੁੰਦੀ ਹੈ ਕਾਂਗਰਸ ਦਾ, ਕਾਂਗਰਸ ਮੁਕਤ ਭਾਰਤ ਕਰਨਾ ਚਾਹੁੰਦੀ ਹੈ ਬੀਜੇਪੀ। ਕਿਉਂਕਿ ਆ ਜਿਹੜੀ ਮੂਵਮੈਂਟ ਵੀ, ਸਿੱਖ ਮੂਵਮੈਂਟ ਵੀ ਚੱਲੀ ਨਾ, ਕਈ ਤਾਂ ਜਾਂਦੇ ਨੇ ਕਾਂਗਰਸ ਨੇ ਕਰਾਈ, ਕਾਂਗਰਸ ਦਾ ਬੇੜਾ ਬੈਠਿਆ, ਪਰ ਮੈਂ ਕਾਂਗਰਸ ਦਾ ਹਤੈਸ਼ੀ ਨਹੀਂ। ਅੰਦਰੋਂ ਜਿਹੜੀ ਇਹ ਕੜੀ ਘੋਲੀ ਹੈ ਨਾ, ਜਦੋਂ ਨਰਿੰਦਰ ਮੋਦੀ ਸਾਹਿਬ ਐਮਰਜੈਂਸੀ ਦੇ ਵਕਤ ਇੱਥੇ ਆਏ, ਉਹਨਾਂ ਨੇ ਵੇਖਿਆ ਕਿ ਸਿੱਖ ਅਜਿਹੀ ਕੌਮ ਹੈ ਜਿਹੜੀ ਇੰਦਰਾ ਨਾਲ ਪੰਗਾ ਲੈ ਸਕਦੀ ਹੈ, ਉਦੋਂ ਲਿਆ, ਤੇ ਮੁੜ ਕੇ ਸਿੱਖਾਂ ਦਾ ਤੇ ਇੰਦਰਾ ਦਾ ਜੋ ਕੁਝ ਹੋਇਆ ਉਸ ਦੇ ਵਿੱਚ ਦੋਨੇ ਤਰ੍ਹਾਂ ਖਤਮ ਹੋਈਆਂ, ਤੇ ਫਾਇਦਾ ਆਰਐਸਐਸ ਨੂੰ ਹੋਇਆ, ਬੀਜੇਪੀ ਨੂੰ। ਸੋ ਬੀਜੇਪੀ ਆਰਐਸਐਸ ਆਈਡੀਓਲੋਜੀ ਵਾਲੇ ਲੋਕ ਇਸ ਦੇ ਵਿੱਚ ਜ਼ਰੀਆ ਬਣੇ, ਇਹ ਸਾਰੇ ਖੂਨੀ ਖੇਡ ਖੇਡਣ ਨੂੰ। ਤੇ ਸਿੱਖਾਂ ਨੂੰ ਹੁਣ ਪਹਿਲੇ ਨਜ਼ਰੇ ਲੱਗਦਾ ਨਹੀਂ ਕਾਂਗਰਸ ਤਾਂ ਖੂਨ ਪੀਣੀ ਹੈ। ਪਰ ਭਾਈ ਖੂਨ ਪਿਆਇਆ ਕਿਹਨੇ ਤੁਹਾਡਾ? ਜੇ ਤੁਸੀਂ ਪੜ੍ਹੋ ਕਿਤੇ ਨਹਿਰੂ ਦੀ ਕਿਤਾਬ ਡਿਸਕਵਰੀ ਆਫ ਇੰਡੀਆ, ਧੱਜੀਆਂ ਉੱਡਦੀਆਂ ਨੇ, ਧੱਜੀਆਂ, ਜੋ ਕਬੀਰ ਸਾਹਿਬ ਦਾ ਫਲਸਫਾ, ਜੋ ਗੁਰੂ ਨਾਨਕ ਦਾ ਫਲਸਫਾ ਬ੍ਰਾਹਮਣਵਾਦ ਦੇ ਖਿਲਾਫ, ਉਸੇ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆ ਬ੍ਰਾਹਮਣਵਾਦ ਦੀਆਂ ਧੱਜੀਆਂ ਬ੍ਰਾਹਮਣ ਪੰਡਤ ਨਹਿਰੂ ਨੇ ਉਡਾਈਆਂ ਸੀਗੀਆਂ, ਚਾਹੇ ਉਹਦਾ ਰਾਸ਼ਟਰੀ ਮਫਾਦ ਹੋਵੇ, ਦਬੇ ਕੁਚਲਿਆਂ ਦੀ ਹਮਦਰਦੀ ਲੈਣ ਦਾ। ਪਰ ਉਹ ਗੇਮ ਘੜੀ ਹੋ ਗਈ, ਜਿਸ ਪਾਸੇ ਕੋਈ ਬੋਲਣ ਨੂੰ ਤਿਆਰ ਨਹੀਂ। ਸਿਰਫ ਇਹ ਕਾਂਗਰਸ ਨੇ ਸਿੱਖਾਂ ਦਾ ਖੂਨ ਪੀ ਲਿਆ, ਕਾਂਗਰਸ ਨੇ ਇਹ ਕਰ ਲਿਆ। ਕਾਂਗਰਸ ਦਾ ਸੁਰਿੰਦਰਵੀਰ, ਤੁਸੀਂ ਤਾਂ ਉਹਨਾਂ ਚੀਜ਼ਾਂ ਦੇ ਗਵਾਹ ਹੋ ਜਦੋਂ ਸੰਤਾਂ ਨੂੰ ਉਹ ਸਭ ਕੁਝ ਜਿਹੜਾ ਹੈਗਾ ਦੇਣ ਨੂੰ ਤਿਆਰ ਸੀ ਇੰਦਰਾ, ਕਿ ਜਿਹੜਾ ਕੁਝ ਮੰਨਣਾ ਮਨਾ ਲਓ। ਪਰ ਇਹ 3 ਤਿਕੜਮਬਾਜ਼ਾਂ ਨੇ ਉਹ ਸਾਰਾ ਬੇੜਾ ਗਰਕ ਕੀਤਾ ਉਸ ਸਮਝੌਤੇ ਦਾ, ਤੇ ਆਖਰ ਨੂੰ ਸੰਤਾਂ ਦੀ ਸ਼ਹਾਦਤ ਹੋਈ, ਪੰਜਾਬ ਉਜੜਿਆ, ਕਿੰਨੇ ਲੋਕ ਮਰੇ। ਤੇ ਉਧਰ ਸਿੱਖਾਂ ਦੁਆਰਾ ਕਤਲ ਹੁੰਦਾ ਪ੍ਰਧਾਨ ਮੰਤਰੀ ਇੰਦਰਾ ਦਾ, ਸਿੱਖ ਖੁਸ਼ ਹੁੰਦੇ ਨੇ ਕਿ ਸਿੱਖ ਬਦਲਾ ਲੈ ਲੈਂਦੇ ਇੰਨੇ ਦਿਨ ਬਾਅਦ। ਪਰ ਪੱਲੇ ਕੀ ਪਿਆ ਤੁਹਾਡੇ? ਜਿਹੜੀਆਂ ਹਜ਼ਾਰਾਂ ਲਾਸ਼ਾਂ ਸਿੱਖਾਂ ਦੀਆਂ ਰੁਲੀਆਂ ਨੇ, ਸਿੱਖ ਕਤਲੇਆਮ ਜੋ ਕੋਇਆ ਗਿਆ, ਸਿੱਖਾਂ ਦਾ ਜਿਹੜਾ ਮਿਆਰ ਹੈ ਭਾਰਤ ਭਰ ਦੇ ਵਿੱਚ 0 ਹੋਇਆ, ਤੁਹਾਡੇ ਪੱਲੇ ਕੁਝ ਪਿਆ? ਅਗਲੇ ਗੇਮ ਖੇਡ ਗਏ ਆਰਾਮ ਨਾਲ। ਅਜੇ ਵੀ ਉਸ ਪਾਸੇ ਸੋਚਣ ਨੂੰ ਤਿਆਰ ਨਹੀਂ ਹੈਗੇ। ਜੀ ਸੁਰਿੰਦਰ, ਕੀ ਵੇਖਦੇ ਹੋ ਆਰਐਸਐਸ ਕੈਪਟਨ ਦੇ ਰਿਸ਼ਤਿਆਂ ਨੂੰ? ਜੀ ਨਹੀਂ, ਉਹ ਕੋਈ ਨਵੇਂ ਨਹੀਂ, ਉਹ ਤਾਂ ਪੁਰਾਣੇ ਹੀ ਆ। ਆਪਾਂ ਨੂੰ ਪਤਾ ਕਿ ਜਿਸ ਤਰ੍ਹਾਂ ਸਰਕਾਰ ਪਿਛਲੇ ਪੌਣੇ 5 ਸਾਲ ਤੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਸੀ, ਉਹ ਸਾਰਾ ਕੁਝ ਸਾਫ਼ ਸਪਸ਼ਟ ਸੀ ਕਿ ਕਿਹੜੇ ਬੰਨੇ ਨੂੰ ਗੇਮ ਜਾਣੀ ਆ। ਇਹਦੇ 'ਚ ਕੋਈ ਮਤਲਬ ਕੀ ਕਹਿੰਦੇ ਹੁੰਦੇ ਆ, ਚੁਕਾਉਣ ਵਾਲੀ ਗੱਲ ਨਹੀਂ ਹੋਏਗੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਉੱਥੇ ਲਿਜਾ ਕੇ ਜਿਹੜਾ ਕੇਂਦਰ ਦੇ ਵਿੱਚ ਐਗਰੀਕਲਚਰ ਮਿਨਿਸਟਰ ਵੀ ਬਣਾ ਦੇਣ, ਤੇ ਇਹ ਵੀ ਕੋਈ ਚੁਕਾਉਣ ਵਾਲੀ ਗੱਲ ਨਹੀਂ ਹੋਏਗੀ। ਤੁਸੀਂ ਕਿਹਾ ਕਿ ਉਹ ਸ਼ਾਇਦ ਇਸ ਨੂੰ ਰੋਕ ਲਵੇ ਤਾਂ ਕਾਂਗਰਸ 'ਚ ਰੁਕੇ, ਉਹ ਕਾਂਗਰਸ 'ਚ ਹੁਣ ਨਹੀਂ ਰੁਕੇਗਾ, ਇਹ ਗੱਲ ਬੜੀ ਸਪਸ਼ਟ ਆ। ਨਹੀਂ, ਉਦੋਂ ਸੌਰੀ ਉਨੀ ਕਿਤੇ ਰੁਕੇਗਾ ਜੇ ਉਹਨੂੰ ਲੱਗਦਾ ਕਿ ਕਾਂਗਰਸ 'ਚ ਪੰਜਾਬ 'ਚ ਮਾੜੀ ਮੋਟਾ ਕੁਝ ਕਰ ਸਕਦੀ ਆ। ਪਰ ਕਾਂਗਰਸ ਨੂੰ ਪੂਰਾ ਬਰਬਾਦ ਕਰਕੇ ਜੇ ਲੱਗਿਆ ਕਿ ਇਹਦੇ ਅੱਲੇ ਪੱਲੇ ਕੁਝ ਹੈ ਨਹੀਂ, ਜਿਵੇਂ ਸਿੱਧੂ ਨੇ ਖਲਾਰਾ ਪਾਤਾ, ਡਾਊਟ ਤੇ ਸਿੱਧੂ ਤੇ ਵੀ ਹੁੰਦਾ ਕਿ ਜੋ ਕੁਝ ਕਪਤਾਨ ਕਰਦਾ ਸਿੱਧੂ ਵੀ ਸ਼ਾਇਦ ਉਹੀ ਕੁਝ ਕਰਦਾ ਹੈ, ਦੂਜਾ ਸਿਪਾਹੀ ਹੋ ਸਕਦਾ ਬੀਜੇਪੀ ਦਾ। ਸਾਰਾ ਕੁਝ ਕਰਕੇ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ ਕੁਝ, ਫਿਰ ਉਹ ਕਾਂਗਰਸ ਮੁਕਤ ਭਾਰਤ ਜਿਹੜਾ ਇਕਲੌਤਾ ਏਜੰਡਾ, ਕਿਉਂਕਿ ਦੇਸ਼ ਦੇ ਵਿੱਚ ਬਾਈ ਜੀ ਜੇ ਆਪੋਜੀਸ਼ਨ ਨਹੀਂ ਹੋਏਗੀ,
ਅੱਜ ਵੀ ਕੁਝ ਠੀਕ ਹੈ, ਸੀਟਾਂ ਘੱਟ ਨੇ, ਕੁਝ ਵੀ ਇੱਕ ਵੱਡੀ ਪਾਰਟੀ ਹੈ, ਪੁਰਾਤਨ ਪਾਰਟੀ ਹੈ। ਤੇ ਅੱਜ ਵੀ ਜੇ ਮਤਲਬ ਇਸ ਮੁਲਕ ਨੇ ਲੋਕਤੰਤਰ ਲੀਹਾਂ ਤੇ ਚੱਲਣਾ, ਜੇ ਹਿੰਦੂ ਰਾਸ਼ਟਰ ਨਹੀਂ ਬਣਨਾ ਤਾਂ ਉਸ ਦੇ ਵਾਸਤੇ ਜ਼ਰੂਰੀ ਹੈ ਨਿੱਗਰ ਆਪੋਜੀਸ਼ਨ ਦਾ, ਪਰ ਇਹ ਬਣ ਨਹੀਂ ਦੇ ਰਹੇ। ਤੇ ਇਹ ਕਾਂਗਰਸ ਮੁਕਤ ਭਾਰਤ ਕਰਕੇ ਜੇ ਤਾਂ ਇਹਨਾਂ ਨੂੰ ਲੱਗਿਆ ਕਪਤਾਨ ਨੂੰ ਕਿ ਇਹਦੇ 'ਚ ਕੋਈ ਜਾਨ ਬਚਦੀ ਹੈ, ਫਿਰ ਤਾਂ ਇਹ, ਪਰ ਇਹ ਮੈਨੂੰ ਲੱਗਦਾ ਕਿ ਅਮਿਤ ਸ਼ਾਹ ਨਾਲ ਜਿਹੜੀ ਮੀਟਿੰਗ ਕੀਤੀ ਹੈ ਇਹ ਸੋਚਿਆ ਸਮਝਿਆ ਫਾਈਨਲ ਸਟੈਪ ਹੈ ਕਿ ਕਾਂਗਰਸ ਖਤਮ ਹੈ, ਇਸ ਕਰਕੇ ਕਪਤਾਨ ਨੇ ਐਡਾ ਰਿਸਕ ਲਿਆ। ਇਹ ਠੀਕ ਹੈ, ਉਹਦੀਆਂ ਮਜਬੂਰੀਆਂ ਵੀ ਨੇ, ਉਹਦੇ ਕੇਸ ਵੀ ਨੇ, ਉਹਨਾਂ ਨੂੰ ਵੀ ਬੀਜੇਪੀ ਰਿਲੈਕਸ ਕਰ ਸਕਦੀ ਹੈ ਕਿਉਂਕਿ ਬੜਾ ਕੰਮ ਕੀਤਾ ਬੀਜੇਪੀ ਵਾਸਤੇ। ਪਰ ਇਹ ਹੁਣ ਜੇ ਇਹਨੂੰ ਲੱਗਦਾ ਕਿ ਕਾਂਗਰਸ ਬਿਲਕੁਲ ਖਤਮ ਹੈ ਤੇ ਫਿਰ ਇਹ ਉਹੀ ਖੇਤੀ ਅੰਦੋਲਨ 'ਚ ਥੋੜੇ ਬਹੁਤੇ ਕਾਨੂੰਨ ਰੱਦ ਕਰਵਾਏਗਾ ਤੇ ਅੱਧ ਪਚੱਧ ਉਹਦੇ ਨਾਲ ਬੈਠੇ ਹੀ ਨੇ ਜਿਹੜੇ ਦੀ ਬੋਲੀ ਬੋਲਦੇ ਨੇ ਉੱਥੇ ਲੱਡੂ ਖਵਾਉਣ ਵਾਲੇ, ਉਹਨਾਂ ਨੂੰ ਨਾਲ ਲੈ ਕੇ ਕਿਸਾਨ ਅੰਦੋਲਨ ਨੂੰ ਜਿਹੜਾ ਪਾਟੋ ਧਾੜ ਕਰੇਗਾ ਤੇ ਉਗਰਾਹਾਂ ਗਰੁੱਪ ਜਾਂ ਹੋਰ ਹੈ ਉਹ ਆਪਣੀ ਜਦੋਜਹਿਦ ਕਰਦੇ ਰਹਿਣਗੇ ਜਿੰਨਾ ਕੁ ਉਹਨਾਂ ਦਾ ਵਿੱਤ ਹੈ। ਜੀ ਕੀ ਨਿਕਲਦਾ ਇਸ ਨਵੀਂ ਅਪਡੇਟ 'ਚੋਂ? ਜੀ ਸੁਰਿੰਦਰ। ਦੇਖੋ ਇੱਕ ਗੱਲ ਬੜੀ ਸਪਸ਼ਟ ਆ, ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਨਹੀਂ ਰਹੇਗਾ। ਉਹਦਾ ਰੀਜ਼ਨ ਕੀ ਆ? ਕੈਪਟਨ ਅਮਰਿੰਦਰ ਸਿੰਘ ਨੇ ਪੌਣੇ 5 ਸਾਲ 'ਚ ਜਿਹੜੀ ਕੜੀ ਘੋਲੀ, ਉਹਨੂੰ ਪਤਾ ਪੰਜਾਬੀਆਂ ਨੇ ਮੈਨੂੰ ਅਸੈਪਟ ਨਹੀਂ ਕਰਨਾ ਬਤੌਰ ਕਾਂਗਰਸੀ, ਇਸ ਕਰਕੇ ਉਹ ਖੁਦ ਚਿਹਰਾ ਨਹੀਂ ਹੋਏਗਾ ਪੰਜਾਬ 'ਚ। ਜੇ ਉਹਨੂੰ ਬੀਜੇਪੀ ਲਿਜਾਂਦੀ ਹੈ ਤੇ ਉਹ ਜਾ ਕੇ ਨੈਸ਼ਨਲ ਲੈਵਲ ਤੇ ਮਿਨਿਸਟਰੀ ਦੇਣੀ ਵੀ ਉਹਨਾਂ ਲਈ ਕੋਈ ਔਖੀ ਨਹੀਂ, ਕਿਉਂਕਿ ਘਰ ਦਾ ਕੰਮ ਆ, 2 ਬੰਦਿਆਂ ਦੀ ਸਰਕਾਰ ਆ, ਤੀਸਰੇ ਦੀ ਉਹ ਪੁੱਛਗਿੱਛ ਕੋਈ ਨਹੀਂ, ਜਿਹਨੂੰ ਮਰਜ਼ੀ ਲੈ ਆਉਣ, ਜਿਹਨੂੰ ਮਰਜ਼ੀ ਕੱਢ ਦੇਣ, ਕਿਹਨੇ ਪੁੱਛਣਾ ਉੱਥੇ? ਇਹੀ ਕੁਝ ਚੱਲ ਰਿਹਾ। ਤੇ ਉਹਦੇ 'ਚ ਜੇ ਲਿਜਾ ਕੇ ਉਹਨੂੰ ਐਗਰੀਕਲਚਰ ਮਿਨਿਸਟਰ ਬਣਾ ਦਿੰਦੇ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਜਿੱਥੋਂ ਮਰਜ਼ੀ ਰਾਜ ਸਭਾ ਮੈਂਬਰ ਬਣਾ ਦੇਣਗੇ ਤੇ ਚੱਲ ਜੂਗਾ। ਕੈਪਟਨ ਨੂੰ ਵੀ ਉਹਦੇ 'ਚ ਕੋਈ ਨੁਕਸਾਨ ਨਹੀਂ ਹੈ। ਕੈਪਟਨ ਵੀ ਕਹੂਗਾ ਤੁਸੀਂ ਸੀਐਮ ਨਹੀਂ ਰਹਿਣ ਦਿੱਤਾ, ਮੈਂ ਐਗਰੀਕਲਚਰ ਮਿਨਿਸਟਰ ਬਣ ਗਿਆ, ਗਵਰਨਮੈਂਟ ਆਫ ਇੰਡੀਆ 'ਚ ਆ ਬੈਠਾ, ਕਰ ਲਓ ਕੀ ਕਰੋਗੇ। ਠੀਕ ਆ, ਕਾਨੂੰਨ ਰੱਦ ਹੋਣ ਨਾ ਹੋਣ ਉਹ ਵੱਖਰੀ ਗੱਲ ਆ। ਹਾਂ, ਅੰਦੋਲਨ ਨੂੰ ਜ਼ਰੂਰ ਸੈਟਬੈਕ ਲੱਗੇਗੀ ਕਿਉਂਕਿ ਕੈਪਟਨ ਦਾ ਜਿਹਦਾ ਆਧਾਰ ਕਿਸਾਨ ਜਥੇਬੰਦੀਆਂ 'ਚ, ਉਹਦੇ 'ਚ ਤਕਰੀਬਨ 1 ਜਾਂ 2 ਜਥੇਬੰਦੀਆਂ ਨੂੰ ਛੱਡ ਕੇ ਬਾਕੀਆਂ ਨੂੰ ਮਗਰ ਲਾਉਣ 'ਚ ਕਾਮਯਾਬ ਹੋ ਜਾਏਗਾ। ਉਹਦੀ ਸੈਟਬੈਕ ਜਿਹੜੀ ਅੰਦੋਲਨ ਨੂੰ ਜ਼ਰੂਰ ਲੱਗੂਗੀ ਤੇ ਲਾ ਕੇ ਕੋਈ ਨਾ ਕੋਈ ਉੱਥੇ ਥੋੜਾ ਬਹੁਤੀ ਤਿਕੜਮਬਾਜ਼ੀ ਚਲਾ ਕੇ ਇਸ ਅੰਦੋਲਨ ਨੂੰ ਖਿਲਾਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਕੈਪਟਨ ਇਹੋ ਜਿਹੇ ਕੰਮਾਂ 'ਚ ਮਾਹਰ ਆ। ਤੁਸੀਂ ਦੇਖੋ ਕਿ ਇਹ ਪਹਿਲੀ ਵਾਰ ਸੀ ਕਿ ਹਾਈ ਕਮਾਂਡ ਨੇ ਇਹਨੂੰ ਬਹੁਤਾ ਕੁਝ ਸੋਚਣ ਦਾ ਮੌਕਾ ਨਹੀਂ ਦਿੱਤਾ ਤੇ ਇੱਕਦਮ ਐਕਸ਼ਨ 'ਚ ਆ ਗਏ ਤੇ ਜਿਹਦਾ ਕਰਕੇ ਇਹਨੂੰ ਬਾਹਰ ਦਾ ਰਸਤਾ ਦਿਖਾਤਾ। ਅਦਰਵਾਈਜ਼ ਇਹਨੇ ਕੋਈ ਨਾ ਕੋਈ ਤਿਕੜਮਬਾਜ਼ੀ ਖੇਡ ਜਾਣੀ ਸੀ ਤੇ ਕਾਂਗਰਸ ਦਾ ਇੱਥੋਂ ਸਫਾਇਆ ਜਿਹੜਾ ਕਰ ਦੇਣਾ ਸੀ। ਚਰਨਜੀਤ ਚੰਨੀ ਦੀ ਵੀ ਵਾਰੀ ਨਹੀਂ ਸੀ ਆਉਣੀ। ਬਿਲਕੁਲ, ਉਹ ਬਹੁਤ ਵਧੀਆ ਉਹਨਾਂ ਨੇ ਕੀਤਾ, ਪਰ ਗੱਲ ਇਹ ਹੈ ਜਿੰਨਾ ਕੁ ਉਹਨਾਂ ਨੇ ਕੀਤਾ ਕਮੀਆਂ ਖਾਮੀਆਂ ਹੈਗੀਆਂ ਨੇ। ਥੋੜਾ ਜਿਹਾ ਹੁਣ ਸਿੱਧੂ ਨੂੰ ਵੀ ਸਬਰ ਕਰ ਲੈਣਾ ਚਾਹੀਦਾ ਸੀ ਜੋ ਪੰਜਾਬ ਲਈ ਸਮਰਪਿਤ ਹੈ। ਹੁਣ ਜੇ ਕਪਤਾਨ ਹੋਰੀ ਇਦਾਂ ਜਾ ਰਹੇ ਨੇ, ਸਿੱਧੂ ਇਦਾਂ ਜਾ ਰਿਹਾ, ਤਾਂ ਇਹ ਵੀ ਇੱਕ ਇਤਿਹਾਸ ਮਾੜਾ ਸਿੱਧੂ ਲਈ ਰਹੇਗਾ ਕਿ ਬੇੜੀ 'ਚ ਵੱਟੇ ਪੰਜਾਬ ਦੀ 'ਚ ਸਿੱਧੂ ਵੀ ਪਾ ਗਿਆ। 91 ਨੰਬਰ ਸਵਾਗਤ ਹੈ ਸ਼ਿਰਗਿਲ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸ਼ਿਰਗਿਲ ਜੀ। ਸਰ ਅਸੀਂ ਅੱਜ ਨਾ ਬਹੁਤ ਹੋਰ ਪਾਸੇ ਵੀ ਸੁਣਿਆ, ਸਾਰੇ ਪਾਸੇ ਸੁਣਿਆ, ਕਹਿੰਦੇ ਵੀ ਸਿੱਧੂ ਸਾਹਿਬ ਦਾ ਸਟੈਂਡ ਸਹੀ ਹੈ। ਸਿੱਧੂ ਸਾਹਿਬ ਦਾ ਕਹਿਣਾ ਇਹੀ ਹੈ ਵੀ ਇਹਦੇ ਨਾਲ ਤਾਂ ਫਿਰ ਪਹਿਲੀ ਸਰਕਾਰ ਚੰਗੀ ਸੀ ਜਦੋਂ ਅਸੀਂ ਕੁਝ ਕਰਨਾ ਹੀ ਨਹੀਂ ਹੈ, ਕਿਉਂਕਿ ਸੋਤਾ ਸਾਹਿਬ ਨੇ ਉਹ 2 ਮੁੰਡੇ ਟੈਰੋਗੇਟ ਕਰ ਕਰਕੇ ਉਹਨਾਂ ਦੇ ਰੀੜ੍ਹ ਦੀਆਂ ਹੱਡੀਆਂ ਹਿਲਾਤੀਆਂ, ਜਿਹੜੇ ਬਹਿਬਲ ਕਲਾ ਵਾਲੇ ਸੀਗੇ, ਉਹਨੂੰ ਖਾਲੀਆਂ ਨੂੰ ਬਰੀ ਕਰ ਰਿਹਾ ਸੀਗਾ, ਉਹਨਾਂ ਨੂੰ ਦੋਸ਼ੀ ਬਣਾ ਰਿਹਾ ਸੀਗਾ। ਨੰਬਰ 2 ਉਹ ਲਾਤਾ ਐਡਵੋਕੇਟ ਜਨਰਲ ਜਿਹੜਾ ਪਹਿਲਾਂ ਸਰਕਾਰ ਨੂੰ ਹਰਾ ਗਿਆ। ਉਹ ਕਹਿੰਦਾ ਜਦ ਬੰਦੇ ਹੀ ਸਰਕਾਰ ਨੂੰ ਹਰਾਉਣ ਵਾਲੇ ਲਾਉਣੇ ਨੇ, ਬੰਦੇ ਹੀ ਉਹਦੇ ਖਿਲਾਫ ਲਾਉਣੇ ਨੇ, ਤਾਂ ਫਿਰ ਸਾਡੀ ਇਹ ਸਰਕਾਰ ਬਦਲੀ ਦਾ ਕੀ ਫਾਇਦਾ, ਮੇਰੀ ਇੰਨੀ ਮਿਹਨਤ ਕਰੀ ਦਾ ਕੀ ਫਾਇਦਾ। ਨੰਬਰ 2 ਸਰ ਇਹਦੇ ਵਿੱਚ ਇਹ ਵੀ ਗੱਲ ਹੈ ਵੀ ਜਿਹੜਾ ਗ੍ਰਹਿਣ ਵਿਭਾਗ ਦਿੱਲੀ ਬੈਠਾ ਉਹਦੀ ਹੌਟਲਾਈਨ ਹੈ, ਉਹਦੀ ਹੌਟਲਾਈਨ ਤੇ ਸਿੱਧੂ ਦਾ ਕੰਨ ਤਾਂ ਮਰੋੜ ਨਹੀਂ ਸਕੇ, ਉਹਨਾਂ ਨੇ ਚੰਨੀ ਦਾ ਕੰਨ ਮਰੋੜਤਾ ਜੀ। ਉਹਨੂੰ ਮਾਰਤਾ ਦਬਕਾ ਵੀ ਪੁੱਤ ਮੇਰਾ ਜੇ ਤਾਂ ਸਿੱਧਾ ਹੋ ਕੇ ਰਹੇਗਾ ਤਾਂ ਠੀਕ ਹੈ, ਵੀ ਨਹੀਂ ਦੇਖ ਲੈ ਵੀ ਤੇਰਾ ਖਲਾਰਾ ਪੈ ਜਾਊਗਾ ਸੈਂਟਰ ਵੱਲੋਂ। ਉਹ ਸਰ ਅਸਲੀ ਤਾਂ ਉਹਨੂੰ ਸੈਂਟਰ ਦਾ ਟੀਕਾ ਲੱਗਿਆ ਹੋਇਆ। ਇੱਕ ਤਾਂ ਉਹ ਪਹਿਲੇ ਵੀ ਫੈਸਲਾ ਲੈ ਸਕਦਾ ਸੀਗਾ, ਦੂਜਾ ਨੂੰ ਸੈਂਟਰ ਦਾ ਟੀਕਾ ਲੱਗ ਗਿਆ ਵੀ ਉਹ ਹੁਣ ਜਵੇਂ ਹਿੱਲਿਆ ਫਿਰਦਾ ਵੀ ਮੈਂ ਹੁਣ ਸਿੱਧੂ ਵੱਲ ਜਾਵਾਂ ਜਾਂ ਸਟੇਟ ਨੂੰ ਕੁਝ ਦੱਸਾਂ। ਉਹ ਜਿਹੜਾ ਸੈਂਟਰ ਦਾ ਦਰਦ ਆ ਉਹ ਲੁਕੋਈ ਬੈਠਾ, ਉਹ ਕਿਸੇ ਨੂੰ ਦੱਸ ਨਹੀਂ ਰਿਹਾ। ਅਕਾਲੀਆਂ ਦਾ ਜੇ ਇਹਦੇ ਵਿੱਚ ਗ੍ਰਿਫਤਾਰੀ ਹੁੰਦੀ ਕਿਸੇ ਵੀ ਕੰਮ ਦੇ ਵਿੱਚ, ਸ਼੍ਰੋਮਣੀ ਕਮੇਟੀ ਦਾ ਵੀ ਅਸਰ ਪੈਣਾ ਸੀਗਾ, ਅਕਾਲੀਆਂ ਦੀ ਲੀਡਰਸ਼ਿਪ ਦੇ ਵੀ ਕੰਮ ਜਿਹੜੀ ਪਾਰਟੀ ਉਹਦੇ ਵੀ ਫਰਕ ਪੈਣਾ ਸੀਗਾ। ਸੁਰਿੰਦਰ ਜੀ ਜਮਾਂ ਸਹੀ ਬੋਲ ਰਹੇ ਨੇ।
ਉਹ ਬਾਈ ਜੀ 2 ਦਿਨਾਂ 'ਚ ਜ਼ਮਾਨਤ ਹੋ ਜਾਣੀ ਸੀ, ਕੋਈ ਅਕਾਲੀਆਂ ਨੂੰ ਫਰਕ ਨਹੀਂ ਸੀ ਪੈਣਾ ਉਹਦੇ 'ਚ। ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੋਈ ਆ ਅੱਗੇ ਪਿੱਛੋਂ, ਇਸ ਕਰਕੇ ਇਹ ਸਾਰਾ ਖੇਡ ਵਿਗੜਿਆ। ਥੈਂਕ ਯੂ। ਥੈਂਕ ਯੂ। ਉਹ ਅਕਾਲੀਆਂ ਨੂੰ ਕੋਈ ਵਿਫਤਾ ਨਹੀਂ ਪੈਣੀ, ਅੱਗੇ ਵੀ ਇੰਨੇ ਸਾਲ ਅੰਦਰ ਰਹੇ ਆ, 4 ਦਿਨ ਸੈਟੀਸਫੈਕਸ਼ਨ ਹੋ ਜਾਣੀ ਸੀ ਲੋਕਾਂ ਦੀ। ਅਰੈਸਟ ਕੀਤਾ ਜਾ ਸਕਦਾ, ਜੇ ਨਹੀਂ ਡੀਜੀਪੀ ਅਰੈਸਟ ਕਰਦਾ SP ਤੱਕ ਵੀ ਅਰੈਸਟ ਕਰ ਲੈਂਦੇ ਨੇ, ਐਡੀ ਵੀ ਕਿਹੜੀ ਗੱਲ ਹੈ। ਸੋ ਇਸ ਕਰਕੇ ਪਹਿਲਾਂ ਹੀ ਜੇ ਯਾਰ ਇੱਕ ਡੀਜੀਪੀ ਤੁਹਾਡੇ ਪਸੰਦੀਦਾ ਨਹੀਂ ਹੈ, ਇੱਕ AG ਤੁਹਾਡੇ ਪਸੰਦੀਦਾ ਨਹੀਂ ਹੈ, ਤੇ ਐਡੀ ਵੀ ਕੀ ਵਿਫਤਾ ਆ ਗਈ ਕਿ ਛੱਡ ਕੇ ਬਹਿ ਜਾਓ। ਸੁਰਿੰਦਰ ਵੀਰ, ਆਪਣੀ ਗੱਲਬਾਤ ਚੱਲ ਰਹੀ ਸੀਗੀ ਇਸ ਇਸ਼ੂ ਤੇ ਕਿ ਗੱਲ ਸ਼ਾਇਦ ਬੀਜੇਪੀ ਲਈ ਕੋਈ ਬਹੁਤੀ ਵੱਡੀ ਨਹੀਂ, ਇੱਕ ਅੱਧਾ ਰਾਜਪਾਲ ਬਣਾ ਦੇਣਗੇ ਕਿਸੇ ਸੂਬੇ ਦਾ, ਮਿਜ਼ੋਰਮ 'ਚ ਮੱਛੀਆਂ ਫੜੀ ਜਾਊਗਾ ਮਹਾਰਾਜਾ, ਪਰ ਪੰਜਾਬ ਦਾ ਤਾਂ ਬੇੜਾ ਡੋਬ ਗਿਆ ਨਾ। ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨਾਲ 12-15 MLA ਨੇ ਉਹ, ਤੇ ਬਾਕੀ ਦੇ ਜਿਹੜੇ ਹੋਰ ਲੌਂਗਲਾਣਾ ਹੈ, ਹਿੰਦੂ ਵੋਟਰ ਹੈ, ਉਹ ਸੈਟੀਸਫਾਈ ਕਰਕੇ ਬੀਜੇਪੀ ਪਾਰਟੀ ਖੜੀ ਕਰਦੀ ਹੈ। ਬੀਜੇਪੀ ਦਾ ਹੋਰ ਇਸ ਤੋਂ ਵੱਧ ਕੀ ਚਾਹੀਦਾ? ਜਿਹੜਾ ਕਾਂਗਰਸ ਮੁਕਤ ਭਾਰਤ ਕਰਨ ਦਾ ਉਹਨਾਂ ਦਾ ਮਨਸ਼ਾ ਸੀ ਉਹ ਪੂਰਾ ਹੋ ਰਿਹਾ। ਕੱਲ੍ਹ ਨੂੰ ਰਵਿੰਦਰ ਜਾਂ ਇਸ ਖਿਆਲ ਦੇ ਹੋਰ ਬਹੁਤ ਸਾਰੇ ਸੰਤ ਬਾਬੇ ਹੈਗੇ ਨੇ, ਜੇ ਅਕਾਲੀ ਨਹੀਂ ਤਾਂ ਇਹ ਆਪਣਾ RSS B ਟੀਮ ਖੜਾ ਕਰ ਸਕਦੀ ਹੈ। ਰਵਿੰਦਰ ਹੋਰੀ, ਢੀਂਡਸਾ ਹੋਰੀ, ਸਾਰਾ ਕੁਝ ਲਾਮ ਲਸ਼ਕਰ ਤੇ ਹੈਗਾ ਹੀ ਹੈ। ਕਾਂਗਰਸ ਦੀ ਸਪੋਰਟ ਨਾਲ, ਕੈਪਟਨ ਦੀ ਸਪੋਰਟ ਨਾਲ, ਕਾਂਗਰਸ ਤਾਂ ਚਲੋ ਹੈ ਹੀ ਨਹੀਂ, ਇਹ B ਟੀਮ ਅਕਾਲੀ ਦਲ ਦੀ ਪਹਿਲਾਂ ਵੀ ਖੜੀ ਹੋਈ ਸੀਗੀ। ਕਿਵੇਂ ਪਦਮ ਸ਼੍ਰੀ ਵੰਡੇ ਨੇ ਉਹ ਸਭ ਨੂੰ ਪਤਾ ਹੈ, ਪਰ ਪੰਜਾਬ ਦਾ ਤਾਂ ਬੇੜਾ ਇਹ 'ਚ ਡੁੱਬਦਾ ਨਾ। ਇਸ ਕਰਕੇ ਜ਼ਿੰਮੇਵਾਰੀ ਤਾਂ ਨਿਭਾਉਣੀ ਚਾਹੀਦੀ ਹੈ ਸਿੱਧੂ ਨੂੰ। ਏਦਾਂ ਮੈਦਾਨ ਨਹੀਂ ਛੱਡਣਾ ਚਾਹੀਦਾ ਕਿ ਜਦੋਂ ਮੇਰੇ 2 ਪਸੰਦੀਦਾ ਅਫਸਰ ਨਹੀਂ ਲੱਗੇ ਮੈਂ ਛੱਡ ਕੇ ਲਾਂਭੇ ਹੋ ਗਿਆ। ਖੈਰ, ਇਹ ਜਿਹੜੇ ਨਵੇਂ ਸਮੀਕਰਨ ਨੇ, ਕੀ ਵੇਖਦੇ ਹੋ? ਉਸ ਤੋਂ ਬਾਅਦ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਨੀ ਹੈ। ਕੇਜਰੀਵਾਲ ਵੀ ਆਏ ਹੋਏ ਨੇ ਵਪਾਰੀਆਂ ਨੂੰ ਖੁਸ਼ ਕਰਨ, ਉਹਨਾਂ ਦਾ ਵੀ 2 ਦਿਨਾਂ ਦੌਰਾ। ਤੇ ਇਹ ਬੀਜੇਪੀ ਤੇ ਕੈਪਟਨ ਦੇ ਨਵੇਂ ਰਿਸ਼ਤਿਆਂ ਦੀ ਕਵਾਇਦ ਦੇ ਵਿੱਚ ਕੀ ਵੇਖਦੇ ਹੋ ਪੰਜਾਬ ਦਾ ਭਵਿੱਖ? ਜੀ ਹਾਂ, ਬੀਜੇਪੀ ਤੇ ਕੈਪਟਨ ਦੇ ਰਿਸ਼ਤੇ ਵੱਲ ਜਾਂਦਾ ਜਾਂਦਾ ਇੱਕ ਗੱਲ ਕਹਿ ਕੇ ਜਾਵਾਂਗਾ। ਅਸੀਂ ਕਹੀ ਜਾਂਦੇ ਨਵਜੋਤ ਸਿੱਧੂ ਚੁੱਪ ਕਰਕੇ ਬੈਠ ਗਿਆ, ਘਰੇ ਬਹਿ ਗਿਆ, ਇਹ ਹੋ ਗਿਆ, ਉਹ ਹੋ ਗਿਆ। ਨਵਜੋਤ ਸਿੱਧੂ ਕੀ ਕਹੇ? ਖਜ਼ਾਨਾ ਬਾਪੂ ਕੋਲੇ, ਬਾਪੂ ਕਹਿੰਦਾ ਮੈਂ ਤੈਨੂੰ ਫੁੱਟੀ ਕੌਡੀ ਨਹੀਂ ਦੇਣੀ, ਮੈਂ ਤੈਨੂੰ ਘਰੇ ਰਹਿਣ ਨਹੀਂ ਦੇਣਾ, ਠੀਕ ਹੈ ਨਾ, ਮੈਂ ਤੈਨੂੰ ਖੇਤ ਚੋਂ ਕੌਡੀ ਦੇਣੀ ਆ, ਜਿਹੜੇ ਖੂਹ 'ਚ ਪੈਣਾ ਪੈ, ਜਿੱਥੇ ਜਾਣਾ ਜਾ, ਪਰ ਲੋਕਾਂ ਦੇ ਕੋਲੇ ਤੈਨੂੰ ਨਾ ਲੈਣਾ ਪਊ। ਮੈਂ ਫਲਾਨਾ ਸਿੰਘ ਦਾ ਪੁੱਤ ਆ। ਤੇ ਫਿਰ ਪੁੱਤ ਕੀ ਕਰੂਗਾ? ਪੁੱਤ ਕਹੂਗਾ ਇਹਦੇ ਨਾਲੋਂ ਤੇ ਚੰਗਾ ਮੈਂ ਉੜੋਤੀ ਆ, ਜਾਂ ਚੱਕ ਆਪਦਾ ਟਿੰਡ ਫੋੜੀ ਦੌੜ ਜਾ, ਮੈਨੂੰ ਨਹੀਂ ਤੇਰੇ ਕੋਲ ਕੱਖ ਵੀ ਚਾਹੀਦਾ। ਫਿਰ ਪੁੱਤ ਦੇ ਪੱਲੇ ਕੀ ਆ? ਅਸੀਂ ਹੁਣ ਇੱਕ ਗੱਲ ਨੂੰ ਗਾਈ ਜਾਂਦੇ, ਅਸੀਂ ਕਹਿੰਦੇ ਆ ਜੀ ਵੀ ਸਰਕਾਰ ਤੋਂ ਆਹ ਕਰਨਾ ਚਾਹੀਦਾ ਸੀ, ਉਹ ਸਰਕਾਰ ਨੇ ਕਰਨਾ, ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਨਹੀਂ ਕਰਨਾ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਪੱਲੇ ਛੁਣਛੁਣਾ, ਉਹਦੇ ਪੱਲੇ ਕੀ ਆ? ਉਹ ਕੀ ਕਰੂਗਾ ਦੱਸੋ? ਉਹ ਤਾਂ ਬੱਚੇ ਤਰ੍ਹਾਂ ਖੜਕਾਉਣਾ, ਖੜਕਾਈ ਜਾਵੇ। ਕੀ ਆ ਉਹਦੇ ਪੱਲੇ ਦੱਸੋ? ਉਹਦੀ ਪੁੱਛ ਪ੍ਰਤੀਤ ਕੀ ਆ? ਜੇ ਉਹਦੀ ਪੁੱਛ ਪ੍ਰਤੀਤ ਹੁੰਦੀ ਉਹ ਉੱਥੋਂ ਆ ਕੇ ਪਟਿਆਲੇ ਕਿਉਂ ਬਹਿੰਦਾ ਘਰੇ? ਉਹ ਇਸੇ ਕਰਕੇ ਬੈਠਾ ਕਿ ਉਹਦੀ ਪੁੱਛ ਨਹੀਂ ਹੋਈ। ਉਹ ਵਾਰ-ਵਾਰ ਕਹਿ ਰਿਹਾ ਕਿ ਇਸ ਚੋਂ ਨਿਕਲਣਾ ਕੁਛ ਨਹੀਂ ਹੈ। ਵੈਸੇ ਵਿਚਾਰ ਆਪੋ ਆਪਣੇ ਆ, ਪਰ ਇਹਦੇ 'ਚ ਇਹ ਹੈ ਕਿ ਹੁਣ ਜਿਹੜਾ ਸਾਰਾ ਕੁਝ ਕਰੀ ਜਾਂਦੇ ਨੇ, ਜੇ ਛੁਣਛਣਾ ਇਹ ਸੀਗਾ ਤੇ ਛੁਣਛਣਾ ਫੜਿਆ ਕਿਉਂ? ਪਹਿਲਾਂ ਹੀ ਕਹਿੰਦੇ ਮੈਂ ਇਹ ਨਹੀਂ ਲੈਣਾ, ਮੈਂ ਤਾਂ ਦੂਜਾ ਛੁਣਛਣਾ ਲੈਣਾ CM ਵਾਲਾ। ਪਰ ਇਹਦੇ 'ਚ ਸੁਰਿੰਦਰ ਵੀਰ ਜਿਹੜਾ ਇਹ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਬੀਜੇਪੀ ਦੀ, ਕੀ ਸਰਕਮਸਟੈਂਸ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਜੇ ਇਹ ਕਿਸਾਨ ਸਮਝੌਤੇ ਦੀਆਂ ਕੁਝ ਮੰਗਾਂ ਬੀਜੇਪੀ ਹੱਲ ਕਰ ਲੈਂਦੀ ਹੈ, ਕਿਉਂਕਿ ਬੀਜੇਪੀ ਘਿਰ ਤਾਂ ਰਹੀ ਹੈ, 27 ਦੇ ਬੰਦ ਨੇ ਕਾਫੀ ਕੁਝ ਦਿਖਾ ਦਿੱਤਾ ਕਿ ਸਥਿਤੀ ਕੀ ਹੈ ਇਸ ਦੌਰਾਨ, ਕਿਉਂਕਿ ਪੰਜਾਬ ਬੈਕਬੋਨ ਹੈ ਸੰਘਰਸ਼ ਦੀ। ਪੰਜਾਬ ਪਿੱਛੇ ਹਟਦਾ ਤੇ ਬਾਕੀ ਸੰਘਰਸ਼ ਨੇ ਵੀ ਪਿੱਛੇ ਹਟਣਾ। ਇਹ ਠੀਕ ਹੈ ਕਿ ਉਗਰਾਹਾਂ ਗਰੁੱਪ ਹੋਣੀ ਆਪਣੀ ਗੱਲ ਤੇ ਪੱਕੇ ਨੇ, ਜੇ ਉਹਨਾਂ ਨੂੰ ਲੱਗੇਗਾ ਤਾਂ ਠੀਕ ਹੈ, ਨਹੀਂ ਤੇ ਉਹਨਾਂ ਦਾ ਸੰਘਰਸ਼ ਆਪਣੇ ਤੌਰ ਤੇ ਚੱਲਦਾ ਰਹੇਗਾ। 50% ਯੋਗਦਾਨ ਸੰਘਰਸ਼ 'ਚ ਉਹਨਾਂ ਦਾ ਹੈਗਾ। ਕੀ ਸਥਿਤੀ ਇਸ ਦੀ ਵੇਖਦੇ ਹੋ? ਜਿਹੜਾ ਕੈਪਟਨ ਅਮਰਿੰਦਰ ਤੇ ਅਮਿਤ ਸ਼ਾਹ ਦੀ ਮੀਟਿੰਗ, ਇੰਨੇ ਕੁਝ ਹਾਲਾਤ ਹੋਣ ਦੇ ਬਾਵਜੂਦ ਕਪਤਾਨ ਸਾਹਿਬ ਨੇ ਅਜੇ ਵੀ ਸਬਰ ਨਹੀਂ ਕੀਤਾ ਕਿ ਸ਼ਾਇਦ ਮੁੜ ਕੇ ਫਿਰ ਉਹ ਕਾਂਗਰਸ 'ਚ ਉਹਨਾਂ ਦਾ ਗੁਣਾ ਪੈ ਸਕਦਾ, ਪਰ ਉਹਨਾਂ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਕਾਫੀ ਕੁਝ ਫਾਈਨਲ ਕਰ ਲਿਆ। ਕੀ ਵੇਖਦੇ ਹੋ ਨਵੇਂ ਸਰਕਮਸਟੈਂਸ? ਜੀ ਸੁਰਿੰਦਰ। ਦੇਖੋ, ਅਸੀਂ ਨਵਜੋਤ ਸਿੱਧੂ ਨੂੰ ਕਹਿੰਦੇ ਸੀ, ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਖੜਾ, ਉਹ ਕਹਿੰਦਾ ਵੀ ਜੋ ਕੁਝ ਮੈਂ ਆ ਉਹ ਮੈਂ ਹੀ ਆ, ਮੈਂ ਹੋਰ ਕਿਸੇ ਦੀ ਸੁਣਨੀ ਹੀ ਨਹੀਂ ਹੈ, ਠੀਕ ਹੈ, ਜੋ ਚਾਹੂੰਗਾ ਮੈਂ ਮਰਜ਼ੀ ਨਾ ਕਰੂੰ। ਔਰ ਤੁਸੀਂ ਦੇਖੋ ਅਸਤੀਫਾ ਦੇਣ ਤੋਂ ਪਹਿਲਾਂ ਉਹਦੇ ਮੁੰਡੇ ਨੇ, ਰਾਣੇ ਦੇ ਟਿੰਕੂ ਨੇ ਇੱਕ ਗੱਲ ਕਹਿਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰੀ ਦੀ ਜਲਦੀ ਸ਼ੁਰੂਆਤ ਕਰਨਗੇ। ਉਹ ਮੈਸੇਜ ਸੀ ਤੇ ਸ਼ੁਰੂਆਤ ਕਹਿੰਦੇ ਸੀ ਸਾਡੇ ਕੋਲ ਆਪਸ਼ਨ ਬੜੇ ਨੇ, ਕੇਸਾਂ 'ਚ ਫਸੇ ਹੋਏ ਨੇ, ਕੰਮ ਕੀਤਾ ਅਗਲਿਆਂ ਨੇ ਕੰਮ ਦੇਣਾ ਜੀ। ਉਹ ਹੁਣ ਚਲੇ ਗਏ, ਪਾਰੀ ਦੀ ਸ਼ੁਰੂਆਤ ਕਰ ਲਈ ਆ। ਉਹਦੇ 'ਚ ਹੁਣ ਉਹ ਗਵਰਨਰ ਜਾਂਦੇ ਆ, ਐਗਰੀਕਲਚਰ ਮਿਨਿਸਟਰ ਜਾਂਦੇ, ਕਿਹੜਾ ਮਿਨਿਸਟਰ ਜਾਂਦੇ ਆ। ਮੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਆਫ ਇੰਡੀਆ ਦੇ ਨਾਲ ਸੈੱਟ ਹੋਏਗਾ,
ਹੁਣ ਕਾਂਗਰਸ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਕਾਂਗਰਸ ਦੇ ਵਿਰੁੱਧ ਉਹ ਜੋ ਕੁਝ ਬੋਲ ਚੁੱਕਿਆ ਸੀ, ਜਿਸ ਤਰ੍ਹਾਂ ਉਹ ਚੈਨਲ ਸਾਰੇ ਦੇ ਸਾਰੇ ਭਾਰਤ ਸਰਕਾਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਚੈਨਲਾਂ ਨੇ ਫਟਾਫਟ ਇਹਦਾ ਜਿਹੜਾ ਵੀ ਸੀਗਾ ਉਹ ਰਿਕਾਰਡਿੰਗ ਦਿਖਾਈ ਆ, ਉਹ ਸਾਰੇ ਤੋਂ ਸਾਫ਼ ਇੱਕ ਸਪਸ਼ਟ ਸੰਕੇਤ ਸੀ ਕਿ ਉਹ ਜਾਏਗਾ ਹੀ ਜਾਏਗਾ, ਕਾਂਗਰਸ 'ਚ ਨਹੀਂ ਰਹੇਗਾ। ਠੀਕ ਹੈ, ਮੈਂ ਅੱਜ ਵੀ ਕਹਿ ਰਿਹਾ ਕਾਂਗਰਸ 'ਚ ਨਹੀਂ ਜਾਏਗਾ, ਉਹ ਨਵੀਂ ਪਾਰੀ ਖੇਡੇਗਾ। ਨਵੀਂ ਪਾਰੀ 'ਚ ਉਹਨੂੰ ਮਿਨਿਸਟਰ ਰੱਖਦੇ ਆ, ਗਵਰਨਰ ਲਾਉਂਦੇ ਆ, ਕੀ ਕਰਦੇ ਕੀ ਨਹੀਂ ਕਰਦੇ ਉਹ ਬਾਅਦ ਦੀਆਂ ਗੱਲਾਂ ਨੇ, ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਜਾਊਗਾ। ਪਰ ਇੰਨਾ ਜ਼ਰੂਰ ਆ ਕਿ ਚਲੋ ਜੇ ਕਪੂਰਥਲਾ ਹਾਊਸ 2-4 ਸਰੂਣੇ ਪਏ ਹੋਏ ਉਹ ਅੱਜ ਲੈ ਕੇ ਸ਼ਾਮ ਤੱਕ ਰਾਤ ਤੱਕ ਵਾਪਸ ਆ ਜਾਊਗਾ, ਇੰਨਾ ਕੋ ਜ਼ਰੂਰ ਹੋ ਜਾਊਗਾ। ਹੋਰ ਕੁਝ ਵੀ ਜਿਹੜਾ ਉਹ ਵਾਪਰਨ ਦੀ ਮੈਨੂੰ ਬਹੁਤੀ ਜ਼ਿਆਦਾ ਜਿਹੜੀ ਆ ਉਹ ਗੁੰਜਾਇਸ਼ ਅਜੇ ਜਿਹੜੀ ਆ ਉਹ ਨਹੀਂ ਦਿਖਦੀ। ਜਿਵੇਂ ਬੀਜੇਪੀ ਕੋਲ 6-7% ਵੋਟ ਹੈ ਪੰਜਾਬ ਦੀ ਟੋਟਲ ਵੋਟ ਦਾ, ਕੈਪਟਨ ਅਮਰਿੰਦਰ ਦੇ ਖੇਮੇ ਕੋਲ ਵੀ 6-7% 4-5% ਵੋਟ ਹੈਗੀ ਹੈ। 4% ਵੋਟ ਹੈ ਜਿਹੜੀ 4-5% ਵੋਟ ਹੈ ਉਹਨੂੰ ਡੈਮੇਜ ਕਰ ਸਕਦੇ ਨੇ, ਆਪਣੇ ਵੱਲ ਭੁਗਤਾ ਸਕਦੇ ਨੇ। ਕੈਪਟਨ ਦੇ ਕਾਂਗਰਸ ਚੋਂ ਬਿਲਕੁਲ ਅਲੱਗ ਹੋਣ ਦੇ ਨਾਲ ਬਹੁਤਾ ਫਾਇਦਾ ਮੇਰੇ ਖਿਆਲ ਆਮ ਆਦਮੀ ਪਾਰਟੀ ਨੂੰ ਹੋਏਗਾ, ਅਕਾਲੀ ਦਲ ਨੂੰ ਘੱਟ ਹੋਏਗਾ। ਕੀ ਮਹਿਸੂਸ ਕਰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਵੱਲ ਨੂੰ ਕਿਤੇ ਕੋਈ ਸੈਟਿੰਗ ਹੋ ਸਕਦੀ ਹੈ? ਜੀ ਦੇਖੋ, ਗੱਲ ਇਹ ਹੈ ਕਿ ਸੈਟਿੰਗ ਅਕਾਲੀ ਦਲ ਨਾਲ ਨੂੰ ਹੋ ਸਕਦੀ, ਆਮ ਆਦਮੀ ਪਾਰਟੀ ਨੂੰ ਹੋ ਸਕਦੀ, ਬੀਜੇਪੀ ਨੂੰ ਰੱਬ ਜਾਣਦਾ, ਪਰ ਸਿਆਸਤ 'ਚ ਸਾਰਾ ਕੁਝ ਹੀ ਹੋ ਸਕਦਾ, ਕਿਉਂਕਿ ਇਹ ਸਿਆਸਤ ਆ। ਸਿਆਸਤਦਾਨ ਦਾ ਕਦੀ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਦੋਂ ਅੱਜ ਤੋਂ 20 ਦਿਨ ਪਹਿਲਾਂ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ, ਕਦੀ ਕਿਸੇ ਨੇ ਸੋਚਿਆ ਸੀ ਕਿ ਉਹ ਜਾ ਕੇ ਅਮਿਤ ਸ਼ਾਹ ਨਾਲ ਗੱਲ ਕਰੇਗਾ ਤੇ ਕੋਈ ਨਵੀਂ ਪਾਰੀ ਦੀ ਸ਼ੁਰੂਆਤ ਹੋਏਗੀ? ਕਿਹਨੇ ਸੋਚਿਆ ਸੀ? ਕਿਹਨੇ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਿਨ ਚੜ੍ਹਦੇ ਨੂੰ ਮੁੱਖ ਮੰਤਰੀ ਪੰਜਾਬ ਨਹੀਂ ਹੋਏਗਾ? ਇਸ ਕਰਕੇ ਸਿਆਸਤ ਆ, ਸਿਆਸਤ 'ਚ ਕੋਈ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਕਿਸ ਬੰਨੇ ਨੂੰ ਤੁਰ ਜਾਵੇ, ਕੀ ਕਰ ਜਾਵੇ, ਕੀ ਨਾ ਚੰਦ ਚੜਾ ਜਾਵੇ, ਕਿਉਂਕਿ ਇਹਨਾਂ ਦੀ ਟ੍ਰੇਨਿੰਗ ਹੀ ਇਹੋ ਜਿਹੀ ਹੁੰਦੀ ਹੈ। ਜਿਸ ਸਮਾਜ ਦੇ ਵਿੱਚ ਪਲਦੇ ਆ, ਜਿੱਥੇ ਵੱਡੇ ਹੁੰਦੇ ਆ, ਉੱਥੇ ਇਹਨਾਂ ਨੇ ਇਹੀ ਕੁਝ ਸਿੱਖਿਆ ਹੁੰਦਾ ਤੇ ਉਹੀ ਇਹਨਾਂ ਦੀ ਟ੍ਰੇਨਿੰਗ ਆ। ਜਿੱਦਾਂ ਪੁਲਿਸ ਨੂੰ ਨਹੀਂ ਕਹਿ ਦਿੰਦੇ ਕਿ ਉਹਨਾਂ ਦੀ ਟ੍ਰੇਨਿੰਗ ਅਜਿਹੀ ਹੁੰਦੀ ਆ ਕਿ ਉਹਨਾਂ ਨੇ ਪਹਿਲੇ ਦਿਨ ਜਦੋਂ ਨਵੀਂ ਭਰਤੀ ਹੋਣੀ ਆ, ਘਰੋਂ ਬਾਹਰ ਨਿਕਲਣਾ ਤੇ ਬੱਸ ਤੇ ਫ੍ਰੀ ਚੜ੍ਹਨਾ ਤੇ ਫਿਰ ਫ੍ਰੀ ਹੋ ਸਾਰੀ ਉਮਰ ਭੁਗਤਣਾ ਸਾਰਾ ਕੁਝ। ਉਹੀ ਇਹਨਾਂ ਦੀ ਆ। ਸਿਆਸਤਦਾਨ ਨੇ, ਇਹਨਾਂ ਨੇ ਤੇ ਇਹ ਦੇਖਣਾ ਕਿ ਇਹਨਾਂ ਦੀ ਚੌਧਰ ਕਿੱਥੇ ਤੇ ਕਿੱਦਾਂ ਕਾਇਮ ਆ, ਤੇ ਚੌਧਰ ਵਾਲੇ ਬੰਨੇ ਨੂੰ ਜਾਣਾ ਉਹਨਾਂ ਨੇ, ਤੇ ਚੌਧਰ ਵੱਲ ਨੂੰ ਤੁਰੇ ਹੋਏ ਆ। ਤੇ ਉਸੇ ਕਰਕੇ ਉਹ ਜਿਹੜੀ ਜਾ ਕੇ ਅਮਿਤ ਸ਼ਾਹ ਨੂੰ ਮਿਲੇ ਆ, ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਊਗਾ। ਆਉਣ ਵਾਲੇ ਕਿ ਦਿਨਾਂ 'ਚ ਮੈਨੂੰ ਲੱਗਦਾ ਰਾਤ ਤੱਕ ਹੀ ਬਹੁਤਾ ਕੁਝ ਕਲੀਅਰ ਹੋ ਜਾਊਗਾ, ਕਿਉਂਕਿ ਜਿਹੜੇ ਉਹਨਾਂ ਦੇ ਸੱਜੇ ਖੱਬੇ ਬੈਠੇ ਆ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਛੁਰਲੀ ਛੱਡਣੀ ਆ, ਤੇ ਉਹ ਛੁਰਲੀ ਨੂੰ ਕਿਸੇ ਨਾ ਕਿਸੇ ਨੇ ਪੋਸਟ ਬਣਾ ਕੇ ਜਿਹੜਾ ਉਹ ਪਾ ਦੇਣਾ ਵਾ, ਤੇ ਉਹ ਤੋਂ ਬਹੁਤਾ ਕੁਝ ਕਲੀਅਰ ਜਿਹੜਾ ਉਹ ਹੋ ਜਾਊਗਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸੁਰਿੰਦਰ ਵੀਰ। ਇਸ ਤੋਂ ਬਾਅਦ ਥੋੜਾ ਜਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਫੇਰੀ ਤੇ ਗੱਲ ਕਰਾਂਗੇ, ਕੇਜਰੀਵਾਲ ਦੀ, ਤੇ ਕਦੀਆਂ ਹੋਰ ਖਬਰਾਂ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ। ਅਮਰੀਕਾ 'ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਸੀਂ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ, ਟਰੱਕ ਪਾਰਕਿੰਗ ਫ੍ਰੀ ਹੈ, ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਖਰੀਦ ਸਕਦੇ ਹੋ। ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਵਾਸ਼ਿੰਗਟਨ ਦੀ ਲੋਕੇਸ਼ਨ ਹੈ। ਤੇ ਦੂਸਰੀ ਲੋਕੇਸ਼ਨ ਜਿਹੜੀ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਆ, ਲੌਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਛਕੋ, ਸ਼ਾਵਰ, ਲਾਂਡਰੀ ਫ੍ਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਚੁੱਕ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413 4252328413। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰਕ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਸੇਵਾਵਾਂ ਅਪਲਾਈ ਕਰਨੀਆਂ ਨੇ ਤਾਂ ਤੁਸੀਂ ਸੰਪਰਕ ਕਰੋ ਤਰਸੇਮ ਸਿੰਘ ਗਿੱਲ CPA ਦੇ ਨਾਲ, ਜੋ ਨਿਊਜਰਸੀ ਦੇ ਲਾਗੇ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ, ਈਸਟਰਨ ਸਿਟੀ ਦੇ ਵਿੱਚ। ਤੇ ਨੰਬਰ ਹੈ ਉਹਨਾਂ ਦਾ 484 764 9861 484 764 9861। ਤੇ ਇਸ ਦੌਰਾਨ ਸਾਡਾ ਜ਼ਿਕਰ ਕਰਨ ਤੇ ਰਹਿਤ ਮਿਲੇਗੀ ਜੇ, ਕਿਉਂਕਿ ਆਪਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ, ਪੁਰਾਣੇ ਸਰੋਤੇ ਨੇ, ਉਹਨਾਂ ਦੇ ਬੇਟੇ ਨੇ ਹਰਬੰਸ ਸਿੰਘ ਗਿੱਲ CPA, ਸੋ ਸਾਡਾ ਜ਼ਿਕਰ ਕਰੋ ਤੇ ਰਹਿਤ ਮਿਲੇਗੀ।
ਨੰਬਰ ਹੈ ਤਰਸੇਮ ਸਿੰਘ ਗਿੱਲ ਦਾ 444764 ਯੂਨੀਅਨ ਵਿਲੇਜ ਟਰੱਕ ਸਟਾਪ ਹੈ ਵੇਕਰਸਫੀਲਡ ਦੇ ਵਿੱਚ 2201 100 ਯੂਨੀਅਨ ਐਵਨਿਊ ਵੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ ਜੋ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਸਵਾਦਲੇ ਛਕਾਉਂਦੇ ਨੇ। ਇੱਥੇ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਇਸ ਰੈਸਟੋਰੈਂਟ ਦੇ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲੈ ਸਕਦੇ ਹੋ। ਇਹ ਉੱਥੇ ਹੀ ਹੈ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਬੇਕਰਸਫੀਲਡ ਦੇ ਵਿੱਚ। ਉੱਥੇ ਨੇ ਦੋਨੇ ਲੋਕੇਸ਼ਨਾਂ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ ਹੈ 661 304 7500 661304750 ਸੈਟ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਦੇ ਨਾਲ। ਤੇ ਇਹ ਤੁਹਾਡੀ ਸਹੂਲਤ ਵਾਸਤੇ ਜਿਹੜੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ ਜਾਂ ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਆਵਰਲੀ ਪੇ ਕੀਤਾ ਜਾਂਦਾ, ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਮਿਹਨਤਾਨਾ ਦਿੱਤਾ ਜਾਂਦਾ ਹੈ। ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ ਗੈਰੀ ਧਾਲੀਵਾਲ ਹੋਰਾਂ ਦਾ। ਸੁਰਿੰਦਰ ਵੀਰ, ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆਏ ਨੇ, ਕਹਿੰਦੇ ਟੈਕਸ ਇੰਸਪੈਕਟਰਾਂ ਦੀ ਜ਼ਰੂਰਤ ਨਹੀਂ ਪੈਂਦੀ ਕਿ ਕਿਸੇ ਵਪਾਰੀ ਨੂੰ ਓਏ ਵੀ ਕਹਿ ਦੇਣ। ਹੁਣ ਯਾਰ ਟੈਕਸ ਇੰਸਪੈਕਟਰਾਂ ਦੀ ਜੌਬ ਹੈ, ਵਪਾਰੀ ਕਿਹੜਾ ਸਾਰੇ ਹੀ ਦੁੱਧ ਧੋਤੇ ਨੇ ਤੇ ਇਹਦੇ 'ਚ ਕਿਆ ਗੋਬਿੰਦਗੜ੍ਹ ਹੈ, ਲੁੱਟ ਕੇ ਖਾ ਗਏ ਗੋਬਿੰਦਗੜ੍ਹ ਵਾਲੇ, ਹੁਣ ਤੱਕ ਘੱਟ ਥੋੜ੍ਹੀ ਕੀਤਾ, ਕਿੰਨਾ ਟੈਕਸ ਚੋਰੀ ਇਹਨਾਂ ਨੇ ਕੀਤਾ ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਕਿ ਵਪਾਰੀਆਂ ਨੂੰ ਖੁਸ਼ ਕਰਨ ਵਾਲਾ ਇੱਕ ਤਾਂ ਇਹ ਹੈ ਕਿ ਫੰਡਿੰਗ ਬਹੁਤ ਹੋ ਜਾਂਦੀ ਹੈ, ਤਨਖਾਹਦਾਰ ਮੁਲਾਜ਼ਮ ਨੇ ਕੀ ਦੇਣਾ, ਜੌਬ ਹੈ ਕਰਦੇ ਰਹਿਣਗੇ। ਪਰ ਬਿਊਰੋਕਰੇਟ ਹੋ ਕੇ ਆਪ ਕਿਉਂ ਬਿਊਰੋਕਰੇਸੀ ਨੂੰ ਇੰਨਾ ਬਿਨਾਂ ਵਜ੍ਹਾ ਭੰਡ ਰਹੇ ਨੇ ਕੇਜਰੀਵਾਲ ਸਾਹਿਬ ਕਿ ਸ਼ਾਇਦ ਵਪਾਰੀਆਂ ਦਾ ਗਲ ਇਹਨਾਂ ਨਹੀਂ ਘੋਟਿਆ। ਪਰ ਵਪਾਰੀਆਂ ਦੇ ਹਾਲਾਤ ਵੇਖੋ ਕਿ ਲੁਧਿਆਣੇ ਦੇ ਵਿੱਚ, ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਕਟ ਮਨੀ ਲੁਧਿਆਣਾ ਦੇ ਬੱਚਿਆਂ ਕੋਲ ਹੈ। ਵੱਡੇ ਕਾਰੋਬਾਰੀ ਨੇ, ਡੂਢੇ ਸਵਾਏ ਬਣਾਉਂਦੇ ਨੇ ਤੇ ਵੇਸਟੇਜ ਹੈ ਜਿਹੜੀ ਆਪਾਂ ਨੂੰ ਪਤਾ ਹੀ ਹੈ ਕਿ ਇੱਥੇ ਵੀ ਵਪਾਰੀ ਸੀ ਜਿਹਨੇ ਕਿੰਨਾ ਜ਼ਹਿਰ ਸੁੱਟਿਆ ਸੀ, ਆਰਾਮ ਨਾਲ ਬਰੀ ਹੋ ਜਾਂਦੇ ਨੇ। ਵਪਾਰੀ ਵੀ ਸਾਰੇ ਦੁੱਧ ਧੋਤੇ ਨਹੀਂ ਤੇ ਜੌਬਾਂ ਵਾਲੇ ਇੰਸਪੈਕਟਰ ਵੀ ਜਾਂ ਪੁਲਿਸ ਆ ਜਾਂ ਕੋਈ, ਉਹ ਵੀ ਸਾਰੇ ਚੋਰ ਨਹੀਂ। ਸਿਰਫ ਵਪਾਰੀ ਵਰਗ ਨੂੰ ਖੁਸ਼ ਕਰਨਾ। ਕੀ ਵੇਖਦੇ ਹੋ ਕੇਜਰੀਵਾਲ ਸਾਹਿਬ ਦੇ ਪੰਜਾਬ ਦੌਰੇ ਦਾ 2 ਦਿਨਾਂ ਲੇਖਾ ਜੋਖਾ? ਜੀ ਸੁਰਿੰਦਰ ਵੀਰ। ਦੇਖੋ, ਪਹਿਲੀ ਗੱਲ ਤੇ ਹੈ ਕਿ ਜੇ ਕਹਿ ਦਈਏ ਕਿ ਵਪਾਰੀਆਂ ਨੇ ਟੈਕਸ ਦੀ ਕੋਈ ਠੱਗੀ ਨਾ ਮਾਰੀ ਹੋਵੇ ਤੇ ਇਹ ਤੇ ਕਦੀ ਹੋ ਹੀ ਨਹੀਂ ਸਕਦਾ। ਦੂਜੀ ਗੱਲ, ਜੇ ਟੈਕਸ ਇੰਸਪੈਕਟਰਾਂ ਨੂੰ ਕਹਿ ਦਈਏ ਕਿ ਉਹਨਾਂ ਨੇ 2 ਨੰਬਰ 'ਚ ਕੋਈ ਮੋਟੀ ਕਮਾਈ ਨਾ ਕੀਤੀ ਹੋਵੇ ਤੇ ਇਹ ਵੀ ਕਦੀ ਨਹੀਂ ਹੋ ਸਕਦਾ। ਦੁੱਧ ਧੋਤਾ ਕੋਈ ਨਹੀਂ ਹੈ। ਹਾਂ, ਕੇਜਰੀਵਾਲ ਸਾਹਿਬ ਨੇ ਹੁਣ ਵੋਟਾਂ ਲੈਣੀਆਂ ਸੀ, ਮੋਟੇ ਪੈਸੇ ਜਿਹੜੇ ਵਪਾਰੀਆਂ ਤੋਂ ਮਿਲਣੇ ਸੀ, ਇਸ ਕਰਕੇ ਵਪਾਰੀਆਂ ਦੀ ਗੱਲ ਕਰ ਦਿੱਤੀ। ਠੀਕ ਹੈ, ਚਾਹੀਦਾ ਤੇ ਸੀ ਕੇਜਰੀਵਾਲ ਜੇ ਇਮਾਨਦਾਰੀ ਦੀ ਗੱਲ ਕਰਦਾ ਤਾਂ ਫਿਰ ਇਹ ਕਹਿੰਦਾ ਕਿ ਦੇਖੋ ਵਪਾਰੀਓ, ਤੁਸੀਂ ਵੀ ਸੁਧਰ ਜਾਓ, ਠੱਗੀ ਮਾਰਨੀ ਬੰਦ ਕਰ ਦਿਓ, ਸਰਕਾਰ ਨੂੰ ਪੂਰਾ ਟੈਕਸ ਜਿਹੜਾ ਉਹ ਦਿਓ। ਤੇ ਨਾਲ ਹੀ ਇੰਸਪੈਕਟਰਾਂ ਦੁਆਲੇ ਹੋ ਜਾਂਦਾ ਕਿ ਤੁਸੀਂ ਜਿਹੜਾ ਠੱਗੀਆਂ ਮਾਰ ਕੇ ਮੋਟੀਆਂ ਰਕਮਾਂ ਇਕੱਠੀਆਂ ਕਰਕੇ ਨਜਾਇਜ਼ ਜਾਇਦਾਦਾਂ ਬਣਾਈਆਂ, ਉਹਦੇ ਤੋਂ ਬਾਜ਼ ਆ ਜਾਓ, ਫੇਰ ਤੁਸੀਂ ਚੰਗਾ। ਪਰ ਹੁਣ ਗੱਲ ਤੇ ਹੈ, ਗੱਲ ਸਿਆਸਤ ਦੀ ਸੀ ਨਾ। ਜੋ ਸਿਆਸਤ ਦੀ ਹੋਵੇ ਤੇ ਫਿਰ ਇਹੀ ਕੁਝ ਹੁੰਦਾ ਜਿਹੜਾ ਕੁਝ ਹੁਣ ਕੇਜਰੀਵਾਲ ਨੇ ਆ ਕੇ ਕੀਤਾ ਵਾ, ਕਿਉਂਕਿ ਸਿਰ ਤੇ ਇਲੈਕਸ਼ਨ ਖੜੀ ਆ। ਜੋ ਇਲੈਕਸ਼ਨ ਖੜੀ ਆ ਤਾਂ ਉਦੋਂ ਰਿਲੈਕਸੇਸ਼ਨ ਵੀ ਹੋਏਗੀ, ਉਸ ਵੇਲੇ ਕੰਪਰੋਮਾਈਜ਼ ਵੀ ਹੋਣਗੇ, ਫੰਡਿੰਗ ਵੀ ਕਰਨੀ ਆ ਤੇ ਫੰਡਿੰਗ ਬਗੈਰ ਤਾਂ ਗੱਡੀ ਚੱਲਣੀ ਨਹੀਂ ਆ। ਤੇ ਫਿਰ ਇਹ ਕੁਝ ਸਲੋਗਨ ਤਾਂ ਘੜੇ ਜਾਣਗੇ ਨਾ। ਜੇ ਸਲੋਗਨ ਨਹੀਂ ਕੱਢਣਗੇ ਤੇ ਫਿਰ ਨੇਤਾ ਕਿੱਥੋਂ ਬਣਿਆ? ਨੇਤਾ ਤੇ ਇੱਥੋਂ ਹੀ ਬਣਨਾ ਨਾ। ਦੂਜੀ ਗੱਲ, ਉਹ ਇਨਕਮ ਟੈਕਸ 'ਚ ਰਹੇ ਆ, ਉਹਨਾਂ ਨੂੰ ਪਤਾ ਕਿ ਕੀ ਕੁਛ ਹੁੰਦਾ, ਕਿੱਦਾਂ ਕਿਸ ਤਰ੍ਹਾਂ ਠੱਗੀਆਂ ਵੱਜਦੀਆਂ ਨੇ, ਕਿਸ ਤਰ੍ਹਾਂ ਆਪਣੇ ਛੱਡੇ ਜਾਂਦੇ ਆ ਤੇ ਬਗਾਨੇ ਰਗੜੇ ਜਾਂਦੇ, ਉਹਨੂੰ ਪਤਾ ਸਾਰਾ ਕੁਝ। ਇਸ ਕਰਕੇ ਕੇਜਰੀਵਾਲ ਜੋ ਕੁਝ ਕਰ ਗਿਆ ਉਹ ਉਹਦੀ ਮਜਬੂਰੀ ਸੀ ਤੇ ਉਹ ਕਰ ਗਿਆ। ਅਜੇ ਕੱਲ ਦਾ ਦਿਨ ਰਹਿਣਾ, ਕਹਿੰਦਾ ਕੱਲ ਸ਼ਾਮ ਤੱਕ ਦੱਸੂਗਾ ਮੁੱਖ ਮੰਤਰੀ ਕਿਹੜਾ ਬਣਾਉਣਾ। ਹੋ ਸਕਦਾ ਕਹਿੰਦਾ ਮੈਂ ਆਪਦੇ ਘਰ ਵਾਲੀ ਉਹ ਬਣਾ ਦਿਆਂ, ਪਤਾ ਨਹੀਂ ਅਜੇ। ਠੀਕ ਆ, ਮੇਰੇ ਕੋਲ ਤੇ ਇੱਕ ਬੜੀ ਸੋਹਣੀ ਫੋਟੋ ਵੀ ਆਈ ਪਈ ਆ, ਰੇਲਵੇ ਦਾ ਟ੍ਰੇਨ ਖੜੀ ਆ, ਉਹਦਾ ਜਿਹੜਾ ਥੱਲੇ ਵਾਲਾ ਵੀਲ ਆ ਉਹਨੂੰ ਪੰਪ ਨਾਲ ਹਵਾ ਭਰੀ ਜਾਂਦਾ, ਥੱਲੇ ਪਾਇਆ ਹੋਇਆ। ਕਹਿੰਦੇ ਦੇਖੋ ਪਤੰਦਰ, ਕਹਿੰਦਾ ਇਹਨੂੰ ਟਿਊਬਲੈਸ ਟਾਇਰ ਸਮਝ ਕੇ ਕਹਿੰਦਾ ਹਵਾ ਭਰੀ ਜਾਣ ਡਿਆ ਹੋਇਆ ਕਿ। ਠੀਕ ਆ, ਉਹ ਵੀ ਮੈਨੂੰ ਲੱਗਦਾ ਗੋਬਿੰਦਗੜ੍ਹੋਂ ਕਿਸੇ ਨੇ ਪਾਈ ਲੱਗਦੀ ਆ। ਠੀਕ ਹੈ ਨਾ, ਇਸ ਕਰਕੇ ਚਲੋ ਬਾਕੀ ਸਿਆਸਤ ਆ, ਸਿਆਸਤ 'ਚ ਜੋ ਦਲਵੀਰ ਰੰਧਾਵੇ ਨੂੰ ਪਤਾ ਹੋ, ਪੂਰਾ ਜਾਣਦੇ ਆ ਉਹ ਵੀ। ਹਾਂਜੀ,
ਦਲਵੀਰ ਰੰਧਾਵੇ ਨੂੰ ਪਤਾ ਹੋ ਗੋਬਿੰਦਗੜ੍ਹ ਵਾਲੇ ਨੂੰ ਵੀ ਕਿਹਨੇ ਪਾਈ ਆ ਉਹ। ਹਾਂ ਨਹੀਂ ਉਹ ਬੜੀ ਸੋਹਣੀ ਮੇਰੇ ਕੋਲ ਆਈ ਹੋਈ ਹੈ, ਮੈਂ ਪਾ ਦੂੰਗਾ ਵਿਹਲਾ ਜਾ ਹੋ ਕੇ ਪੋਸਟ ਪਾ ਦੂੰ ਉਹਦੇ ਹਾਂ ਤੇ। ਠੀਕ ਹੈ, ਥੋੜਾ ਹਾਸਾ ਠੱਠਾ ਹੋ ਜਾਂਦਾ, ਨਹੀਂ ਤਾਂ ਖਬਰਾਂ 'ਚ ਤਾਂ ਸਾਰਾ ਦਿਨ ਭੈੜੀਆਂ ਖਬਰਾਂ ਮਨ ਹੀ ਦੁਖੀ ਕਰੀ ਰੱਖਦੀਆਂ। ਨਹੀਂ ਮੈਂ ਤਾਂ ਵਧੀਆ ਵੀ ਪਾਉਂਦਾ ਵਾਂ, ਮੈਂ ਤਾਂ ਹਾਸੇ ਵਾਲੀਆਂ ਜ਼ਿਆਦੀਆਂ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਕਈ ਵਾਰੀ ਆ ਜਾਂਦੀਆਂ ਪਾ ਦਿੱਤੀਆਂ। ਬੜੀ ਸੋਹਣੀ ਇੱਕ ਆਈ ਹੋਈ ਆ ਹਾਸੇ ਵਾਲੀਆਂ ਤੋਂ ਵੀ ਮਾਈਂਡ ਕਰ ਜਾਂਦੇ ਨਾ ਅਗਲੇ। ਹੁਣ ਜਿਹੜਾ ਭਗਤ ਆ, ਜਿਹੜਾ ਜਿਹਦਾ ਭਗਤ ਉਹਨੇ ਤਾਂ ਮਾਈਂਡ ਕਰਨਾ ਹੀ ਹੈ। ਉਹ ਹਾਸੇ ਵਾਲੀ ਵੀ ਆ, ਸਰਕਾਰ ਨੂੰ ਜਗਾਉਣ ਲਈ ਵੀ ਆ। ਕਿ ਉਹ ਜਿਹੜੀ ਵਜੀਫੇ ਵਾਲੀ ਮੈਂ ਪਾਈ ਆ ਵੀਡੀਓ, ਹੈ ਤਾਂ ਪੁਰਾਣੀ ਆ, ਮੇਰੇ ਕੋਲ ਆਈ ਸੀ, ਮੈਂ ਪਾ ਦਿੱਤੀ ਆ। ਉਹਦੇ ਤੇ ਵੀ ਸਰਕਾਰ ਨੂੰ ਕਰੰਟ ਲੱਗ ਗਿਆ ਕਿ ਕਿਉਂ ਪਾਈ ਗਈ ਆ। ਮੈਂ ਕਿਹਾ ਮੈਂ ਵੀ ਵਿਹਲਾ ਯਾਰ, ਮੈਂ ਵੀ ਤੰਗ ਹੋਇਆ, ਆਜੋ ਲੈ ਜਾਓ ਜਿੱਥੇ ਜਾਣਾ। ਵਿਹਲੇ ਤਾਂ ਕਿੱਥੇ ਰਹਿਣ ਦਿੰਦੇ ਆ। ਅਹਿਮ ਖਬਰ ਤਾਂ ਅੱਜ ਦੀ ਰਹਿ ਗਈ ਸੀ ਪ੍ਰਾਈਮ ਟਾਈਮ। ਵਾਰਸ ਪੰਜਾਬ ਦੇ ਦੀਪ ਸਿੱਧੂ ਹੋਰੀ ਆ ਗਏ। ਕੀ ਬਣਦਾ ਉਹਨਾਂ ਦਾ ਬਈ ਵਾਰਸ ਪੰਜਾਬ ਦੇ? ਕਿਸਾਨਾਂ ਨੂੰ ਭੰਡੀ ਜਾਂਦੇ ਸੀ, ਕਹਿੰਦੇ ਐਮਐਲਏ ਬਣਨ ਨੂੰ ਫਿਰਦੇ ਆ। ਤੇ ਇਹ ਤਾਂ ਉਦੋਂ ਪਹਿਲਾਂ ਹੀ ਮਤਲਬ ਕਿਸਾਨਾਂ ਨੇ ਤਾਂ ਪਾਰਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਤੇ ਦੀਪ ਸਿੱਧੂ ਹੋਰਾਂ ਨੇ ਪਾਰਟੀ ਵੀ ਖੜੀ ਕਰ ਲਈ ਜੀ। ਮੈਂ ਨਾ ਦੇਖੋ ਗੱਲ ਇਹ ਆ ਕਿ ਮੈਂ ਤੇ ਨਾ ਪਿਛਲੇ ਕਈ ਦਿਨ ਤੋਂ ਇਹਨਾਂ ਦਾ ਆ ਰਿਹਾ ਸੀਗਾ, ਮੈਂ ਪੋਸਟਾਂ ਨਹੀਂ ਪਾਈਆਂ। ਮੈਂ ਕਿਹਾ ਯਾਰ ਪੋਸਟ ਉਹਦੀ ਪਾਓ ਜਿਹਦੇ ਅੱਲੇ ਪੱਲੇ ਕੁਛ ਹੋਵੇ। ਇਹਨਾਂ ਦਾ ਕਾਹਦੇ ਵਾਸਤੇ ਇਹਨਾਂ ਨੂੰ ਜਿਹੜਾ ਵਾ ਆਪਾਂ ਦੂਸਰਾ ਨਹੀਂ ਪੋਲੀਟੀਕਲ ਸਰਗਰਮੀ ਤਾਂ ਕੋਈ ਵੀ ਕਰਨੀ ਆਪਾਂ ਨੂੰ ਤਾਂ ਚਲੋ ਕਰਨੀ ਚਾਹੀਦੀ। ਮੈਂ ਕਿਹਾ ਆਪਾਂ ਕਾਹਨੂੰ ਇਹਨੂੰ ਐਵੇਂ ਬਗੈਰ ਗੱਲ ਤੋਂ ਜਿਹੜਾ ਵਾ ਉਹ ਚੱਕੀ ਫਿਰੀਏ। ਮੈਂ ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਨਹੀਂ ਸੀ ਪਾਇਆ। ਹੁਣ ਗੱਲ ਇਹ ਆ ਕਿ ਅੱਜ ਤਾਂ ਇਹਨਾਂ ਨੇ ਹੁਣ ਸਿਰੇ ਲਾ ਦਿੱਤੀ ਆ ਤੇ ਹੁਣ ਇਹ ਮੈਦਾਨ 'ਚ ਉਤਰ ਆਏ ਆ ਤੇ ਮੈਦਾਨ 'ਚ ਉਤਰਿਆ ਨਾਲ ਦੀ ਨਾਲ ਦਬਵੀਂ ਆਵਾਜ਼ 'ਚ ਇਹ ਵੀ ਕਹਿੰਦੇ ਆ ਕਿ ਦੇਖੋ ਜੀ ਅਸੀਂ ਭਾਰਤ ਸਰਕਾਰ ਤੋਂ ਕਾਨੂੰਨ ਵਾਪਸ ਕਰਾ ਕੇ ਰਹਿਣਾ। ਉਹ ਕਿਸਾਨ ਤਾਂ ਤੁਹਾਡੀ ਸੁਣਨ ਲਈ ਤਿਆਰ ਨਹੀਂ। ਜਿਹੜੀ ਉਹ ਬੰਦ ਦੀ ਕਾਲ ਦਿੰਦੇ ਆ, ਉਸ ਕਾਲ ਦੇ ਵਿੱਚ ਜਿਹੜਾ ਇਹਨਾਂ ਦਾ ਅੰਮ੍ਰਿਤਸਰ ਵਾਲਾ ਸੀ ਉਹ ਮੋਟਰਸਾਈਕਲ ਚੱਕ ਕੇ ਤੇ ਗੇੜੇ ਲਾਈਵ ਫਿਰਦਾ ਸੀਗਾ ਤੇ ਉਹਨੂੰ ਕਿਸੇ ਨੇ ਕਹਿਤਾ, ਕਹਿੰਦਾ ਏਦਾਂ ਕਰ ਗੋਲਡਨ ਗੇਟ ਕੋਲੇ ਆ ਜਾ। ਕਹਿੰਦਾ ਕੋਈ ਨਹੀਂ ਜੀ ਆ ਜਾਗਾ। ਪਤਾ ਸੀ ਵੀ ਗੋਲਡਨ ਗੇਟ ਕੀ ਕੁਝ ਵਾਪਰਿਆ ਸੀਗਾ। ਮਤਲਬ ਉਹ ਕੱਲਾ ਹੀ ਮੋਟਰਸਾਈਕਲ ਤੇ ਗੇੜੇ ਲਾਈ ਜਾਂਦਾ। ਕਹਿੰਦਾ ਦੇਖੋ ਜੀ ਬਿਲਕੁਲ ਬੰਦ ਕੀਤਾ ਹੋਇਆ, ਲੋਕਾਂ ਨੇ ਪੂਰਾ ਸਮਰਥਨ ਕਿਸਾਨਾਂ ਨੂੰ ਦਿੱਤਾ ਹੋਇਆ। ਭਲੇ ਮਾਨ ਸਾਹਿਬ ਤੈਨੂੰ ਕਿੰਨਾ ਦਿੱਤਾ ਉਹ ਦੇਖ ਲੈਂਦਾ। ਜਿਹੜਾ ਇਹਦਾ ਗੋਬਿੰਦਗੜ੍ਹ ਵਾਲਾ ਇੱਕ ਹੋਰ ਸੀ, ਉਹ ਜਿਹੜਾ ਗੋਬਿੰਦਗੜ੍ਹ ਧਰਨਾ ਸੀ ਉਹਦੇ 'ਚ ਗਿਆ, ਉਹਨਾਂ ਨੇ ਭਜਾਤਾ। ਕਹਿੰਦਾ ਤੂੰ ਤਾਂ ਦੀਪ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਂਦਾ ਸੀ, ਨਿਕਲ ਬਾਹਰ, ਅਸੀਂ ਨਹੀਂ ਤੈਨੂੰ ਖੜਨ ਦੇਣਾ। ਮਿੰਟ ਨਹੀਂ ਲਾਇਆ, ਉਹ ਤੋਂ ਹਰਨ ਹੁੰਦੇ ਨੇ, ਉਤੋਂ ਉਹਦੀ ਵੀ ਛੁੱਟੀ ਹੋਈ। ਇਸ ਕਰਕੇ ਇਹ ਆ ਕਿ ਆਪਾਂ ਨੂੰ ਪਤਾ ਇਹਨਾਂ ਦਾ ਆਧਾਰ ਕੀ। ਜੇ ਕੋਈ ਆਧਾਰ ਹੁੰਦਾ ਤਾਂ ਮੈਂ ਇਹਨਾਂ ਦੀ ਜਿਹੜੀ ਸੀਗੀ ਉਹ ਪੋਸਟ ਪਾ ਦਿੰਦਾ। ਫੰਡਿੰਗ ਤਾਂ ਮੇਰੇ ਖਿਆਲ ਹੁਣ ਇਸ ਵਾਰੀ ਐਨਆਰਆਈ ਸਿਆਣੇ ਹੋ ਗਏ ਨੇ। ਮੈਂ ਤਾਂ ਕਹਿੰਦਾ ਹੋਣਾ ਚਾਹੀਦਾ। ਦੇਖੋ ਤੁਸੀਂ ਵੋਟ ਬਣਾਓ ਭਰਾਵੋ, ਨਾ ਕਿਸੇ ਨੂੰ ਨੋਟ ਦਿਓ ਨਾ ਸਪੋਰਟ ਦਿਓ, ਆਪਣੀ ਵੋਟ ਤੱਕ ਗੱਲ ਕਰੋ ਜੇ ਹੁੰਦੀ ਹੈ। ਅਦਰਵਾਈਜ਼ ਜਿਹੜਾ ਹੁਣ ਲੱਗਦਾ ਕਿ ਉਹ ਇਸ ਵਾਰੀ ਐਨਆਰਆਈ, ਕਿਉਂਕਿ ਸਪੋਰਟ ਤਾਂ ਬੜੀ ਗੱਡਮੀ ਕਰਦੇ ਸੀ ਦੀਪ ਹੋਰਾਂ ਦੀ, ਸ਼ੰਭੂ ਮੋਰਚੇ ਦੀ, ਫਿਰ ਇਸ ਵਾਰੀ ਖੋਲਣਗੇ ਖਜ਼ਾਨੇ ਦਾ ਮੂੰਹ, ਆਉਣਗੀਆਂ ਫਲੈਟਾਂ ਭਰ ਕੇ ਦੀਪ ਦੀ ਪਾਰਟੀ ਦੀਆਂ ਵਾਰਸ ਪੰਜਾਬ ਦੇ। ਹਾਂ ਪਹਿਲੀ ਪੋਸਟ ਦੀ ਮੈਂ ਸ਼ੇਅਰ ਕਰਦਿਆਂ ਨਿੰਦਕ ਮਹਿਕਮੇ ਨੇ ਪਾਇਆ, ਕਹਿੰਦਾ ਦੁਨੀਆ ਕਹਿੰਦੀ ਆ ਮਾੜਾ ਬੰਦਾ ਅਸੀਂ ਨਾਲ ਨਹੀਂ ਬਿਠਾਉਣਾ। ਉਧਰ ਕਹਿੰਦਾ ਪੰਜਾਬ ਬਚਾਉਣ ਤੁਰਿਆ ਪਲਟੀਨਾ ਪਾਉਣੇ, ਪੰਜਾਬ ਨੂੰ ਲੁੱਟਣ ਵਾਲੇ ਨੂੰ ਨਾਲ ਬਿਠਾਈ ਫਿਰਦਾ, ਕਹਿੰਦਾ ਕਰਾ ਲੋ ਰਾਖੀ ਜੀ। ਦੂਸਰੀ ਉਹਨੇ ਪਾਈ ਹੋਈ ਆ, ਕਹਿੰਦਾ ਜੀ ਵੀ ਕਹਿੰਦਾ ਇਹਨਾਂ ਦਾ ਚੋਣ ਨਿਸ਼ਾਨ ਵੀ ਕਹਿੰਦਾ ਪਲਟੀਨਾ ਹੀ ਹੋਵੇਗਾ। ਠੀਕ ਆ ਜੀ। ਇਸ ਕਰਕੇ ਮੁੱਖ ਦੀ ਗੱਲ ਇਹ ਆ ਕਿ ਐਨਆਰਆਈ ਜਿਹੜੇ ਆ ਨਾ, ਰਵੀ ਸਿੰਘ ਖਾਲਸਾ ਨੂੰ ਖੁਸ਼ ਹੋ ਜਾਣਾ ਚਾਹੀਦਾ ਕਿ ਉਹਦੇ ਯੋਧੇ ਨੇ ਪਾਰਟੀ ਬਣਾ ਲਈ ਹੈ। ਫੰਡਿੰਗ ਦੀ ਤਾਂ ਕੋਈ ਦਿੱਕਤ ਨਹੀਂ ਰਹੇਗੀ। ਖਾਲਸਾ ਏਡ ਸਪੋਰਟ ਕਰੂਗਾ ਫਿਰ। ਨਹੀਂ ਖਾਲਸਾ ਏਡ ਨੇ ਬਥੇਰਾ ਕੁਝ ਇਕੱਠਾ ਕੀਤਾ, ਕਿਸਾਨੀ ਅੰਦੋਲਨ ਦੇ ਨਾਮ ਤੇ ਵੀ ਕੀਤਾ, ਫਲੱਡਾਂ ਦੇ ਨਾਮ ਤੇ ਵੀ ਕੀਤਾ ਹੋਇਆ ਤੇ ਦੇ ਦੇਣ ਕਿਤੇ ਉਹਨਾਂ ਨੂੰ ਫਰਕ ਥੋੜੀ ਪੈਂਦਾ। ਜੇ ਉਹ ਤੋਂ 5-7 ਹਜ਼ਾਰ ਕਰੋੜ ਪਾਉਂਡ ਭੇਜ ਦੇਣਗੇ ਤੇ ਕਿਹੜਾ ਕੋਈ ਫਰਕ ਪੈਣ ਲੱਗਾ ਵਾ। ਠੀਕ ਆ। ਇਹਨਾਂ ਦਾ ਵੀ ਸੋਕਾ ਸੂਕਾ ਜਿਹੜਾ ਉਹ ਨਿਕਲ ਜੂਗਾ, ਇੱਧਰ ਵਾਲਿਆਂ ਦਾ ਵੀ ਭੇਜਣਾ ਚਾਹੀਦਾ, ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ। ਰਵੀ ਸਿੰਘ ਖਾਲਸਾ ਹੁਣ ਤੱਕ ਜੇ ਇਹਨਾਂ ਦੀ ਸਪੋਰਟ ਕਰਦਾ ਸੀ ਤੇ ਉਹਨੂੰ ਕਿਤੇ ਨਾ ਕਿਤੇ ਮੈਦਾਨ 'ਚ ਜਿਹੜਾ ਆਉਣਾ ਚਾਹੀਦਾ, ਇਹਨਾਂ ਦੀ ਸਾਰ ਜਿਹੜੀ ਉਹ ਲੈਣੀ ਚਾਹੀਦੀ ਆ। ਪਰ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ, ਇੱਕ ਮੇਰਾ ਜ਼ਿੰਦਗੀ ਦਾ ਤਜਰਬਾ, ਮੈਂ ਦੇਖਿਆ ਕਿ ਮਹਾਜਨ ਜਿਹੜਾ ਵੋਟ ਆਪਣੀ ਮਰਜ਼ੀ ਨਾਲ ਪਾਉਂਦਾ, ਸਰਦਾਰਾਂ ਦੀ ਤਰ੍ਹਾਂ ਮੂਰਖਤਾਈ ਨਹੀਂ ਕਰਦਾ ਮਹਾਜਨ ਕਦੀ ਵੀ, ਪਰ ਨੋਟ ਹਰ ਇੱਕ ਨੂੰ ਦੇ ਦਿੰਦਾ। ਜੇ 3 ਕੈਂਡੀਡੇਟ ਵੱਡੇ ਖੜੇ ਹੋਣ ਤਿੰਨਾਂ ਨੂੰ ਦੇ ਦਿੰਦਾ, ਜੇ 4 ਵੱਡੀਆਂ ਪਾਰਟੀਆਂ ਤੇ ਖੜੇ ਹੋਣ 4 ਨੂੰ ਦੇ ਦਿੰਦਾ। ਮੈਂ ਹਮੇਸ਼ਾ ਪੁੱਛਦਾ ਹੁੰਦਾ, ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ ਨੋਟ ਕਿਉਂ ਦਿੰਦੇ? ਕਹਿੰਦਾ ਬਾਈ ਜੀ 4 ਚੋਂ ਜਿਹੜਾ ਮਰਜ਼ੀ ਜਿੱਤ ਜੇ, ਅਸੀਂ ਕੱਲ ਨੂੰ ਲੈਣਾ ਕੰਮ, ਅਸੀਂ ਆ ਕੰਮ ਦੇ ਕਾਢੇ ਤੇ ਅਸੀਂ ਕਹਿੰਦਾ ਨੋਟ ਦਿੱਤੇ ਹੋਏ ਆ। ਤੇ ਮੈਂ ਕਿਹਾ ਤੁਸੀਂ ਵੋਟ? ਕਹਿੰਦਾ ਉਹ ਅਸੀਂ ਤੁਹਾਨੂੰ ਵੀ ਨਹੀਂ ਦੱਸਦੇ, ਅਸੀਂ ਕਿਹਨੂੰ ਪਾਉਣੀ, ਉਹ ਸਾਡੀ ਮਰਜ਼ੀ ਆ, ਉਹ ਅਸੀਂ ਆਪਦੇ ਦਿਮਾਗ ਨਾਲ ਸੋਚ ਕੇ ਪਾਵਾਂਗੇ।
ਪਰ ਜਿਹਨੂੰ ਅਸੀਂ ਨੋਟ ਦਿੱਤੇ ਇਹ ਸੋਚ ਕੇ ਚੱਲਿਓ ਕਿ ਅਸੀਂ ਉਹਨੂੰ ਵੋਟ ਜਿਹੜੀ ਉਹ ਨਹੀਂ ਪਾਉਣੀ ਹੈ। ਇਹ ਮਹਾਜਨ ਇਸ ਕੋਲੋਂ ਸਿਆਣਾ, ਸਾਡੇ ਵਾਲੇ ਤੇ ਲਾਲਾ ਲਾਲਾ ਹਾਲਾ ਹਾਲਾ ਕਰਕੇ ਟਰੈਕਟਰ ਭਨਾ, ਗੱਡੀ ਭਨਾ, ਜੀਪ ਭਨਾ, ਲਾਲਾ ਲਾਲਾ ਕਰਕੇ ਪੂਰਾ ਟੱਬਰ ਵੀ ਲੱਦੀ ਫਿਰਨਗੇ ਤੇ ਲਾਲਾ ਲਾਲਾ ਕਰਕੇ ਜੁੱਤੀਆਂ ਤੜਾ ਕੇ ਤੇ ਮੁੜ ਕੇ ਜਿਹੜਾ ਉਹ ਕਹਿੰਦਾ ਕੀ ਕਹਿੰਦੇ ਹੁੰਦੇ ਆ, ਮੂੰਹ ਟੇਢਾ ਜਾ ਕਰਕੇ ਮਰਝਾ ਕੇ ਆਰਾਮ ਨਾਲ ਬਹਿ ਜਾਣਗੇ। ਸਾਡੇ ਵਾਲਿਆਂ ਦਾ ਇਹ ਹਾਲ ਆ। ਇਸ ਕਰਕੇ ਇਹ ਆ ਕਿ NRI ਜਿਹੜੇ ਆ ਉਹਨਾਂ ਨੂੰ ਵੋਟ ਬਣਾਉਣੀ ਚਾਹੀਦੀ ਆ, ਨੋਟ ਦੇਣੇ ਬੰਦ ਕਰਨੇ ਚਾਹੀਦੇ ਆ। ਉਹਨਾਂ ਦੇ ਨੋਟਾਂ ਦੇ ਸਿਰ ਤੇ ਬੜਿਆਂ ਦੀਆਂ ਔਲਾਦਾਂ ਜਿਹੜੀਆਂ ਉਹ ਵਿਗੜੀਆਂ ਨੇ ਤੇ ਬੜੀਆਂ ਨੇ ਕੜੀ ਜਿਹੜੀ ਉਹ ਘੋਲੀ ਆ। ਘੱਟੋ ਘੱਟ ਨੋਟ ਦੇਣੇ ਆ ਉਹ ਬੰਦ ਕਰ ਦੇਣੇ ਚਾਹੀਦੇ। ਜੇ ਬੰਦ ਕਰ ਦੇਣਗੇ ਸ਼ਾਇਦ ਪੰਜਾਬ ਜਿਹੜਾ ਉਹ ਥੋੜਾ ਬਹੁਤਾ ਜਿਹੜਾ ਉਹ ਸੁਧਰ ਜਾਏਗਾ। ਪਰ ਹਟਦੇ ਨਹੀਂ, ਫੈਨ ਤਾਂ ਹੈਗੇ ਨੇ ਥੋੜਾ ਜਿਹਾ ਵੀ ਜਦੋਂ ਲੁੱਟੇ ਲੱਟੇ ਜਾਂਦੇ ਨੇ ਉਦੋਂ ਹੀ ਸੁਧਰਦੇ ਨੇ। ਅਸੀਂ ਤਾਂ ਬਥੇਰਾ ਕਹਿੰਦੇ ਵੀ ਭਾਈ ਆਪਣੇ ਪਿੰਡ ਦੇ ਕਿਸੇ ਨੂੰ ਕੋਈ ਤੁਹਾਡੇ ਦੁੱਖ ਦੇ ਸੁੱਖ ਦੇ ਕੋਈ ਸਾਂਝੀ ਸੀਰੀ ਪੁਰਾਣੇ ਹੁੰਦੇ ਨੇ ਉਹਨਾਂ ਦੀ ਮਦਦ ਕਰੋ ਜਿਹਦੇ ਨਾਲ ਤੁਹਾਡੀ ਕੋਈ ਸਾਂਝ ਰਹੀ ਹੋਵੇ। ਤੇ ਪਰਿਵਾਰਾਂ 'ਚ ਬਥੇਰੇ ਗਰੀਬ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦੀ ਮਦਦ ਕਰ ਦਿਓ, ਕਿਸੇ ਨੂੰ ਪੜ੍ਹਾ ਦਿਓ, ਵਿਦਿਆ ਦਾ ਦਾਨ ਦਿਓ, ਉਹ ਚੀਜ਼ਾਂ ਤੇ ਕੰਮ ਕਰੋ। ਇਹ ਤਾਂ ਚਫੇਰਗੜੀਏ ਨੇ, ਇਹ ਬਹੁਤ ਸਾਰੇ ਮੰਤਰੀ ਸੰਤਰੀ ਠਗੰਤਰੀ ਗਵੰਤਰੀ ਆਉਂਦੇ ਨੇ ਤੇ ਮਾਂਜਾ ਫੇਰ ਕੇ ਲੈ ਜਾਂਦੇ ਨੇ। ਤੁਸੀਂ ਸ਼ਿਫਟਾਂ ਲਾ ਕੇ ਆਪਣੀ ਅਲਸੀ ਵਰਗੀ ਜਿੰਦ ਗਾਲ ਲੈਂਦੇ ਹੋ, ਅਲਸੀ ਦੀ ਫੁੱਲ ਵਰਗੀ ਜਿੰਦ ਸ਼ਿਫਟਾਂ ਨੇ ਖਾ ਲਈ ਤੇ ਪੈਸੇ ਤੁਸੀਂ ਇਹਨਾਂ ਦੇ ਬੋਝੇ ਪਾਈ ਜਾਂਦੇ ਹੋ। ਤੇ ਲਾਹੌਰੀ ਯਾਰ ਨੇ ਬਦਲ ਕੇ ਵੇਸ ਇਹ ਆਉਂਦੇ ਨੇ। ਤੇ ਸੁਰਿੰਦਰ ਵੀਰ ਬੁਲਾਈਏ ਫਿਰ ਜਗਾਰਾ। ਥੈਂਕ ਯੂ। ਨਹੀਂ ਅਕਾਲੀਆਂ ਨੂੰ ਲੈ ਲਿਆ ਆਪਾਂ, ਛੱਡ ਦਿੱਤੇ। ਉਹ ਵੀ ਅੱਜ ਗਏ ਆ ਟਰੈਕਟਰ ਮਾਰਚ ਕਰਕੇ। ਉਹ ਭਾਈ ਅਕਾਲੀ ਵੀ ਨਾਰਾਜ਼ ਹੋ ਜਾਣਾ, ਉਹ ਵੀ ਕਹਿੰਦੇ ਨਾਰਾਜ਼ ਹੋ ਜਾਣਾ। ਉਹਨਾਂ ਕਹਿਣਾ ਵੀ ਸਾਡੇ ਲਈ ਤੁਸੀਂ ਕੱਖ ਨਹੀਂ ਬੋਲਿਆ। ਚਲੋ ਕੋਈ ਨਹੀਂ, ਕੰਟੀਨਿਊ ਪਲੀਜ਼। ਹਾਂ, ਕਿਵੇਂ ਰਿਹਾ ਫਿਰ ਸੁਖਵੀਰ ਦਾ ਪ੍ਰਦਰਸ਼ਨ? ਏਦਾਂ ਸੀ ਵੀ ਜਦੋਂ ਅੰਬ ਸਾਹਿਬ ਗਏ ਤੇ ਆਪਾਂ ਨੂੰ ਪਤਾ ਹੀ ਗਾਂ ਤੇ ਟੱਪਣ ਨਹੀਂ ਦੇਣੇ ਅਗਲਿਆਂ ਨੇ। ਉੱਥੇ ਦਲਜੀਤ ਸਿੰਘ ਚੀਮਾ ਕਹਿੰਦਾ ਦੇਖੋ ਜੀ ਅਸੀਂ ਚੱਲੇ ਮੁੱਖ ਮੰਤਰੀ ਦੇ ਕੋਠੀ ਦਾ ਘਰਾਓ ਕਰਨ ਤੇ ਨਾਲ ਜਿਹੜੀ ਨਵੇਂ ਜਿਹੜੇ ਰੋਡ ਨਿਕਲ ਰਹੇ ਨੇ 4 ਲਾਈਨ ਤੇ 6 ਲਾਈਨ ਉਹਨਾਂ ਦੇ ਲਈ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਉਹਦਾ ਮੁਆਵਜ਼ਾ ਘੱਟ ਮਿਲਿਆ। ਤੇ ਸੁਖਵੀਰ ਤੁਹਾਨੂੰ ਪਤਾ ਗੋਲਾ ਤਾਂ ਕਈ ਵਾਰੀ ਬਹੁਤ ਵੱਡਾ ਛੱਡ ਜਾਂਦਾ ਹੁੰਦਾ। ਕਹਿੰਦਾ ਅਸੀਂ 5-5 ਕਰੋੜ ਕਿੱਲੇ ਦਾ ਮੁਆਵਜ਼ਾ ਦਿੱਤਾ। ਕਹਿੰਦਾ ਮੈਂ ਉਹ ਕਿੱਲਾ ਲੱਭਣ ਲੱਗ ਗਿਆ ਸਾਰੇ ਪੰਜਾਬ 'ਚ ਵੀ ਉਹ ਕਿੱਲਾ ਤਾਂ ਲੱਭਣ ਜਿਹਦਾ 5 ਕਰੋੜ ਇਹਨੇ ਮੁਆਵਜ਼ਾ ਦਿੱਤਾ। ਠੀਕ ਆ, ਜੇ ਹੁਣ ਸੜਕ ਬਣਨ ਲਈ 5 ਕਰੋੜ ਮੁਆਵਜ਼ਾ ਦਿੱਤਾ ਹੋਵੇ ਕਿੱਲੇ ਦਾ ਤੇ ਫਿਰ ਉਹ ਜਿਹੜੇ ਜਹਾਜ਼ ਭਰ ਕੇ ਲਿਆਂਦੇ ਸੀ ਜਾਂ ਮੋਦੀ ਤੋਂ ਜਿਹੜੇ ਟਰੱਕ ਭਰ ਕੇ ਲਿਆਂਦੇ ਸੀ ਉਹਦੇ 'ਚੋਂ ਦਿੱਤੇ ਹੋਣਗੇ, ਬਾਕੀ ਤੇ ਕਿਤੋਂ ਦਿੱਤੇ ਨਹੀਂ ਜਾ ਸਕਣੇ। ਠੀਕ ਹੈ। ਤੇ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦਾ ਦੇਖੋ ਅਸੀਂ ਚੱਲੇ ਆ ਮੁੱਖ ਮੰਤਰੀ ਦੇ ਕੋਠੀ ਦਾ ਘਰਾਓ ਕਰਨ ਤੇ ਸਾਡੇ ਨਾਲ ਆ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਇਹ ਸਾਰੇ ਲੋਕ ਤੇ 25,000 ਏਕੜ ਕਹਿੰਦਾ ਪੰਜਾਬ 'ਚ ਅਕਵਾਇਰ ਕੀਤੀ ਜਾ ਰਹੀ ਆ ਤੇ ਇਹਨਾਂ ਨੂੰ ਅਸੀਂ ਨਾਲ ਲੈ ਕੇ ਚੱਲੇ। ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਅੱਜ ਮੁੱਖ ਮੰਤਰੀ ਕੌਣ ਆ, ਕਿਉਂਕਿ ਇੱਥੇ ਮੁੱਖ ਮੰਤਰੀ ਕੋਈ ਪਤਾ ਨਹੀਂ ਲੱਗਦਾ। ਦਿਨ 'ਚ ਕਹਿੰਦਾ 5-5 ਬਦਲ ਜਾਂਦੇ। ਇਸ ਕਰਕੇ ਉੱਥੇ ਜਾ ਕੇ ਪਤਾ ਲੱਗੂ ਜਿਹੜਾ ਵੀ ਮੁੱਖ ਮੰਤਰੀ ਹੋਏਗਾ ਅਸੀਂ ਕਹਿੰਦਾ ਉਹਦਾ ਘਰਾਓ ਜਿਹੜਾ ਉਹ ਕਰ ਲਵਾਂਗੇ। ਠੀਕ ਹੈ। ਪਰ ਇਹ ਸੀ ਹਰਸਿਮਰਤ ਜਿਹੜੀ ਉਹ ਸੱਜੇ ਮਗਰਾੜ ਤੇ ਬਿਠਾਈ ਹੋਈ ਸੀ ਤਾਂ ਟਰੈਕਟਰ ਸੁਖਵੀਰ ਬਾਦਲ ਚਲਾ ਰਿਹਾ ਸੀਗਾ। ਮੈਂ ਕਿਹਾ ਚਲੋ ਹੋਰ ਜੋ ਕੁਝ ਹੋਵੇ ਨਾ ਹੋਵੇ, ਪਿਓ ਦੇ ਪੁੱਤੋ ਇੱਕ ਗੱਲ ਤੇ ਆ ਕਿ ਇਸ ਅੰਦੋਲਨ ਨੇ ਤੁਹਾਨੂੰ ਦੱਸਤਾ ਟਰੈਕਟਰ ਤੇ ਚੜ੍ਹਨਾ ਨਹੀਂ ਤੇ ਤੁਸੀਂ ਜਹਾਜ਼ ਤੋਂ ਥੱਲੇ ਨਹੀਂ ਸੀ ਉਤਰਦੇ ਤੇ ਨਾ ਤੁਸੀਂ ਜਿਹੜੀਆਂ ਲਗਜ਼ਰੀ ਗੱਡੀਆਂ ਸੀ ਉਹਨਾਂ ਤੋਂ ਥੱਲੇ ਉਤਰਦੇ ਸੀ। ਘੱਟੋ ਘੱਟ ਟਰੈਕਟਰ ਦੇ ਮਗਰਾੜ ਤੇ ਤਾਂ ਬਹਿਣ ਜੋਗੇ ਹੋਏ ਨਾ। ਤੈਨੂੰ ਪਤਾ ਲੱਗ ਗਿਆ ਕਿ ਅੰਦੋਲਨ ਜਦੋਂ ਚੱਲਦੇ ਆ ਉਦੋਂ ਵੱਡਿਆਂ ਦੀ ਖਟੀਆ ਜਿਹੜੀ ਉਹ ਖੜੀ ਹੋ ਜਾਂਦੀ ਆ ਤੇ ਕਿਹੜੇ ਬੰਨੇ ਨੂੰ ਜਿਹੜੀ ਆ ਉਹ ਲੈ ਕੇ ਚੱਲਦੇ। ਫਿਰ ਕੁੱਲ ਮਿਲਾ ਕੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦਾ ਕੀ ਕਰਨਾ ਸੀ, ਉੱਥੇ ਕਿਹੜਾ ਕੇਸ ਚਲਾਉਣਾ ਸੀ, ਉਹਨਾਂ ਛੱਡ ਦਿੱਤੇ। ਇਹਨਾਂ ਵੀ ਕਿਹਾ ਕਹਿੰਦੇ ਸਾਡੇ ਅੰਦੋਲਨ ਦੀ ਜਿੱਤ ਹੋ ਗਈ, ਇਹ ਵੀ ਘਰੋਂ ਘਰੀ ਆ ਗਿਆ ਤੇ ਗੱਲ ਨਿਪਟ ਗਈ ਆ। ਕਾਰਗੁਜ਼ਾਰੀ ਦਿਖਾ ਗਏ ਆਪਣੀ, ਥੋੜੀ ਬਹੁਤੀ ਸੁਰਖੀਆਂ ਲੱਗਣਗੀਆਂ, ਕਹਿਣ ਜੋਗੇ ਤਾਂ ਹੋ ਗਏ ਨਾ। ਨਹੀਂ ਬਿਲਕੁਲ ਦੇਖੋ ਇਹਦੇ ਚ ਤਾਂ ਕੋਈ ਦੋ ਰਾਇ ਨਹੀਂ। ਉਹ ਆਪਦੀ ਕਾਰਜਕਾਰੀ ਜਿਹੜੀ ਉਹ ਦਿਖਾ ਗਏ ਆ। ਠੀਕ ਹੈ ਨਾ। ਤੇ ਉਹ ਦਿਖਾਉਣੀ ਸੀ, ਹੋਰ ਕਰਨਾ ਵੀ ਕੀ ਸੀ ਉਹਨਾਂ ਨੇ, ਕਾਰਜਕਾਰੀ ਦਿਖਾਉਣੀ ਸੀਗੀ ਤੇ ਉਹ ਦਿਖਾਤੀ ਆ ਉਹਨਾਂ ਨੇ। ਕਿਉਂਕਿ ਹੁਣ ਇਹ ਵੀ ਸੀ ਨਾ ਵੀ ਉਹ ਦੂਸਰਾ ਘਰਾਓ ਕਰਨ ਜਾ ਰਹੇ ਸੀਗੇ ਮੁੱਖ ਮੰਤਰੀ ਦਾ, ਉਹਦੇ ਤੇ ਰੋਕ ਵੀ ਨਹੀਂ ਸੀ ਕੋਈ ਸਕਦਾ ਵੀ ਇਹ ਕਿੱਧਰ ਚੱਲੇ ਆ। ਉਹ ਕਹਿੰਦੇ ਅਸੀਂ ਤੇ ਘਰਾਓ ਕਰਨ ਚੱਲੇ ਆ ਕਿ ਜ਼ਮੀਨਾਂ ਦਾ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ ਤੇ ਕੁਦਰਤੀ ਸੀ ਜੋ ਘਰਾਓ ਕਰਨ ਜਾਏ, ਘਰਾਓ ਕਰਦਿਆਂ ਨੂੰ ਕੋਈ ਰੋਕਦਾ ਨਹੀਂਗਾ ਤੇ ਉਹਦੇ ਸਿਰ ਦੇ ਉੱਤੇ ਉਹਨਾਂ ਨੇ ਆਪਦਾ ਸ਼ਕਤੀ ਪ੍ਰਦਰਸ਼ਨ ਕਰਨਾ ਸੀ, ਉਹ ਉਹਨਾਂ ਨੇ ਕਰ ਲਿਆ ਵਾ। ਇੰਨਾ ਹੀ ਬਹੁਤ ਹੁੰਦਾ, ਇਹੀ ਪੋਲੀਟੀਸ਼ੀਅਨ ਨੂੰ ਚਾਹੀਦਾ ਹੁੰਦਾ ਵਾ। ਬਿਲਕੁਲ। ਸੋ ਬਹੁਤ ਧੰਨਵਾਦ ਸੁਰਿੰਦਰ ਵੀਰ। ਸਤਿ ਸ਼੍ਰੀ ਅਕਾਲ। ਸਵੇਰੇ ਹੁੰਦੀ ਮੁਲਾਕਾਤ 6 ਵਜੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸੋ ਦੋਸਤੋ, ਇਸ ਤਰ੍ਹਾਂ ਰਾਜਨੀਤਿਕ ਮਾਮਲਿਆਂ ਦੇ ਬਾਹਰ ਬੁਲੰਦਬਾਜ਼ ਬ੍ਰਾਡਕਾਸਟਰ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸੀ। ਸੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਜੀ ਆਪ ਜੀ ਦੇ ਨਾਲ ਲਾਈਵ ਜੁੜਦੇ ਹਾਂ
ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਲਾਈਵ ਸੁਣ ਸਕਦੇ ਹੋ। ਤੇ ਇਸ ਦੌਰਾਨ ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ, ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਬਟਨ ਦਬਾਓ ਬੈਲ ਆਈਕਨ ਦਾ। ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦੇ ਵਿੱਚ 667 930 9260 667-930-9260। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਲਾਈਵ ਸੁਣ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ, ਪ੍ਰੋਗਰਾਮ ਨੂੰ WhatsApp ਦੇ ਜ਼ਰੀਏ ਮੰਗਾਉਣਾ, ਮੇਰੇ ਨਾਲ ਕੋਈ ਸੰਪਰਕ ਕਰਨਾ, ਤਾਂ ਆਪਣਾ ਇੰਡੀਆ ਸਟੂਡੀਓ ਦਾ ਨੰਬਰ ਹੈ 9876309655 9876309655 ਤੇ ਇਸ ਨੰਬਰ ਤੇ ਤੁਸੀਂ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਤੁਹਾਨੂੰ ਸਾਰੀ ਜਿਹੜੀ ਹੈ ਲਿੰਕ ਨੇ ਉਹ ਸੈਂਡ ਕਰ ਦਿੱਤੇ ਜਾਂਦੇ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫਰੇਟ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਤੁਹਾਨੂੰ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਨਾਲ। ਜੇ ਤੁਸੀਂ ਓਨਰ ਆਪਰੇਟਰ ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ ਤੇ ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਅੱਛੇ ਆਵਰਲੀ ਪੇ ਕੀਤਾ ਜਾਂਦਾ ਹੈ, ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਤੁਹਾਡੇ ਵੀਜ਼ੇ ਦਿੱਤੇ ਜਾਂਦੇ ਨੇ। ਤੇ ਇਸ ਦੌਰਾਨ ਤੁਸੀਂ ਸੰਪਰਕ ਕਰਨਾ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਇਸੇ ਤਰ੍ਹਾਂ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਹੈ, ਅਮਰੀਕਾ 'ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਹੈ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਖਰੀਦ ਸਕਦੇ ਹੋ। ਤੇ ਦੂਸਰੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਲੌਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ, ਕਾਫੀ, ਫ੍ਰੀ ਚਾਹ, ਸ਼ਾਵਰ ਤੇ ਲਾਂਡਰੀ ਫ੍ਰੀ ਹੈ। ਓਵਰਨਾਈਟ ਟਰੱਕ ਪਾਰਕਿੰਗ ਵੀ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਉਹ ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਜੇ ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਤੁਸੀਂ ਗੈਸ ਸਟੇਸ਼ਨ ਆਪਰੇਟਰ ਓਨਰ ਜਿਹੜੇ ਵੀਰ ਨੇ ਉਹ ਇਹਨਾਂ ਤੋਂ ਫਿਊਲ ਫਰੈਂਚਾਈਜ਼ ਖਰੀਦ ਸਕਦੇ ਨੇ। ਡੈਲਟਾ ਫਿਊਲ ਕੰਪਨੀ, ਮੋਬਿਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ। ਇਸ ਤੋਂ ਇਲਾਵਾ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਤੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹਿਬ ਹਰਜਾਪ ਸਿੰਘ ਦਾ ਨੰਬਰ ਹੈ 425 232 8413 425 232 8413। ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ ਦੇ ਵਿੱਚ ਹੈ ਯੂਨੀਅਨ ਵਿਲੇਜ ਟਰੱਕ ਸਟਾਪ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਇੱਥੇ ਨਾਲ ਇੰਡੀਅਨ ਰੈਸਟੋਰੈਂਟ ਵੀ ਹੈ ਜੋ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਵਿਸ਼ੇਸ਼ਤਾ ਨਾਲ ਛਕਾਉਂਦੇ ਨੇ। ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਆਨੰਦ ਲੈ ਸਕਦੇ ਹੋ ਤੇ ਇੱਥੇ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਇਹ ਅਦਾਰੇ ਉਸੇ ਜਗ੍ਹਾ ਤੇ ਨੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਇਸੇ ਤਰ੍ਹਾਂ ਸਿਆਟਲ ਇਲਾਕੇ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ CPA ਨੇ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਮੰਗਵਾਉਣਾ, ਇਮੀਗ੍ਰੇਸ਼ਨ ਦਾ ਕੋਈ ਕੰਮ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ, ਸਵਾਵਾਂ ਲੈਣੀਆਂ ਨੇ ਪੇਪਰ ਫਾਈਲਿੰਗ ਦੀਆਂ, ਤਾਂ CPA ਤਰਸੇਮ ਸਿੰਘ ਗਿੱਲ ਦੀ ਸਹਾਇਤਾ ਲੈ ਸਕਦੇ ਹੋ, ਜੋ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਨੰਬਰ ਹੈ ਤਰਸੇਮ ਸਿੰਘ ਗਿੱਲ CPA ਦਾ 484 764 9861 484 764 9861। ਸ਼ੇਰ ਗਿੱਲ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਮੇਰਾ ਤਾਂ ਇੱਕ ਕੰਸਰਨ ਹੈ, ਜਿਹੜੇ ਹੁਣ ਕਹਿੰਦੇ ਆ ਨਾ ਵੀ ਆਹ ਮੰਤਰੀ ਪ੍ਰੈਸਟ ਹੈ, ਦੂਜੇ ਜਾਂ ਅਫੀਸਰ ਪ੍ਰੈਸਟ ਨੇ। ਬਾਈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ, ਜਾਨੀ ਦੋਨੇ ਪਾਰਟੀਆਂ ਕਾਂਗਰਸ ਤੇ ਰਾਈਟ ਅਕਾਲੀ ਨੇ, ਜਦੋਂ ਬਾਈ ਜੀ ਇਹ ਪੁਆਇੰਟ ਭ੍ਰਿਸ਼ਟ ਕਰਦੇ ਆ, ਇਹਨਾਂ ਦੇ ਸਰਪ੍ਰਸਤ ਜਿਹੜੇ ਇਹ ਸਰਕਾਰ ਹੁੰਦੇ ਆ ਤੇ ਇਹ ਟਿਕਟਾਂ ਦਿੰਦੇ ਆ ਬਾਈ ਜੀ, ਜਿਹੜੇ ਬਵਾਬਤ ਵਿੱਚ ਹੈ। ਆਪਾਂ ਨੂੰ ਪਤਾ ਕਿੰਨੇ % ਇਹ ਕ੍ਰਿਮੀਨਲ ਆ ਜਿਹੜੇ MLA ਤੇ MP ਹੋਣਗੇ, ਰਾਈਟ। ਤੇ ਬਾਈ ਜੀ ਜੇ ਇਹ ਇੰਨੇ ਹੁਣ ਬਵਾਬਤ ਨੂੰ ਜਿਨ੍ਹਾਂ ਦੀ ਛਵੀ ਚੰਗੀ ਨਹੀਂ, ਉਹਨਾਂ ਦਾ ਹੱਕ ਹੀ ਨਹੀਂ ਬਣਦਾ ਬਾਈ ਜੀ ਪਬਲਿਕ ਮੀਟਿੰਗ ਦੇ ਵਿੱਚ ਆਉਣ ਦਾ। ਜਿੱਥੇ ਪਬਲਿਕ ਨਾਲ ਸਿੱਧਾ ਵਾਹ ਉਹਨਾਂ ਅਹੁਦਿਆਂ ਤੇ ਇਹ ਹੱਕਦਾਰ ਹੀ ਨਹੀਂ ਰੱਖਦੇ ਜਿੰਨਾ ਚਿਰ ਕਲੀਅਰ ਨਹੀਂ ਹੁੰਦੇ। ਫਿਰ ਇਹਨਾਂ ਨੇ ਬਾਈ ਜੀ ਜਦੋਂ
ਉਹਨਾਂ ਨੂੰ ਟਿਕਟਾਂ ਦਿੱਤੀਆਂ, MLA ਬਣਾਇਆ, ਇਹਨਾਂ ਨੂੰ ਪਤਾ ਵੀ ਉਹ ਕਰਪਟ ਹੈ। ਆਪਾਂ ਧਾਰਨਾ ਦੇਖ ਲਓ, ਅਕਾਲੀ ਦਲ 'ਚ ਵੀ ਦੇਖ ਲਓ, ਕਾਂਗਰਸ 'ਚ ਵੀ ਦੇਖ ਲਓ, ਰਾਈਟ। ਤੇ ਫਿਰ ਜਦੋਂ ਚੁਣੇ ਗਏ ਤੇ ਫਿਰ ਮੇਰੇ ਖਿਆਲ ਸਿੱਧੂ ਦੀ ਇੱਛਾ ਸ਼ਕਤੀ ਬਾਈ ਜੀ ਕਿਵੇਂ ਪੂਰੀ ਹੋ ਜੂ ਇਹਨਾਂ ਰਵੇਤੀ ਪਾਰਟੀਆਂ ਦੇ ਵਿੱਚ ਰਹਿ ਕੇ? ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਤਾਂ ਹੋਣਾ ਹੀ ਨਹੀਂ ਬਾਈ ਜੀ। ਸ਼ੇਰਗਿੱਲ ਸਾਹਿਬ, ਆਪਾਂ ਦੂਰ ਨਾ ਜਾਈਏ। ਸਿੱਧੂ ਨੇ 5 ਸਲਾਹਕਾਰ ਚੁਣੇ। ਜਗਤਾਰ ਸਿੰਘ ਸਿੱਧੂ ਬਹੁਤ ਘੱਟ ਵਿਵਾਦਤ ਨੇ, ਕੋਈ ਵਿਵਾਦ ਨਹੀਂ ਬਹੁਤਾ, ਚਲੋ ਕਈਆਂ ਨੂੰ ਲੱਗਦਾ ਵੀ ਹੋਏਗਾ। ਉਹਨਾਂ ਨੂੰ ਛੱਡ ਕੇ ਸੁਰਿੰਦਰ ਡੱਲਾ ਪੱਤਰਕਾਰ ਨੇ, ਤੇ ਉਸ ਨੂੰ ਵੀ ਛੱਡੀਏ ਮਾਲਵਿੰਦਰ ਮਾਲੀ, ਤੁਸੀਂ ਸਾਰੇ ਨਿੱਜੀ ਤੌਰ ਤੇ ਜਾਣਦੇ ਹੋ, ਤੇ ਪਿਆਰੇ ਲਾਲ ਗਰਗ, ਇਹਨਾਂ ਨੂੰ ਵੀ ਛੱਡੀਏ, ਤੇ ਲਾਸਟ ਦੇ ਵਿੱਚ ਮੁਹੰਮਦ ਮੁਸਤਫਾ, ਉਹ ਵੀ ਤਾਂ ਇਸੇ ਪੁਲਿਸ 'ਚ ਰਿਹਾ। ਉਸ ਤੇ ਵੀ ਤਾਂ ਕਿੰਨੇ ਦੋਸ਼ ਨੇ ਕਿ ਮੁੰਡਿਆਂ ਦਾ ਘਾਣ ਕੀਤਾ। ਤੇ ਨਵਜੋਤ ਸਿੰਘ ਸਿੱਧੂ ਦੀ ਕੀ ਮਜਬੂਰੀ ਸੀ? ਜੇ ਠੀਕ ਹੈ DGP ਲਾਤਾ, ਉਹ ਕ੍ਰਾਈਟੇਰੀਆ ਬਣਦਾ ਸੀ, ਉਸ ਤੋਂ ਬਾਅਦ ਜੇ ਚਟੋਪਾਧਿਆਏ ਨੂੰ ਲਾਉਂਦੇ, ਉਹਨਾਂ ਨਾਲ ਵੀ ਵਿਵਾਦ ਨੇ। ਬਾਦਲਾਂ ਦੇ ਰਾਜ ਦੌਰਾਨ ਉਹਨੇ ਕੰਮ ਕੀਤਾ, ਉਹਦੀ ਮਜਬੂਰੀ ਸੀ, ਉਹਦੀ ਜੌਬ ਸੀ। ਤੁਹਾਡੇ ਰਾਜ 'ਚ ਕੰਮ ਕਰੂਗਾ, ਤੁਸੀਂ ਕਿਹੜਾ ਸਾਰੇ ਸਹੀ ਕਰਾਓਗੇ? ਪਰ ਇਹਦੇ 'ਚ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਖੁਦ ਮੁਸਤਫਾ ਨੂੰ ਲਾਇਆ, ਉਹਦੀ ਘਰ ਵਾਲੀ ਵੀ ਤਾਂ 4.5 ਇਸੇ ਸਿਆਸਤ 'ਚ ਰਹੀ ਹੈ। ਉਹਨੇ ਕਿੰਨੀਆਂ ਕੁ ਬਾਦਲਾਂ ਦੀਆਂ ਬੱਸਾਂ ਬੰਦ ਕਰ ਦਿੱਤੀਆਂ, ਕਿੰਨੀਆਂ ਕੁ ਰੋਡਵੇਜ ਨੂੰ ਉਹ ਵਾਧੇ 'ਚ ਲੈ ਗਈ, ਕਿੰਨੀਆਂ ਕੁ ਏਅਰਪੋਰਟ ਤੇ ਬੱਸਾਂ ਚਲਾ ਦਿੱਤੀਆਂ। ਉਹਨਾਂ ਨੂੰ ਵੀ ਛੱਡੋ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਆਪਣਾ ਛਾਨਣਾ ਲਾਇਆ, ਕੀ ਉਹਦੇ 'ਚ ਮੁਹੰਮਦ ਮੁਸਤਫਾ ਬਿਲਕੁਲ ਸਾਫ਼ ਪਾਕ ਨੇ? ਇੱਥੇ ਫਿਰ ਉਹਨਾਂ ਦਾ ਕ੍ਰਾਈਟੇਰੀਆ ਲੋਕ ਚੁਣਨ ਦਾ, ਆਪਣੇ ਸਲਾਹਕਾਰ ਚੁਣਨ ਦਾ, ਜਦੋਂ ਲੋੜ ਹੀ ਨਹੀਂ ਸਲਾਹਕਾਰਾਂ ਦੀ। ਹੋਰ 3600 ਬੰਦੇ ਨੇ, ਤੁਸੀਂ ਉਹ ਨਾ ਚੁਣ ਲਏ। ਮੁਹੰਮਦ ਮੁਸਤਫਾ ਨੂੰ ਚੁਣਨਾ ਤੁਹਾਡੀ ਕੀ ਮਜਬੂਰੀ ਸੀ ਸਿੱਧੂ ਸਾਹਿਬ? ਇਹਦੇ ਤੇ ਜਵਾਬ ਦੇਣਗੇ ਉਹ ਕਦੇ? ਨਹੀਂ, ਬਿਲਕੁਲ ਬਾਈ ਜੀ ਤੁਸੀਂ ਸਹੀ ਆ। ਜਦੋਂ ਉਹਦੇ ਵੀ ਹੱਥ ਰੰਗੇ ਹੋਏ ਆ, ਜਿੱਥੇ ਆਪਾਂ ਸਮੈਦ ਸੈਣੀ ਨੂੰ ਕਹਿੰਦੇ ਆ ਵੀ ਉਹ ਕਾਤਲ ਹੈ ਇਹਨਾਂ ਲੱਕਾਂ ਦਾ, ਤੇ ਉੱਥੇ ਫਿਰ ਇਹ ਵੀ ਜ਼ਿੰਮੇਵਾਰ ਹੈ। ਤੇ ਉਹਨਾਂ ਇਹਨੂੰ ਚਲੋ ਮਾਲੀ ਨੇ ਏਡਾ ਗੁਨਾਹ ਨਹੀਂ ਕੀਤਾ ਬਾਈ ਜੀ, ਚਲੋ ਉਹਦੇ ਵਿਚਾਰ ਹੈ। ਨਹੀਂ, ਮਾਲੀ ਦੇ ਵਿਚਾਰ ਨੇ, ਚਲੋ ਆਪਾਂ ਉਹਨਾਂ ਨੂੰ ਛੱਡੀਏ, ਸਾਰਿਆਂ ਨੂੰ ਛੱਡੀਏ। ਹੁਣ ਤੁਸੀਂ ਵੇਖੋ ਕਿ DGP ਜਿਹੜੇ ਸੰਬੰਧਿਤ ਨੇ, ਹੁਣ ਥਾਣੇਦਾਰ ਨੂੰ SP ਨੂੰ ਤਾਂ ਚੱਕ ਕੇ DGP ਲਾ ਨਹੀਂ ਸਕਦੇ। ਇੱਕ ਅੱਧਾ ਜੇ ਕੋਈ ਸੀਨੀਅਰਿਟੀ ਲਾਂਭੇ ਕਰਕੇ ਜੋ ਰੂਲ ਐਂਡ ਰੈਗੂਲੇਸ਼ਨ ਹੈ ਜੌਬ ਦਾ, ਸਰਕਾਰੀ ਨੌਕਰੀ ਦੇ ਜੋ ਨਿਯਮ ਨੇ, ਜੇ ਤੁਸੀਂ 2-4 ਨੂੰ ਲਾਂਭੇ ਕਰੋਗੇ। ਚਟੋਪਾਧਿਆਏ ਵੀ ਤਾਂ ਅਦਾਲਤ 'ਚ ਗਿਆ ਸੀ, ਮੁਸਤਫਾ ਵੀ ਅਦਾਲਤ 'ਚ ਗਿਆ ਸੀ, ਉਹ ਅਦਾਲਤ 'ਚ ਚਲੇ ਜਾਣਗੇ, ਇਹਨਾਂ ਨੂੰ ਟਾਈਮ ਟੱਪ ਜੂ। ਪਰ ਉਹ ਤਾਂ ਚਲੋ ਸਰਕਾਰ ਦੀ ਮਜਬੂਰੀ ਬਣੀ, ਉਹਨਾਂ 'ਚੋਂ ਚੁਣਨਾ ਹੀ ਪੈਣਾ ਸੀ। ਤੇ ਸਿੱਧੂ ਦੀ ਕਿਹੜੀ ਮਜਬੂਰੀ ਸੀ? ਉਹਦੀ ਕਿਹੜੀ ਟਾਇਰ ਪੈਂਚਰ ਹੋਇਆ ਸੀ ਕਿ ਕਾਰ ਨਹੀਂ ਸੀ ਚੱਲਦੀ ਮੁਸਤਫਾ ਦੇ ਧੱਕੇ ਬਿਨਾਂ? ਉਹਨੇ ਮੁਸਤਫਾ ਨੂੰ ਕਿਉਂ ਚੁਣਿਆ ਜੇ ਉਹ ਪੰਜਾਬ ਦਾ ਐਡਾ ਹਤੈਸ਼ੀ ਹੈ? ਕੀ ਮੁਸਤਫਾ ਤੇ ਸਵਾਲ ਖੜੇ ਨਹੀਂ ਹੁੰਦੇ? ਉਹ ਤਾਂ ਸਰਕਾਰ ਨੇ ਕਿਸੇ ਨਾ ਕਿਸੇ ਨੂੰ ਚੁਣਨਾ ਹੀ ਸੀ, ਚਾਹੇ ਕਾਲੇ ਚੋਰ ਨੂੰ ਚੁਣੇ, ਉਹਨਾਂ ਦੀ ਮਜਬੂਰੀ ਨਹੀਂ, ਉਹਨਾਂ ਤੋਂ ਬਾਹਰ ਚੁਣ ਨਹੀਂ ਸੀ ਸਕਦੀ। ਤੇ ਸਿੱਧੂ ਦੀ ਕਿਹੜੀ ਮਜਬੂਰੀ ਸੀ ਮੁਸਤਫਾ ਨੂੰ ਲਾਉਣਾ? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਜੋ ਇਮਾਨਦਾਰ ਨੇ। ਹਾਂਜੀ ਬਿਲਕੁਲ ਬਾਈ ਜੀ, ਜਿਹੜੇ ਖਾਸ ਕਰਕੇ ਕ੍ਰਿਮੀਨਲ ਬੰਦਿਆਂ ਨੂੰ ਤਾਂ ਬਾਈ ਜੀ 1 ਲਾ ਲਓ ਤੁਸੀਂ, ਜਾਂ ਭਾਵੇਂ ਉਹ 10 ਲਾ ਲਓ, ਮਤਲਬ ਤੁਸੀਂ ਤਾਂ ਫਿਰ ਕਟਹਿਰੇ 'ਚ ਤੁਸੀਂ ਵੀ ਤਾਂ ਉਨੇ ਹੀ ਦੋਸ਼ੀ ਆ। ਤੁਸੀਂ ਵੀ ਤਾਂ ਉੱਥੇ ਖੜੇ ਹੋ। ਹੁਣ ਮੁਸਤਫਾ ਨੂੰ ਲਾਇਆ ਤੇ ਤੁਹਾਡੀ ਕੀ ਮਜਬੂਰੀ ਸੀ? ਤੁਹਾਡਾ ਬਿਨਾਂ ਸਲਾਹਕਾਰ ਤੋਂ ਵੀ ਸਰ ਸਕਦਾ ਸੀ। ਤੇ ਮੁਸਤਫਾ ਇਸ ਗੱਲ ਤੇ ਅੜ ਗਿਆ ਕਿ ਮੈਨੂੰ ਮੁੱਖ ਸਲਾਹਕਾਰ ਲਾਓ। ਇਹਨਾਂ ਨੇ ਉਹਦੀ ਰਜਾਮੰਦੀ ਦੂਰ ਕਰਦੇ ਹੋਏ ਉਹਨੂੰ ਮੁੱਖ ਸਲਾਹਕਾਰ ਵੀ ਬਣਾਇਆ। ਤੇ ਇੱਥੇ ਫਿਰ ਨਵਜੋਤ ਸਿੰਘ ਸਿੱਧੂ ਇਮਾਨਦਾਰ ਹੋ ਗਿਆ ਇਕੱਲਾ ਹੀ? ਉਹਦੀ ਸਾਰੀ ਗੱਲ ਹੀ ਯਾਰ ਸਹੀ ਹੋ ਗਈ। ਉਹ ਬੰਦਾ ਅੜ ਵੀ ਗਿਆ ਕਿ ਮੈਂ ਨਹੀਂ ਸਲਾਹਕਾਰ ਬਣਨਾ, ਮੈਨੂੰ ਤਾਂ ਮੁੱਖ ਸਲਾਹਕਾਰ ਲਾਓ। ਤੇ ਸਿੱਧੂ ਨੇ ਗੋਡੇ ਰਗੜ ਕੇ ਉਹਨੂੰ ਮੁੱਖ ਸਲਾਹਕਾਰ ਵੀ ਬਣਾਇਆ। ਯਾਰ ਸਿੱਧੂ ਦੀ ਐਡੀ ਕਿਹੜੀ ਮਜਬੂਰੀ ਸੀ ਬਈ, ਜਿਹੜਾ ਮੁਸਤਫੇ ਬਿਨਾਂ ਉਹਦੀ ਪ੍ਰਧਾਨਗੀ ਨਹੀਂ ਸੀ ਚੱਲਦੀ? ਇਹਦਾ ਬਾਈ ਐਟੀਟਿਊਡ ਵੀ ਬਾਈ ਜੀ ਨਹੀਂ ਸਹੀ ਹੈ। ਜਿਵੇਂ ਆਪਾਂ ਪਹਿਲੇ ਦੇਖਿਆ ਚੰਨੀ ਨੂੰ ਬਾਈ ਕਹਿਣਾ ਤੇ ਕਿਵੇਂ ਉਹਨੂੰ ਹੱਥ ਲੈ ਕੇ ਤੁਰੇ, ਫਿਰ ਉੱਥੇ ਪਹਿਲੇ ਤਾਂ ਨਹੀਂ ਪਤਾ ਲੱਗ ਗਿਆ ਵੀ ਇਹ ਬੰਦਾ ਅੱਗਾ ਨਹੀਂ ਤੁਰ ਸਕਦਾ, ਉਹਦੇ ਨਾਲ ਸਵਾਲ ਹੀ ਨਹੀਂ ਪੈਦਾ ਹੁੰਦਾ। ਉਦੋਂ ਹੀ ਪਤਾ ਲੱਗੇ ਕਿਉਂਕਿ ਇਹਦਾ ਐਟੀਟਿਊਡ ਠੀਕ ਨਹੀਂ ਗਾ ਸਿੱਧੂ ਦਾ। ਸਿੱਧੂ ਬੇਬਾਕ ਹੋਣਾ ਹੋਰ ਵੱਖਰੀ ਗੱਲ ਹੁੰਦਾ ਬਾਈ ਜੀ। ਸਿਆਸਤ ਦੇ ਵਿੱਚ ਜਿਹੜਾ ਤੁਹਾਡਾ ਐਟੀਟਿਊਡ ਹੈ, ਤੁਹਾਨੂੰ ਆਪਦਾ ਬੋਲਣ ਤੇ ਵੀ ਕੰਟਰੋਲ ਕਰਨਾ ਪਊਗਾ। ਜ਼ਿਆਦਾ ਬੋਲਣਾ ਵੀ ਠੀਕ ਨਹੀਂ ਹੁੰਦਾ। ਬਾਈ ਜੀ ਇਹਨਾਂ ਦੀ ਇੰਟਰਵਿਊ ਕਿੰਨੀਆਂ ਵੇਖ ਲਓ, ਹਰ ਵੱਡੇ ਬੰਦੇ ਨੂੰ ਛੋਟੇ ਬੰਦੇ ਨੂੰ ਤੂੰ ਕਹਿੰਦੇ ਆ। ਉਹ ਯਾਰ ਤੂੰ ਚੁੱਪ ਕਰ। ਮੈਂ ਦੇਖਿਆ। ਹਾਂਜੀ ਇਹ ਯਾਰ ਤੁਸੀਂ ਬ੍ਰਾਡਕਾਸਟਰ ਹੋ, ਨੈਸ਼ਨਲ ਇੰਟਰਨੈਸ਼ਨਲ ਬ੍ਰਾਡਕਾਸਟਰ ਹੋ, ਤੂੰ ਤਾਂ ਅੱਧੀ ਲੜਾਈ ਹੈ। ਇਹ ਠੀਕ ਹੈ ਕਿ ਤੂੰ ਸਤਿਕਾਰਤ ਵੀ ਹੈ, ਤੂੰ ਦਾਤਾ ਦਤਾਰ। ਹੁਣ ਮੇਰੇ ਵਰਗਾ ਕੋਈ ਸਿੱਧੂ ਨੂੰ ਤੂੰ ਆਖੇ, ਤੂੰ ਸਿੱਧੂ ਕੀ ਕਰੇਗਾ? ਸਿੱਧੂ ਥੱਪੜ ਮਾਰੂ ਅਗਲੇ ਦੇ, ਆਪ ਤੂੰ ਕਹਾ ਲਊਗਾ। ਇਹ ਠੀਕ ਹੈ, ਇਮਾਨਦਾਰ ਹੈ, ਕਰਪਸ਼ਨ ਨਹੀਂ, ਪੈਸਾ ਵਾਰਨ ਵਾਲਾ ਹੈ, ਵਧੀਆ ਬੰਦਾ ਹੈ। ਪਰ ਜਿਹੜੀਆਂ ਕਮੀਆਂ ਨੇ ਉਹ ਵੀ ਤਾਂ ਮੰਨ ਲਵੇ ਨਾ ਯਾਰ। ਗੱਲ ਤੇ ਅਸਤੀਫਾ 3 ਮਹੀਨੇ ਤੁਹਾਡੇ ਕੋਲ ਸਮਾਂ, ਤੁਸੀਂ ਕਾਂਗਰਸ ਦਾ ਖਲਾਰਾ ਪਾ ਕੇ ਜਾਣਾ, ਇੱਥੇ ਮੋਦੀ ਹੋਰਾਂ ਨੂੰ ਖੁੱਲ੍ਹ ਖੇਡਾਂ ਕਰਕੇ ਜਾਣੀਆਂ ਨੇ। ਕਰ ਕੀ ਰਹੇ ਹੋ? ਉਧਰ ਕਪਤਾਨ ਹੈ, ਉਹ BJP ਦੇ ਟੇਟੇ ਚੜਿਆ ਫਿਰਦਾ। ਮੈਂ ਉਦੋਂ ਵੀ ਆਖਿਆ ਸੀ, ਹਾਲਾਂਕਿ ਸੁਰਿੰਦਰ ਜੀ ਨਹੀਂ ਸੀ ਮੰਨਦੇ, ਮੈਂ ਕਿਹਾ ਵੀ ਇਹ ਜਾਏਗਾ ਹੀ ਜਾਏਗਾ, ਕਿਸਾਨ ਅੰਦੋਲਨ ਦੀ ਆੜ 'ਚ ਜਾਵੇ, ਕਿਵੇਂ ਵੀ ਜਾਵੇ। ਤੇ ਇਹੀ ਉਹ ਉਧਰ ਖਤਮ ਕਰ ਰਿਹਾ ਕਾਂਗਰਸ ਨੂੰ। ਤੇ ਤੁਸੀਂ ਬਣੀ ਬਣਾਈ 3 ਮਹੀਨੇ ਦੀ ਖੇਡ ਤੁਸੀਂ ਕੰਮ ਕਰੋ। ਬਾਦਲ ਅੰਦਰ ਨਹੀਂ ਹੁੰਦੇ ਕੋਈ ਗੱਲ ਨਹੀਂ, ਲੋਕ ਤੁਹਾਡੀ ਮਜਬੂਰੀ ਸਮਝਣਗੇ ਕਿ ਨਹੀਂ ਕਰ ਸਕਦੇ ਭਾਈ ਤੁਸੀਂ। ਪਰ ਜਦ ਜਿਹੜੇ ਨੌਜਵਾਨ 8-8 ਮਹੀਨੇ ਹੋ ਗਏ ਨੇ ਆ ਨਹਿਰ 'ਚ ਛਾਲਾ ਮਾਰਦੇ ਨੇ, ਉਹਨਾਂ ਨੂੰ ਨੌਕਰੀ ਕੌਣ? ਇਮਰਾਨ ਖਾਨ ਦਾ ਹੈਗਾ ਆ ਕੇ?
ਜਾਂ ਜਸਟਨ ਟਰੂਡੋ ਦਾ ਹੈਗਾ, ਉਹ ਕੰਮ ਤਾਂ ਕਰੋ ਤੁਸੀਂ ਆਪਣੀ ਹੈਂਕੜ ਵਾਸਤੇ। ਉਹ ਮੇਰਾ ਏਜ ਹੀ ਨਹੀਂ ਲਾਇਆ, ਫਲਾਣਾ ਨਹੀਂ ਲਾਇਆ, ਗੱਲ ਹੈ ਕੋਈ? ਨਹੀਂ ਇਹ ਨਹੀਂ ਚੱਲਦਾ ਜੀ, ਇਸ ਤਰ੍ਹਾਂ ਨਹੀਂ ਚੱਲਦਾ ਬਿਲਕੁਲ। ਉਹਦੀ ਇੱਛਾ ਸ਼ਕਤੀ ਬਾਈ ਜੀ ਨਹੀਂ ਪੂਰੀ ਹੋਣੀ, ਜਿਵੇਂ ਭਾਵੇਂ ਜਿੰਨਾ ਮਰਜ਼ੀ ਇਹ ਜ਼ੋਰ ਲਾ ਲਵੇ, ਪਰ ਇਹਨੂੰ ਜਿੰਨਾ ਕੁ ਹੁੰਦਾ ਉਹ ਸਹਿੰਦੇ ਬਾਈ ਜੀ। ਬਰਗਾੜੀ ਵਾਲੀ ਕਾਂਡ, ਜਿਵੇਂ ਜਿਹੜੇ ਸਿਆਸੀ ਸਰਪ੍ਰਸਤ ਆ ਜਾਂ ਵੱਡੇ ਅਫਸਰ ਹੈ ਬਾਈ ਜੀ, ਇਹਨਾਂ ਦੇ ਕੇਸ ਤੇ ਕਦੇ ਵੀ ਵੱਡੇ ਭਾਵੇਂ ਕਾਂਗਰਸ ਚ ਭਾਵੇਂ ਅਕਾਲੀਆਂ ਚ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਹੱਕ ਚ ਨਹੀਂ ਹੋਣਗੇ ਬਾਈ ਜੀ, ਕਦੇ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ। ਤੋ ਇਹਨੂੰ ਵੀ ਪਤਾ ਨਹੀਂ ਪੂਰੀ ਹੋਣੀ। ਇਹ ਤਾਂ ਮਸਲੇ ਦੂਜੇ ਲਿਆਉਂਦਾ, ਜਿਹੜੇ ਸਹਿੰਦੇ ਮਸਲੇ ਦਾ ਹੱਲ ਕਰਾਉਂਦਾ ਤਾਂ ਕਿ ਲੋਕਾਂ ਦੀ ਜਾਣ ਜੋਗਾ ਹੁੰਦਾ। ਤੇ ਇਹਨੂੰ ਕਰਨਾ, ਇਸ ਗੱਲ ਨੂੰ ਸੌਫਟ ਤੱਕ ਰਹਿ ਕੇ ਕਰਨਾ ਚਾਹੀਦਾ ਸੀ। ਇਹਨੂੰ ਵੀ ਪਤਾ ਮੇਰਾ ਉਹ ਨਹੀਂ ਹੱਲ ਹੋਣਾ ਬਾਈ ਜੀ। ਸੁਮੇਧ ਸੈਣੀ ਨੇ ਅੰਦਰ ਨਹੀਂ ਜਾਣਾ, ਨਾ ਬਾਦਲ ਹੋਣਾ ਨੇ ਜਾਣਾ, ਨਾ ਹੀ ਮਜੀਠੀਏ ਨੇ ਜਾਣਾ ਬਾਈ ਜੀ। ਇਹਨਾਂ ਨੂੰ ਜੇ ਇੱਕ ਦਿਨ ਕਰ ਵੀ ਦਊਗਾ ਤਾਂ ਜ਼ਮਾਨਤ ਕਰਾ ਕੇ ਫਿਰ ਉਹਨਾਂ ਦੀ ਚੜ੍ਹ ਤੋਂ ਉਹ ਹੀਰੋ ਬਣ ਕੇ ਨਿਕਲਣਗੇ ਬਾਈ ਜੀ। ਇਹ ਤਾਂ ਦੋਨੇ ਹੀ ਬਾਈ ਜੀ, ਭਾਜਪਾ ਜਦੋਂ ਦਾ ਸਰਕਾਰ ਬਣੀ ਹੈ, ਪਹਿਲੀ ਗੱਲ ਜਿਹੜੀ ਕੈਪਟਨ ਦੀ ਸਰਕਾਰ ਹੀ ਭਾਜਪਾ ਦੇ ਰਹਿਮੋ ਕਰਮ ਤੇ ਬਣੀ, ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਕੁਛ ਹੋਇਆ। ਤੇ ਫਿਰ ਉਦੋਂ ਦਾ ਹੀ ਭਾਜਪਾ ਦੇ ਉਹ ਜਿੰਨਾ ਜਿਹੜੀ ਭਾਜਪਾ ਬੋਲਦੀ ਕੈਪਟਨ ਉਦੋਂ ਵੱਧ ਚੜ ਕੇ ਬੋਲਦਾ ਹੈਗਾ ਭਾਜਪਾ ਦੇ ਹੱਕ 'ਚ। ਤੇ ਇਹਦਾ ਮਤਲਬ ਦੋਨੇ ਹੀ ਤਿਆਰ ਆ ਬਈ, ਭਾਜਪਾ ਜਿਹੜੇ ਅਕਾਲੀ ਦਲ ਨੂੰ ਸਰਕਾਰ ਹੱਥੀ ਦੇਣ ਨੂੰ ਜਿਵੇਂ ਆਪ ਨੇ ਉਦੋਂ ਦਿੱਤੀ ਸੀ, ਉਹ ਇਹ ਦੋਨੇ ਹੀ ਤਿਆਰ ਹੈ। ਇਹ ਜੋ ਜਾ ਰਹੇ ਉਹਨਾਂ ਦੇ ਪੱਖ 'ਚ ਹੀ ਜਾ ਰਹੇ ਆ ਅਕਾਲੀਆਂ ਦੇ ਦੋਨੇ, ਸਿੱਧੂ ਵੀ ਤੇ ਇਹ ਵੀ, ਕਿਉਂਕਿ ਰਗੜਾ ਕਾਂਗਰਸ ਨੂੰ ਲੱਗਣਾ ਬਈ ਜੀ। ਐਂਟੀ ਕਾਂਗਰਸ ਦੇ ਉਲਟੀ ਜਾਣੀ ਸਾਰੀ। ਲੇਕਿਨ ਤੋਂ ਇਹਨਾਂ ਦਾ ਕੱਚ ਘੜੜੀਆ, ਇਹਨਾਂ ਤੋਂ ਮੰਤਰੀ ਨਹੀਂ ਠੀਕ ਹੋਣੇ 90 ਦਿਨ 'ਚ ਤਾਂ। ਥੈਂਕ ਯੂ ਸ਼ਰਨ ਸਾਹਿਬ, ਮਿਹਰਬਾਨੀ ਥੈਂਕ ਯੂ। ਸੋ ਇਹਦੇ ਵਿੱਚ ਇਹ ਹੈ ਨਾ ਕਿ ਦੇਖੋ, ਤੁਹਾਨੂੰ ਕੰਮ ਕਰਨ ਦਾ 3 ਮਹੀਨੇ ਸਮਾਂ ਮਿਲਿਆ ਯਾਰ, ਜਿੰਨਾ ਸਮਾਂ ਉਹਨਾਂ ਦਾ ਕੰਮ ਕਰ ਲਓ ਨਾ, ਉਹਦਾ ਤਾਂ ਨਾ ਇਹ ਰੋਜ਼ ਰੋਣਾ ਪਾਈ ਰੱਖੋ, ਇਹ ਵੀ ਕੋਈ ਤਰੀਕਾ ਨਹੀਂ ਹੈ ਨਾ। ਉਸ ਨੂੰ ਤਾਂ ਕਿਤੇ ਨਾ ਕਿਤੇ ਤੁਹਾਨੂੰ ਸੋਲਵ ਕਰ ਲੈਣਾ ਚਾਹੀਦਾ, ਸੁਲਝਾ ਲੈਣਾ ਚਾਹੀਦਾ। ਪਰ ਇਹ 3 ਮਹੀਨੇ ਜਿਹੜਾ ਸਮਾਂ ਮਿਲਿਆ, ਤੁਸੀਂ ਇਹਦੇ ਚ ਕੀ ਖੀਰ ਬਣ ਰਹੇ ਹੋ, ਛਿੱਤਰੀ ਦਾਲ ਬਣ ਰਹੇ ਹੋ, ਇਹ ਵੀ ਚੀਜ਼ਾਂ ਜਾਇਜ਼ ਨਹੀਂ ਹੈ। ਗੁਰਵੀਰ ਕੁਐਂਟਰੀ ਤੋਂ ਸਵਾਗਤ ਹੈ ਤੁਹਾਡਾ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਗੁਰਵੀਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਟਵਾਣਾ ਜੀ। ਮੈਂ ਤੇ ਪੁੱਛਣਾ ਸੀ, ਮੈਂ ਕਿਹਾ ਜਿੱਦਾਂ ਇਹਨਾਂ ਨੇ ਜਿਹੜਾ ਹੁਣ ਐਡਵੋਕੇਟ ਜਨਰਲ ਆਇਆ, ਜਿਹਦੇ ਪਿੱਛੇ ਸਿੱਧੂ ਅਪਸੈਟ ਆ, ਪ੍ਰੋਟੋਕੋਲ ਦੇ ਹਿਸਾਬ ਨਾਲ ਉਹ ਲੱਗ ਸਕਦੇ ਐਡਵੋਕੇਟ ਜਨਰਲ, ਬਿਕੋਜ਼ ਉਹਨਾਂ ਨੇ ਆਲਰੇਡੀ ਸੈਣੀ ਦਾ ਕੇਸ ਜਿੱਦਾਂ ਫੜਿਆ ਹੋਇਆ। ਨਹੀਂ ਉਹ ਕੋਈ ਦਿੱਕਤ ਨਹੀਂ ਹੈ, ਨਹੀਂ ਉਹ ਪ੍ਰੋਟੋਕੋਲ ਚ ਕੋਈ ਦਿੱਕਤ ਨਹੀਂ ਹੈ। ਸੈਣੀ ਇੱਕ ਵੱਖਰੀ ਚੀਜ਼ ਹੈ। ਉਹ ਅਦਾਲਤ ਦੇ ਵਿੱਚ ਬਾਈ ਜੀ, ਉਹ ਦੇਖੋ ਵਕੀਲ ਨੇ 100 ਚੋਰਾਂ ਸਾਧਾਂ ਦੇ ਕੇਸ ਲੜਦੇ ਨੇ, ਉਹਦੀ ਜੌਬ ਹੈ। ਨਹੀਂ ਹਾਂਜੀ, ਉਹ ਤਾਂ ਉਹਨਾਂ ਨੇ ਲੜਨੇ ਹੁੰਦੇ ਜੇ। ਤੇ ਨਹੀਂ ਫਿਰ ਉਹਨਾਂ ਦੇ ਉਹਦੇ ਵਿੱਚ ਜਿੱਦਾਂ ਇਦਾਂ ਵੀ ਆ ਵੀ ਹੁਣ ਉਹ ਜਿਹੜਾ ਗਵਰਨਮੈਂਟ ਦੇ ਅਗੇਂਸਟ ਹੀ ਕੇਸ ਆ ਸੈਣੀ ਦਾ, ਇਦਾਂ ਵੀ ਨਹੀਂ ਵੀ ਸੈਣੀ ਦਾ ਕੋਈ ਉਹ ਰਿਜ਼ਾਈਨ ਕਰ ਦੇਣਗੇ ਉਸ ਕੇਸ ਨੂੰ, ਉਹ ਛੱਡ ਦੇਣਗੇ, ਉਹਨਾਂ ਨੇ ਆਖਣਾ ਉਹਨਾਂ ਨੂੰ ਛੱਡ ਦੇਣਗੇ ਉਹਨੂੰ। ਹਾਂਜੀ ਠੀਕ ਆ ਜੀ। ਉਹਦਾ ਐਡਵੋਕੇਟ ਜਨਰਲ ਸਾਹਿਬ ਨੂੰ ਵੀ ਚਾਹੀਦਾ ਸੀ ਭਾਵੇਂ ਜਵਾਬ ਦੇਣ ਦੇ, ਤੇ ਪਰ ਹਰ ਕੋਈ ਬੰਦਾ ਅਹੁਦਿਆਂ ਨੂੰ ਪਿਆ ਇੱਥੇ, ਕੋਈ ਕਿਸੇ ਨੂੰ। ਹੁਣ ਸਿੱਧੂ ਵੀ ਇਹੀ ਸੋਚਦਾ ਵੀ ਜਿੱਦਾਂ ਕਿ ਪੰਜਾਬੀ ਚ ਕਹਿੰਦੇ ਨੀ, ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ, ਫਿਰ ਉਹ ਕੰਮ ਨਹੀਂ। ਉਹ ਕਹਿੰਦਾ ਵੀ ਤੁਸੀਂ ਭਾਈ ਮੁਸਤਫਾ ਲਾਇਆ, ਮੁਸਤਫੇ ਤੋਂ ਸਾਰਾ ਪੰਜਾਬ ਸੈਟੀਸਫਾਈ ਹੈ। ਆਹੋ, ਜਿਹੜਾ ਇੱਕ ਪਿੰਕੀ ਦੀ ਤੁਸੀਂ ਇੰਟਰਵਿਊ ਸੁਣੀ ਹੋਣੀ, ਜਿਹਦੇ ਪਿੰਕੀ ਸਾਫ਼ ਦੱਸਦਾ ਵੀ ਮੁਸਤਫਾ ਰੋਪੜ ਦਾ ਸੀਗਾ ਇੱਥੇ, ਇਹ ਤੇ ਉਧਰੋਂ ਸੈਣੀ ਨੇ ਬੰਦਾ ਮਾਰ ਕੇ ਇੱਧਰ ਸਿੱਟਤਾ, ਤੇ ਇਹਨਾਂ ਨੇ ਬੰਦਾ ਮਾਰ ਕੇ ਉਧਰ ਸਿੱਟ ਦਿੱਤਾ। ਇਹ ਕੁਛ ਤਾਂ ਮੁਸਤਫਾ ਤੇ ਸੈਣੀ ਆਪਸ ਵਿੱਚ ਕਰਦੇ ਰਹੇ, ਸਭ ਕੁਝ ਹੁੰਦਾ ਰਿਹਾ। SSP, ਹਾਂਜੀ ਓਕੇ, ਚਲੋ ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਗੱਲ ਇਹ ਹੈ ਨਾ, ਦੇਖੋ ਤੁਸੀਂ ਆਪਣੇ 5 ਸਲਾਹਕਾਰ ਚੁਣੇ, 5 ਸਲਾਹਕਾਰ ਤੁਹਾਡੇ ਵਿਵਾਦਤ ਰਹੇ। ਬਨਵੈਦ ਸਾਹਿਬ ਸਵਾਗਤ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਟਿਵਾਣਾ ਜੀ। ਬਨਵੈਦ ਜੀ ਸਤਿ ਸ਼੍ਰੀ ਅਕਾਲ। ਅੱਜ ਤੇ ਫੋਨ ਬਹੁਤ ਬਿਜ਼ੀ ਰਿਹਾ ਤੁਹਾਡਾ, ਫੋਨ ਹੀ ਨਹੀਂ ਸੀ ਲੱਗ ਰਿਹਾ ਹੈਗਾ। ਯੂਜ਼ ਟੂ ਹੋ ਗਿਆ ਸਾਡੇ ਤੇ ਜੌਬ, ਅਸੀਂ ਇੰਨਾ ਪੇਨ ਨਹੀਂ ਲੈਂਦੇ। ਠੀਕ ਹੈ, ਅਪਡੇਟ ਕਰਨਾ ਪੈਂਦਾ ਜੋ ਵੀ ਹੈ, ਪਰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਵੀ ਠੀਕ ਹੈ ਕਿ ਸਿੱਧੂ ਲੋਕਾਂ ਦਾ ਆਈ ਕਹਿਣਾ। ਪਰ ਮੇਰਾ ਦੇਖੋ, ਸਿੱਧੂ ਦਾ ਹੁਣ ਤੱਕ ਮੈਂ ਕਿੰਨੀ ਜਿੱਥੇ ਸਹੀ ਹੈ ਸਪੋਰਟ ਕਰਦੇ ਆ, ਜਿੱਥੇ ਜਿਹੜਾ ਗਲਤ ਹੈ ਬਾਈ ਜੀ ਆਲੋਚਨਾ ਹੋਏਗੀ, ਭਾਵੇਂ ਰੱਬ ਵੀ ਕਿਉਂ ਨਾ ਹੋਵੇ ਯਾਰ, ਇਹ ਕਿਉਂਕਿ ਸਾਡੀ ਜੌਬ ਚ ਆਉਂਦੀਆਂ ਇਹ ਚੀਜ਼ਾਂ। ਤੇ ਜਿੱਥੇ ਸਿੱਧੂ ਹੁਣ ਮੈਨੂੰ ਦੱਸਦੇ ਕਿ ਉਹਦਾ ਮੁਸਤਫਾ ਨੂੰ ਪ੍ਰਧਾਨ, ਉਹਦਾ ਸਲਾਹਕਾਰ ਬਣਾਉਣਾ ਕਿਵੇਂ ਜਾਇਜ਼ ਹੋ ਗਿਆ, ਜੇ DGP ਮੰਨਿਆ ਗਲਤ ਹੈ। ਸਿੱਧੂ ਦੀ ਤਾਂ ਕੋਈ ਮਜਬੂਰੀ ਨਹੀਂ ਸੀ ਨਾ ਜੀ। ਗੱਲ ਹੈਗੀ, ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ, ਪੰਜਾਬ 'ਚ ਰਹਿਣ ਵਾਲੇ ਸਾਰੇ ਪੰਜਾਬੀ ਨੇ, ਸਾਰੇ ਆਪਣੇ ਹੀ ਨੇ, ਤੇ ਉਹਨਾਂ ਦੇ ਅੰਦਰੋਂ ਦੇਖੋ ਇੱਕ ਚੀਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਜਿਹੜੀ ਅੱਜ ਕਹਿਣੀ ਪੈਂਦੀ ਹੈ, ਤੇ ਤੁਸੀਂ ਆਪ ਵੀ ਕਹਿ ਚੁੱਕੇ ਹੋ, ਸੁਰਿੰਦਰ ਜੀ ਵੀ ਕਹਿ ਚੁੱਕੇ ਨੇ, ਅਸੀਂ ਝੂਠ ਦਾ, ਆਪਣੇ ਹੰਕਾਰ ਦਾ ਤੇ ਆਪਣੇ ਸਵਾਰਥ ਦਾ ਪੱਲਾ ਬਹੁਤ ਜ਼ਿਆਦਾ ਫੜ ਲਿੱਤਾ ਹੈ। ਸਾਡੇ ਅੰਦਰ ਝੂਠ ਬਹੁਤ ਜ਼ਿਆਦਾ ਵਸ ਚੁੱਕਿਆ ਜੇ, ਹੰਕਾਰ ਇੰਨਾ ਜ਼ਿਆਦਾ ਕਰਦੇ ਆ ਜਿਹਦਾ ਕੋਈ ਅੰਤ ਨਹੀਂ, ਤੇ ਸਵਾਰਥ ਨੂੰ ਆਪਣੇ ਦੇ ਲਈ ਭਾਵੇਂ ਅਸੀਂ ਸਾਰੇ ਪੰਜਾਬ ਨੂੰ ਗਾਲ ਦਈਏ, ਕੁਛ ਵੀ ਕਰ ਦਈਏ, ਮੁਲਕ ਨੂੰ ਗਾਲ ਦਈਏ, ਆਪਣੇ ਸਵਾਰਥ ਨੂੰ ਮੁੱਖ ਰੱਖਦੇ ਆ। ਪਤਾ ਨਹੀਂ ਲੋਕੀ ਰੱਬ ਨੂੰ ਭੁੱਲ ਚੁੱਕੇ ਨੇ, ਆਪਣੀ ਮੌਤ ਨੂੰ ਭੁੱਲ ਚੁੱਕੇ ਨੇ। ਉਹਨਾਂ ਨੂੰ ਚੇਤੇ ਹੀ ਨਹੀਂ ਵੀ ਮਰਨਾ ਵੀ ਹੈ ਤੇ ਰੱਬ ਵੀ ਹੈ ਕੋਈ। ਇਸ ਤਰ੍ਹਾਂ ਕੁਛ ਨਹੀਂ ਹੈਗਾ, ਸਿਰਫ ਤੇ ਸਿਰਫ ਝੂਠ,
ਸਵਾਰਥ ਤੇ ਹੰਕਾਰ ਨਾਲ ਪੱਲਾ ਫੜ ਕੇ ਬੈਠੇ ਹੋਏ ਨੇ। ਬਸ ਇੰਨਾ ਹੀ ਕਹਿਣਾ ਸੀ। ਥੈਂਕ ਯੂ, ਮਿਹਰਬਾਨੀ। ਹੁਣ ਤੁਸੀਂ ਇਦਾਂ ਸਰਕਾਰ ਛੱਡ ਜੋਗੇ, ਇਹਨਾਂ ਤੋਂ ਨਹੀਂ ਚੱਲ ਪਾਉਣੀ ਚੰਨੀ ਹੋਰਾਂ ਤੋਂ, ਤੇ ਫੇਲੀਅਰ ਤੁਹਾਡੀ ਸਰਕਾਰ ਦੀ ਹੈ। ਬਸ ਇੱਕ ਗੱਲ ਕਰਕੇ ਤੁਸੀਂ ਆਪਣਾ ਪਨਾ ਬਚਾ ਲਓ ਕਿ ਨਾ ਮੇਰੀ ਪਸੰਦੀਦਾ ਡੀਜੀਪੀ ਨਹੀਂ ਲਾਇਆ, ਮੈਂ ਨਹੀਂ ਰਹਿਣਾ। ਯਾਰ ਬਾਕੀ ਵੀ ਕੰਮ ਬੜੇ ਨੇ ਕਰਨ ਵਾਲੇ, ਨਹੀਂ ਡੀਜੀਪੀ ਠੀਕ ਹੁੰਦਾ ਮਹੀਨੇ ਨੂੰ ਬਦਲ ਦਿਓ, ਕੰਮ ਛੱਡ ਕੇ ਭੱਜਣਾ ਕੋਈ ਸਿਆਣਪ ਨਹੀਂ ਆ, ਇਹ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ। ਖੈਰ, ਸੋ ਲਓ ਦੋਸਤੋ, ਇਸ ਦੇ ਨਾਲ ਹੀ ਹੁਣ ਧੰਨਵਾਦ ਆਪ ਸਭ ਦਾ, ਮਿਹਰਬਾਨੀ। ਤੇ ਸਵੇਰੇ 6 ਵਜੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ੱਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।